ਘੜੀ ਦੀਆਂ ਸੂਈਆਂ ਇੱਦਾਂ ਦੀਆਂ ਆ ਕਿ ਘੇਰ ਕੇ ਉਸ ਸਮੇਂ 'ਤੇ ਉੱਥੇ ਲੈ ਹੀ ਆਉਂਦੀਆਂ। ਇਸ ਕਰਕੇ ਜਦੋਂ ਪ੍ਰਾਈਮ ਫੋਕਸ ਦਾ ਸਮਾਂ ਆਉਂਦਾ ਜਿਹੜਾ ਕਿ ਭਾਰਤ 'ਚ ਤੜਕੇ ਸਵੇਰੇ 7:30 ਵਜੇ ਦਾ, ਅਤੇ ਜੇ ਇਸ ਵਕਤ ਜਿੱਥੇ ਮੇਰੇ ਵੀਰ ਪਰਮਵੀਰ ਬਾਠ ਹੋਰੀ ਬੈਠੇ ਆ ਉੱਥੇ ਹਨੇਰਾ ਜਿਹਾ ਹੋ ਜਾਂਦਾ। ਤੋ ਇਹਨਾਂ ਸਮਿਆਂ ਦੇ ਉੱਪਰ ਅਸੀਂ ਗੱਲਬਾਤ ਕਰਨ ਦੇ ਲਈ ਇੱਕ ਵਾਰ ਦੁਬਾਰਾ ਮਿਲਦੇ ਹਾਂ। ਅੱਜ ਵੀ ਜਿਹੜਾ ਮੁੱਦਾ ਹੈ ਉਹੀ ਰਹੇਗਾ ਜਿਹਦੇ 'ਤੇ ਪੰਜਾਬ ਜਿਉਂਦਾ, ਜਿਹਦੇ 'ਤੇ ਪੰਜਾਬ ਦੇ ਬਸ਼ਿੰਦੇ ਜਿਉਂਦੇ ਨੇ ਜਾਂ ਪੰਜਾਬੋਂ ਬਾਹਰ ਗਏ ਉਹਨਾਂ ਦੇ ਨਿਆਣੇ ਜਾਂ ਉਹਨਾਂ ਦੀਆਂ ਪੀੜ੍ਹੀਆਂ ਜਿਉਂਦੀਆਂ ਨੇ। ਕਿਉਂਕਿ ਜਿਹੜੀ ਮਾਂ ਆ ਨਾ, ਕਿਉਂਕਿ ਬਹੁਤ ਵਾਰ ਜ਼ਮੀਨ ਦੀ ਗੱਲ ਹੋ ਰਹੀ ਹੈ, ਪਰ ਮੈਂ ਅੱਜ ਸ਼ਬਦ ਮਾਂ ਵਰਤ ਰਿਹਾ ਉਹ ਇਸ ਕਰਕੇ ਕਿਉਂਕਿ ਬੜੀ ਵਾਰ ਆਪਾਂ ਇਹ ਸੁਣਿਆ ਕਿ ਜਿਹੜੀ ਜ਼ਮੀਨ ਹੈ ਉਹ ਜੱਟ ਦੀ ਮਾਂ ਹੁੰਦੀ ਆ, ਅਤੇ ਜਿਹੜੀ ਉਹ ਮਾਂ ਹੈ ਉਹਦੇ ਨਾਲ ਹੋ ਕੀ ਰਿਹਾ ਜਾਂ ਕੀ ਹੋਏਗਾ ਇਹਨਾਂ ਸੈਂਸਿਆਂ ਦੇ ਵਿੱਚ ਜਿਹੜਾ ਉਹ ਸੜਕਾਂ 'ਤੇ ਮਰ ਰਿਹਾ ਅਤੇ ਇਸ ਵਕਤ ਲੜ ਰਿਹਾ, ਉਹਦੀ ਗੱਲ ਅੱਜ ਆਪਾਂ ਦੁਬਾਰਾ ਕਰਾਂਗੇ। ਇਹ ਪ੍ਰੋਗਰਾਮ ਲਾਈਵ ਹੈ, ਤੁਸੀਂ ਸਾਡੇ ਚੈਨਲ 'ਤੇ ਵੀ ਦੇਖਦੇ ਹੋ, ਨਾਲ ਦੇ ਨਾਲ ਸਾਡੇ YouTube ਚੈਨਲ 'ਤੇ ਵੀ ਦੇਖਦੇ ਹੋ। ਤੁਹਾਡੀਆਂ ਟਿੱਪਣੀਆਂ ਵੀ ਨਾਲ ਦੀ ਨਾਲ ਆਉਂਦੀਆਂ ਨੇ। ਅੱਜ ਵੀ ਤੁਸੀਂ ਜ਼ਰੂਰ ਕਰਨੀਆਂ ਗੱਲਾਂ ਆਪਣੇ ਜੋ ਵੀ ਤੁਹਾਡੇ ਮਨ 'ਚ ਵਲਵਲੇ ਨੇ। ਜੇ ਕੋਈ ਗੱਲ ਵਿੱਚ ਹੋਈ ਤਾਂ ਮੈਂ ਜ਼ਰੂਰ ਸਾਂਝੀ ਕਰਾਂਗਾ ਸਾਰਿਆਂ ਦੇ ਨਾਲ। ਅੱਜ ਲੀਡਰਾਂ ਨੇ ਕੀ ਕੁਛ ਕਿਹਾ ਅਤੇ ਕਿਹੜੇ ਪਾਸਿਓਂ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ, ਇਹਨੂੰ ਵੈਸੇ ਜਿੱਦਾਂ ਆਪਣੇ ਚੀਚੀ 'ਚ ਲਹੂ ਲਾਉਣ ਵਾਲੀ ਜਿਹੜੀ ਕਹਾਵਤ ਹੈ ਉਹ ਬੜੀ ਵਾਇਰਲ ਹੈ, ਅਤੇ ਉਹਦੇ 'ਤੇ ਲੀਡਰ ਵੀ ਬਿਆਨ ਦੇਣ ਲੱਗ ਪਏ ਕਿ ਫਲਾਨਾ ਹੁਣ ਚੀਚੀ ਨੂੰ ਲਹੂ ਲਾ ਰਿਹਾ, ਪਰ ਅਸਲ 'ਚ ਕੌਣ ਲਾ ਰਿਹਾ ਅਤੇ ਕੀ ਚੱਲ ਰਿਹਾ, ਇਹ ਕੁਝ ਗੱਲਾਂ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਨਾਲ ਪਰਮਵੀਰ ਬਾਠ ਹੋ ਰਹੀਆਂ। ਬਾਠ ਸਾਹਿਬ ਕਿਵੇਂ ਜੀ ਗੱਲਾਂ ਬਾਤਾਂ? ਸੰਧਾਲੀਆ ਸਾਹਿਬ ਠੀਕ ਹੈ ਜੀ, ਤੁਹਾਡੀ ਛਤਰ ਛਾਇਆ ਦੇ ਵਿੱਚ ਠੀਕ ਆ, ਬੈਠੇ ਹੋ ਤੁਸੀਂ ਪੰਜਾਬ 'ਚ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਲੀਡਰਾਂ ਦੇ ਨਾਲ ਤੁਹਾਡੀ ਬਹਿਣੀ ਉੱਠਣੀ ਆ। ਅੱਜ ਕੱਲ੍ਹ ਤਾਂ ਠੀਕ ਹੈ, ਤੁਹਾਡਾ ਕੰਮਕਾਰ ਵਧੀਆ, ਤੁਹਾਡੀ ਫੁੱਲੋ ਜਿਹੜੀ ਆ ਕਾਟੋ ਫੁੱਲਾਂ ਦੇ ਉੱਤੇ ਖੇਡਦੀ ਹੈ, ਅਤੇ ਆਪਾਂ ਇੱਧਰਲੇ ਪਾਸੇ ਬਾਕੀ ਸਾਰੇ ਪੰਜਾਬ ਵਾਲੇ ਜਿਹੜੇ ਆ ਉਹ ਠੀਕ ਠਾਕ ਆ। ਜੇ ਇਹਦੇ ਉੱਤੇ ਟਿੱਪਣੀ ਕਰਦੇ ਹੋ ਉਹਦੇ ਤੋਂ ਬਾਅਦ ਮੈਂ 2-4 ਗੱਲਾਂ ਤੁਹਾਡੇ ਨਾਲ ਕਰਨੀਆਂ, ਬਾਕੀ ਤੁਸੀਂ ਫੇਰ ਸ਼ੁਰੂ ਕਰਿਓ। ਗੁੱਸਾ ਅੱਜ ਮੈਨੂੰ ਫੇਰ ਹੈਗਾ ਨਹੀਂ, ਗੁੱਸਾ ਤੁਸੀਂ ਜੀ ਸਦਕੇ ਕਰੋ। ਦੇਖੋ ਲੀਡਰਾਂ ਨਾਲ ਜੇ ਮੇਰੀ ਬਹਿਣੀ ਉੱਠਣੀ ਹੋਵੇ ਅਤੇ ਲੀਡਰ ਸੱਚੀ ਮੇਰੀ ਇੰਨੀ ਮੰਨਦੇ ਹੋਣ, ਅਤੇ ਮੇਰੇ ਖਿਆਲ ਨਾਲ ਤਾਂ ਆ ਜੋ ਕੁਛ ਵੀ ਹੋ ਰਿਹਾ ਅਤੇ ਇਸ ਵਕਤ ਜਿੰਨਾ ਰੌਲਾ ਇਹ ਤਾਂ ਮੈਂ ਪੈਣ ਹੀ ਨਹੀਂ ਦੇਣਾ। ਪਰ ਹਾਂ ਇੰਨਾ ਜ਼ਰੂਰ ਹੈ, ਸਟਾਰਟਿੰਗ ਦੇ ਵਿੱਚ ਮੈਂ ਧੰਨਵਾਦ ਕਰਦੇ ਹਾਂ। ਆਪਾਂ 2-3 ਦਿਨ ਪਹਿਲਾਂ ਗੱਲ ਕੀਤੀ ਸੀ ਕਾਰ ਸੇਵਾ ਵਾਲੇ ਬਾਬਿਆਂ ਦੀ, ਤਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਆਈਆਂ, ਪਹੁੰਚਾਈਆਂ ਗਈਆਂ, ਦੱਸਿਆ ਗਿਆ, ਈਵਨ ਫੋਨ ਵੀ ਆਏ ਕਿ ਦੇਖੋ ਜੀ ਅਸੀਂ ਨਾਲ ਖੜ੍ਹੇ ਹਾਂ। ਉਹਦੇ 'ਚੋਂ 2 ਵੀਡੀਓਜ਼ ਤਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਸ਼ੇਅਰ ਕੀਤੀਆਂ ਨੇ। ਸੋ ਉਹਨਾਂ ਸ਼ਖਸੀਅਤਾਂ ਦਾ ਸਾਡੇ ਵੱਲੋਂ ਬੜਾ ਧੰਨਵਾਦ ਕਿ ਚਲੋ ਭਾਵੇਂ ਕਿਸੇ ਤਰ੍ਹਾਂ ਸਹੀ ਆਵਾਜ਼ ਪਹੁੰਚੀ ਅਤੇ ਹਾਂ ਦਾ ਨਾਅਰਾ ਤਾਂ ਜ਼ਰੂਰ ਮਾਰਿਆ ਗਿਆ। ਤੁਸੀਂ ਵੀ 2 ਸ਼ਬਦ ਜ਼ਰੂਰ ਕਹੋ ਬਾਠ ਸਾਹਿਬ। ਨਹੀਂ ਬਿਲਕੁਲ ਜੀ, ਤੁਸੀਂ ਉਹਨਾਂ ਦੀ ਗੱਲ ਕਰ ਦਿੱਤੀ ਹੈ। ਕਈ ਕਲਾਕਾਰ ਵੀ ਸਾਨੂੰ ਕਿਸਾਨ ਧਰਨਿਆਂ ਦੇ ਵਿੱਚ ਬੈਠੇ ਨਜ਼ਰ ਆਏ ਆ। ਆਪਾਂ ਨਹੀਂ ਕਹਿੰਦੇ ਸਾਰੇ ਮਾੜੇ ਆ ਅਤੇ ਸਾਰੇ ਚੰਗੇ ਆ, ਪਰ ਚਲੋ ਕਈ ਵਾਰੀ ਹਾਕ ਲੇਟ ਪਹੁੰਚਦੀ ਹੈ। ਜਿਹੜੇ ਵੀ ਆਏ ਆ, ਜਿਨ੍ਹਾਂ ਨੇ ਵੀ ਹਾਂ ਦਾ ਨਾਅਰਾ ਮਾਰਿਆ, ਉਹ ਬਹੁਤ ਵਧੀਆ। ਜਿਹੜੇ ਕਾਰ ਸੇਵਾ ਵਾਲੇ ਜਾਂ ਸਾਡੇ ਧਾਰਮਿਕ ਪ੍ਰਚਾਰਕ ਉੱਧਰਲੇ ਪਾਸੇ ਡੇਰਿਆਂ ਵਾਲੇ ਆਏ ਆ, ਲੋੜ ਆ ਭਾਈ ਅੱਜ ਤੁਹਾਡੀ, ਅੱਜ ਇਹੀ ਕੰਮ ਆਪਣੇ ਕਰਨ ਵਾਲਾ ਆ। ਲੰਗਰ ਪ੍ਰਸ਼ਾਦੇ ਤਾਂ ਆਪਾਂ ਪਕਾਉਣੇ ਵੀ ਆ, ਵਰਤਾਉਣੇ ਵੀ ਆ, ਅਤੇ ਉਹ ਤਾਂ ਸਾਡਾ ਕੰਮ ਹੈ, ਪਰ ਸਮਾਜ ਦੇ ਨਾਲ ਇੱਕਮਿਕ ਹੋ ਕੇ ਚੱਲਣਾ ਚਾਹੀਦਾ। ਸੰਧਾਲੀਆ ਸਾਹਿਬ ਮੈਂ ਹੁਣ ਤੁਹਾਡੀ ਗੱਲ ਦਾ ਜਵਾਬ ਦਿੰਦਾ। ਤੁਸੀਂ ਕਹਿੰਦੇ ਨਾ ਕਿ ਜੇ ਲੀਡਰ ਮੇਰੀ ਇੰਨੀ ਮੰਨਦੇ ਹੁੰਦੇ, ਮੈਂ ਜੇ ਪਿਛਲੇ 2 ਹਫ਼ਤੇ ਦੇਖ ਲਵਾਂ, ਕਦੇ ਤੁਹਾਡੇ ਨਾਲ ਦੀ ਕੁਰਸੀ ਦੇ ਉੱਤੇ ਪੰਜਾਬ ਦੇ ਸਿਹਤ ਮੰਤਰੀ ਬੈਠੇ ਹੁੰਦੇ ਆ, ਕਦੇ ਤੁਹਾਡੇ ਨਾਲ ਦੀ ਕੁਰਸੀ ਦੇ ਉੱਤੇ ਵਿਰੋਧੀ ਧਿਰ ਦੇ ਉਪ ਨੇਤਾ ਬੈਠੇ ਹੁੰਦੇ ਆ, ਕਦੇ ਤੁਹਾਡੀ ਨਾਲ ਦੀ ਕੁਰਸੀ ਦੇ ਉੱਤੇ ਕੋਈ ਵਿਰੋਧੀ ਧਿਰ ਜਿਹੜੀ ਛੋਟੀ ਪਾਰਟੀ ਆ ਉਹਦਾ ਕੋਈ ਲੀਡਰ ਬੈਠਾ ਹੁੰਦਾ। ਜਿਸ ਬੰਦੇ ਦੇ ਨਾਲ ਮੰਤਰੀ ਵੀ ਬੈਠਣ, ਜਾਣੀ ਕਿ ਸੱਤਾਧਾਰੀ ਧਿਰ ਵਾਲੇ ਵੀ ਅਤੇ ਵਿਰੋਧੀ ਧਿਰ ਵਾਲੇ ਵੀ, ਜੇ ਉਹ ਫੇਰ ਵੀ ਅੱਜ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਇਹ ਆਖੀ ਜਾਵੇ ਨਾ ਮੈਨੂੰ ਲੀਡਰ ਕਿੱਥੇ ਜਾਣਦੇ ਆ, ਨਾ 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 ਮੇਰੀ ਲੀਡਰ ਕਿੱਥੇ ਮੰਨਦੇ ਆ, ਫਿਰ ਤਾਂ ਕਮਾਲ ਹੀ ਆ। ਐ ਨਜ਼ਰਾਂ ਨਾ ਚਰਾਓ, ਲੋਕਾਂ ਨੂੰ ਸਭ ਪਤਾ। ਨਹੀਂ ਬਾਠ ਸਾਹਿਬ ਦੇਖੋ, ਉਹ ਆਪਣੇ ਨਾ ਇੱਕ ਕੰਮ ਦਾ ਹਿੱਸਾ। ਚਲੋ ਇਹ ਵਧੀਆ ਕੀਤਾ ਤੁਸੀਂ ਗੱਲ ਕਲੀਅਰ ਕਰ ਲਈ, ਇਹ ਆਪਣੇ ਕੰਮ ਦਾ ਹਿੱਸਾ। ਕਿਉਂਕਿ ਜੇ ਤੁਸੀਂ ਮੀਡੀਆ ਲਾਈਨ 'ਚ ਕੰਮ ਕਰਨਾ ਅਤੇ ਆਪਾਂ ਨੂੰ ਲੀਡਰਾਂ ਨਾਲ ਤਾਂ ਵਾਹ ਪੈਣਾ ਹੀ ਆ। ਲੀਡਰਾਂ ਦੀ ਗੱਲ ਸੁਣਨੀ, ਉਹਨਾਂ ਨੂੰ ਸਵਾਲ ਕਰਨੇ ਅਤੇ ਉਹਨਾਂ ਵੱਲੋਂ ਝੂਠੇ ਸੱਚੇ ਜੋ ਵੀ ਜਵਾਬ ਉਹ ਦਿੰਦੇ ਨੇ, ਆਪਾਂ ਕਦੀ ਨਾ ਉਹਨਾਂ ਨੂੰ ਕੱਟਿਆ ਅਤੇ ਨਾ ਉਹਨਾਂ ਨੂੰ ਕਦੀ ਇਹ ਹੀ ਕਿਹਾ ਕਿ ਫਲਾਨੀ ਗੱਲ ਤੁਸੀਂ ਕੀ ਕਹਿੰਦੇ ਹੋ। ਬਹੁਤ ਵਾਰ ਰਿਸਪੌਂਸ ਵੀ ਇਹ ਆਉਂਦਾ ਹੁੰਦਾ ਕਿ ਸੰਧਾਵਾਲੇ ਸਾਹਿਬ ਤੁਸੀਂ ਪੁੱਛ ਲੈਂਦੇ ਹੋ ਸਾਰਾ ਕੁਛ ਹੈ। ਮੈਂ ਕਿਹਾ ਜੀ ਮੇਰਾ ਕੰਮ ਇਹ ਹੈ ਵੀ ਮੈਂ ਪੁੱਛ ਲੈਣਾ, ਜਵਾਬ ਦੇਣਾ ਨਾ ਦੇਣਾ ਅਗਲੇ ਦਾ ਕੰਮ ਹੈ। ਸੋ ਇਸ ਕਰਕੇ ਉਹ ਤਾਂ ਆਪਾਂ ਆਪਣਾ ਕੰਮ ਕਰ ਰਹੇ ਹਾਂ। ਮੈਨੂੰ ਲੱਗਦਾ ਆਪਾਂ ਜਿਹੜਾ ਆਹ ਕੰਮ ਕਰ ਰਹੇ ਹਾਂ ਇਹ ਵੀ ਇੱਕ ਤਰ੍ਹਾਂ ਦਾ, ਜੇ ਕੋਈ ਮੰਨੇ ਚਾਹੇ ਨਾ ਮੰਨੇ, ਹੈ ਤਾਂ ਘੁੰਮ ਘੁਮਾ ਕੇ ਸੇਵਾ ਹੀ, ਜੇ ਕਿਤੇ ਥੋੜ੍ਹੀ ਬਹੁਤ ਲੱਗਦੀ ਹੋਵੇ ਤੇ ਕਿ ਨਹੀਂ। ਨਹੀਂ ਗੱਲ ਤੁਹਾਡੀ ਠੀਕ ਹੈ। ਤੁਸੀਂ ਆ ਫੇਰ ਗੋਲ ਕਰ ਗਏ ਆ ਗੱਲ। ਤੁਹਾਨੂੰ ਮੈਨੂੰ ਪਤਾ ਲੀਡਰਾਂ ਨਾਲ ਰਹਿ ਕੇ ਤੁਹਾਨੂੰ ਉਹ ਢੰਗ ਤਰੀਕੇ ਆ ਗਏ ਆ। ਜਿਹੜੇ ਪੰਜਾਬ ਦੇ ਆਮ ਲੋਕ ਵੀ ਜਾਂਦੇ ਆ ਨਾ, ਜਿਹੜੇ ਚਿੱਟੇ ਕੁੜਤੇ ਪਜਾਮੇ ਵਾਲਿਆਂ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਸੀਨੀਅਰ ਮੀਤ ਪ੍ਰਧਾਨਾਂ ਦੀ ਗੱਲ ਕਰਦੇ ਆ, ਉਹ ਕਿਹੜਾ ਸਿਆਸੀ ਪਾਰਟੀਆਂ ਦੀ ਸੇਵਾ ਕਰਨ ਜਾਂਦੇ ਆ। ਹੁੰਦੇ ਤਾਂ ਉਹਨਾਂ ਨੂੰ ਵੀ ਕੰਮ ਹੀ ਆ, ਕਦੇ ਥਾਣੇ ਹੁੰਦੇ ਆ ਅਤੇ ਕਦੇ ਕਿਤੇ ਹੋਰ ਹੁੰਦੇ ਆ, ਜਾਂ ਕਿਸੇ ਪਾਰਟੀ ਦੇ ਵਿੱਚ ਅਹੁਦਾ ਲੈਣਾ ਹੁੰਦਾ। ਹੋਰ ਇੱਦਾਂ ਦੀ ਤਾਂ ਗੱਲ ਕੋਈ ਨਹੀਂ ਕਿ ਉਹ ਬਿਨਾਂ ਕੰਮੋਂ ਜਾਂਦੇ ਆ। ਉਹਨਾਂ ਦੇ ਆਪਦੇ ਕੰਮ ਆ, ਤੁਹਾਡੇ ਆਪਦੇ ਕੰਮ ਆ। ਮੈਂ ਅੱਜ ਤੁਹਾਨੂੰ ਨੱਸਣ ਨਹੀਂ ਦੇਣਾ, ਅੱਜ ਪਿੰਡ ਦੇ ਵਿੱਚ ਰੱਖਣਾ ਹੀ। ਚਲੋ ਠੀਕ ਹੈ ਜੀ, ਤੁਸੀਂ ਅੱਜ ਮੈਨੂੰ ਰੱਖੋ। ਮੈਂ ਤਾਂ ਕਹਿਣਾ ਲੀਡਰ ਸਾਹਿਬ ਸਾਰੇ ਅੱਜ ਸੁਣ ਲੈਣ। ਵੈਸੇ ਮੈਨੂੰ ਪਤਾ ਕਿ ਸਾਰੀਆਂ ਪਾਰਟੀਆਂ ਵਾਲੇ ਸੁਣਦੇ ਜ਼ਰੂਰ ਨੇ ਆਪਾਂ ਨੂੰ, ਬਾਅਦ 'ਚ ਕਈ ਵਾਰ ਉਹ ਲਾਂਭਾ ਵੀ ਦੇ ਦਿੰਦੇ ਆ ਕਿ ਯਾਰ ਉਹ ਫਲਾਨੀ ਗੱਲ ਤੁਸੀਂ ਸਾਡੇ ਬਾਰੇ ਕਰਤੀ ਸੀ, ਆਹ ਦੇਖੋ ਜੀ ਮੈਂ ਤਾਂ ਆਹ ਫਲਾਨਾ ਕੰਮ ਕਰ ਰਿਹਾ।
ਤੇ ਚਲੋ ਵਧੀਆ ਗੱਲ ਹੈ। ਅਸੀਂ ਇਹ ਨਹੀਂ ਕਹਿੰਦੇ ਜੀ ਵੀ ਸਾਡਾ ਇੱਥੇ ਬੈਠ ਕੇ ਕਿਸੇ ਨੂੰ ਨਿੰਦਣ ਦਾ ਜਾਂ ਭੰਡਣ ਦਾ ਕੰਮ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਐਸੇ ਕੰਮ ਸਾਡੇ ਤੱਕ ਪਹੁੰਚਾਏ ਜਾਣ ਤੇ ਅਸੀਂ ਸਪੀਕਰ ਬਣ ਕੇ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਤੱਕ ਤੁਹਾਡੀਆਂ ਉਹ ਪ੍ਰਾਪਤੀਆਂ, ਤੁਹਾਡੇ ਉਹ ਚੰਗੇ ਕੰਮ ਗਣਾਈਏ ਤੇ ਦੱਸੀਏ ਵੀ ਆਹ ਦੇਖੋ ਜੀ ਸਾਡੇ ਉਹ ਲੀਡਰ ਨੇ ਜਿਨ੍ਹਾਂ ਦਾ ਕਰਕੇ ਜਿਹੜਾ ਪੰਜਾਬ ਹੈ ਉਹ ਤਰੱਕੀ ਦੀਆਂ ਬੁਲੰਦੀਆਂ ਜਿਹੜੀਆਂ ਉਹ ਸਰ ਕਰਦਾ ਜਾ ਰਿਹਾ। ਅੱਛਾ, ਆਪਾਂ ਬਾਠ ਸਾਹਿਬ ਹੁਣ ਜੇ ਮੋੜਾ ਆਪਣੇ ਤੋਂ ਦੁਬਾਰਾ ਮੁੱਦੇ ਵਾਲੇ ਪਾਸੇ ਕੱਟ ਲਈਏ ਕਿ ਜਾਂ ਅਜੇ ਮੇਰੇ ਤੇ ਤਵਾ ਹੋਰ ਰੱਖਣਾ, 2 ਰੋਟੀਆਂ ਲਾਉਣੀਆਂ ਤੇ ਲਾਹ ਲਾਉਣ ਲੱਗਦਾ ਤਵਾ ਤੇ ਗਰਮੀਆਂ? ਨਹੀਂ, ਤੁਹਾਡੇ ਤੇ ਤਵਾ ਨਹੀਂ ਰੱਖਣਾ। ਅਸਲ ਦੇ ਵਿੱਚ ਮਸਲਾ ਤਾਂ ਲੀਡਰਾਂ ਦਾ ਹੀ ਸੀ। ਦੇਖੋ ਸੰਧਾਲੀਆ ਸਾਹਿਬ, ਇਹਦੇ ਤੋਂ ਪਹਿਲਾਂ ਕਿ ਤੁਸੀਂ ਖੇਤੀਬਾੜੀ ਦੇ ਆਰਡੀਨੈਂਸਾਂ ਦੀ ਗੱਲ ਕਰਨ ਲੱਗ ਪਾਓ, ਉਹਦੇ ਤੋਂ ਬਾਅਦ ਲੀਡਰਾਂ ਦੇ ਉੱਤੇ ਚਲੋ ਮੈਂ 2-4 ਗੱਲਾਂ ਤੁਹਾਡੇ ਨਾਲ ਕਰਨੀਆਂ। ਸਹਿਮਤੀ ਦੀ ਟਿੱਪਣੀ ਦਾ ਇੰਤਜ਼ਾਰ ਦਰਸ਼ਕਾਂ ਨੇ ਜੀ, ਦਰਸ਼ਕਾਂ ਨੇ ਟਿੱਪਣੀਆਂ ਨਾਲੋਂ ਨਾਲ ਕਰ ਦੇਣੀਆਂ। ਇਸ ਗੱਲ ਦੀ ਆਸ ਨਹੀਂ, ਉਮੀਦ ਨਹੀਂ, ਯਕੀਨ ਤੇ ਵਿਸ਼ਵਾਸ ਆਪਾਂ ਨੂੰ ਹਮੇਸ਼ਾ ਰਹਿੰਦਾ। ਮੈਂ ਸੋਚ ਰਿਹਾ ਸੀ ਕਿ ਅੱਜ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ। ਅੱਜ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਟਿੱਪਣੀਆਂ ਲਈਆਂ ਸੀ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਿੰਨੇ ਕੁ ਕਿਸਾਨ ਤੇ ਕਿੰਨੇ ਕੁ ਆਮ ਲੋਕ ਅਵੇਅਰ ਨੇ ਕਿ ਇਹ ਕੀ ਹੋ ਰਿਹਾ ਤੇ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਕੀ ਹੋਣਾ। ਕਿਸੇ ਪਿੰਡ ਦੇ ਵਿੱਚ 80% ਲੋਕਾਂ ਨੂੰ ਪਤਾ ਹੈ, ਕਿਸੇ 'ਚ 10% ਲੋਕਾਂ ਨੂੰ ਪਤਾ ਹੈ। ਜਾਣੀ ਕਿ ਇਹ ਜਿੰਨਾ ਵੱਡਾ ਫੈਸਲਾ ਹੋ ਗਿਆ, ਜਿੰਨਾ ਵੱਡਾ ਕਾਨੂੰਨ ਬਣ ਗਿਆ, ਜਾਂ ਇਹਨੇ ਜਿੰਨਾ ਵੱਡਾ ਪ੍ਰਭਾਵ ਪੰਜਾਬ ਦੇ ਉੱਤੇ ਪਾਉਣਾ ਹੈ, ਉਨਾ ਜ਼ਿਆਦਾ ਅਜੇ ਉਸ ਮੁੱਦੇ ਦੇ ਉੱਤੇ ਪੰਜਾਬ ਦੇ ਘਰ ਘਰ ਗੱਲ ਨਹੀਂ ਚੱਲੀ। ਮੈਨੂੰ ਚੇਤਾ ਪਤਾ ਕੀ ਆ ਰਿਹਾ ਸੀ, ਅੱਜ ਨਹੀਂ 2024, 2025, 2026, 5-6 ਸਾਲ ਬਾਅਦ ਜੋ ਹਾਲਾਤ ਬਣਨੇ ਆ, ਮੈਨੂੰ ਚੇਤਾ ਆ ਰਿਹਾ ਸੀ ਕਿ ਭਾਈ ਕਦੇ ਕਦੇ ਘਰ ਦੇ ਵਿੱਚ ਬਜ਼ੁਰਗ ਦਾਦੀ ਨਾਨੀ ਜਾਂ ਘਰ ਦੇ ਵਿੱਚ ਜਿਹੜੀ ਵੀ ਬਜ਼ੁਰਗ ਬੀਬੀ ਹੁੰਦੀ ਹੈ ਉਹ ਦਲੀਆ ਬਣਾਉਂਦੀ ਹੁੰਦੀ ਸੀ ਬਹੁਤ ਸੁੱਚਮ ਦੇ ਨਾਲ। ਪਹਿਲਾਂ ਹੱਥ ਪੈਰ ਧੋਣੇ, ਸਿਰ ਢੱਕਣਾ, ਚੁੱਲ੍ਹੇ ਨੂੰ ਆਲੇ ਦੁਆਲਿਓਂ ਐਨ ਚੰਗੇ ਤਰੀਕੇ ਸਾਫ਼ ਕਰਕੇ ਜਦੋਂ ਦਲੀਆ ਬਣਾਉਣਾ ਤਾਂ ਫਿਰ ਕਹਿਣਾ ਕਿ ਆਪਾਂ ਖੇਤ ਦੇ ਵਿੱਚ ਜਿਹੜੀ ਮੋਟਰ ਲੱਗੀ ਆ ਉੱਥੇ ਚੜ੍ਹਾ ਕੇ ਆਈਏ। ਪਤਾ ਨਹੀਂ ਉਹ ਕੀ ਆਸਥਾ ਸੀ, ਮੈਨੂੰ ਨਹੀਂ ਪਤਾ, ਪਰ ਉਹ ਇੱਕ ਤਰ੍ਹਾਂ ਦਾ ਕਰਮ ਹੁੰਦਾ ਸੀ ਕਿ ਭਾਈ ਉਹ ਖੇਤ ਹੈ, ਉਹ ਮੋਟਰ ਹੈ, ਉਹ ਰਿਜ਼ਕ ਹੈ, ਜਿੱਥੋਂ ਆ ਸਾਰਾ ਕੁਝ ਜਿਹੜਾ ਉਹ ਸਾਡੇ ਘਰ ਨੂੰ ਦਾਣਾ ਆਉਂਦਾ ਹੈ, ਅਸੀਂ ਉਹਦੀ ਰੋਟੀ ਖਾਂਦੇ ਹਾਂ, ਕੰਮਾਂ ਵਾਲੇ ਵੀ ਰੋਟੀ ਖਾਂਦੇ ਆ ਤੇ ਬਾਜ਼ਾਰ ਚੱਲਦੇ ਆ। ਫਿਰ ਮੈਨੂੰ ਚੇਤੇ ਆਉਂਦੀ ਸੀ ਦੀਵਾਲੀ। ਮੈਨੂੰ ਨਹੀਂ ਪਤਾ ਉਹ ਵਿਸ਼ਵਾਸ ਹੈ ਕਿ ਅੰਧ ਵਿਸ਼ਵਾਸ ਹੈ, ਪਰ ਪਿਛਲੇ 2 ਦਿਨਾਂ ਤੋਂ ਠੀਕ ਤਰੀਕੇ ਨੀਂਦਰ ਨਹੀਂ ਆਈ ਸੰਧਾਲੀਆ ਸਾਹਿਬ। ਜਦੋਂ ਦੀਵਾਲੀ ਹੁੰਦੀ ਹੈ, ਮੈਂ ਫੇਰ ਕਹਿਣਾ ਕਿ ਮੈਨੂੰ ਨਹੀਂ ਪਤਾ ਵਿਸ਼ਵਾਸ ਹੈ ਕਿ ਅੰਧ ਵਿਸ਼ਵਾਸ ਹੈ ਜਾਂ ਕੀ ਹੈ, ਉਦੋਂ ਦੀਵੇ ਘਰਾਂ ਦੇ ਵਿੱਚ 5-7 ਦਿਨ ਪਹਿਲਾਂ ਲੈ ਕੇ ਰੱਖ ਲੈ ਜਾਂਦੇ ਆ। ਉਦੋਂ ਉਹਨਾਂ ਦੇ ਵਿੱਚ ਸਰੋਂ ਦਾ ਤੇਲ ਦੀਵਾਲੀ ਵਾਲੀ ਸ਼ਾਮ ਨੂੰ ਪਾ ਕੇ ਬੱਤੀਆਂ ਵੱਟ ਕੇ ਜਦੋਂ ਬੀਬੀਆਂ ਫੜਾਉਂਦੀਆਂ ਕਿ ਪੁੱਤ ਆ ਪਹਿਲਾਂ ਜਾ ਕੇ ਉਹ ਮੋਟਰ ਦੇ ਕੋਲੇ ਰੱਖ ਕੇ ਆਓ, ਆ ਪਹਿਲਾਂ ਜਾ ਕੇ ਉਹ ਖੇਤ ਦੇ ਕੋਲੇ ਰੱਖ ਕੇ ਆਓ, ਫਲਾਨੀ ਨਿਆਈਆਂ ਵਾਲੇ ਖੇਤ ਦੇ ਕੋਲ ਵੀ ਰੱਖਿਆ ਆਓ। ਮੈਨੂੰ ਲੱਗਦਾ ਸੀ ਕਿ ਉਹ ਜਿਹੜਾ ਸਾਡਾ ਇਤਿਹਾਸ ਹੈ, ਜਿਹੜੀਆਂ ਚੀਜ਼ਾਂ ਸਾਡੇ ਨਾਲ ਨਾਲ ਤੁਰੀਆਂ, ਜੋ ਸਾਡੇ ਦਿਲ ਦੇ ਨੇੜੇ ਹੈ, ਉਹ ਸਾਰਾ ਕੁਝ ਝਰੀਟਿਆ ਜਾ ਰਿਹਾ ਹੈ, ਉਹ ਸਾਰਾ ਕੁਝ ਵਲੂੰਦਰਿਆ ਜਾ ਰਿਹਾ। ਮੈਂ ਸੋਚ ਰਿਹਾ ਸੀ ਕਿ ਬੀਬੀਆਂ ਸਿਆਲ 'ਚ ਜਦੋਂ ਥੋੜੀ ਜਿਹੀ ਧੁੱਪ ਲੱਗਦੀ ਹੈ 11 ਵਜੇ ਨੂੰ, ਜਿੱਦਾਂ ਹੀ ਰੋਟੀ ਟੁੱਕ ਕਰਕੇ ਵਿਹਲੀਆਂ ਹੁੰਦੀਆਂ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਬੀਬੀਆਂ ਨੇ ਕੱਪੜਾ ਇੱਕ ਫੜਨਾ, ਨਾਲ ਗੁਆਂਢਣ ਨੂੰ ਵੀ ਬਾਜ਼ ਮਾਰਨੀ, ਆ ਜਾ ਸਾਗ ਬਥੇਰਾ ਹੋਇਆ ਆ, ਤੂੰ ਵੀ 2 ਚੀਰਨੀਆਂ ਉੱਥੋਂ ਤੋੜ ਲਿਆਈ। ਤੇ ਬੀਬੀਆਂ ਨੇ ਨਾਲੇ ਪੰਜਾਂ ਚੌਂ ਜਾਂਦੀਆਂ ਨੇ ਗੱਲਾਂ ਬਾਤਾਂ ਕਰੀ ਜਾਣੀਆਂ, ਨਾਲੇ ਆਪਦੇ ਖੇਤ ਦੇ ਵਿੱਚੋਂ ਸਰੋਂ ਦਾ ਸਾਗ ਤੋੜਨਾ, ਨਾਲ 4 ਕਮੂਲੀਆਂ ਤੇ 2 ਸ਼ਲਗਮ ਵੀ ਪੱਟ ਲਿਆਉਣੇ। ਸੰਧਾਲੀਆ ਸਾਹਿਬ, ਕੀ ਉਹ ਸਾਰੀਆਂ ਚੀਜ਼ਾਂ 5-7-8 ਸਾਲਾਂ ਤੱਕ ਸਾਡੀਆਂ ਰਹਿਣਗੀਆਂ, ਜਾਂ ਉਹ ਦੀਵਾ ਜਗਦਾ ਸੀ ਜਿਹੜਾ ਖੇਤ ਦੀ ਮੋਟਰ ਤੇ, ਜਾਂ ਜਿਹੜਾ ਦਲੀਆ ਚੜਾਇਆ ਜਾਂਦਾ ਸੀ ਖੇਤ ਦੀ ਵੱਟ ਦੇ ਉੱਤੇ ਮੋਟਰ ਦੇ ਕੋਲੇ, ਜਾਂ ਉਹ ਜਿਹੜਾ ਸਾਗ ਅਸੀਂ ਖੇਤ ਦੇ ਵਿੱਚੋਂ ਐਨ ਉਸ ਵੇਲੇ ਦਾ ਤਾਜ਼ਾ ਸਾਗ ਤੋੜ ਕੇ ਅਸੀਂ ਬਣਾਉਂਦੇ ਸੀ ਤੇ ਬੀਬੀਆਂ ਘਰ ਦੇ ਵਿੱਚ ਆ ਕੇ ਘੋਟਾ ਫੇਰਦੀਆਂ ਸੀ, ਕਿਤੇ ਅਸੀਂ ਰੇਹੜੀਆਂ ਤੋਂ ਲੈਣ ਜੋਗੇ ਨਾ ਰਹਿ ਜਾਈਏ। ਟਿੱਪਣੀ ਬਾਠ ਸਾਹਿਬ, ਇਹ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨਾ, ਇਹ 100% ਸੱਚ ਆ ਤੇ ਤੁਸੀਂ ਤਾਂ ਜੇ ਕਹਿੰਦੇ ਹੋ ਕਿ ਕਈ ਸਾਲਾਂ ਤੱਕ ਸ਼ਾਇਦ ਇਹ ਤਸਵੀਰ ਕਲੀਅਰ ਹੋਵੇ, ਪਰ ਮੈਨੂੰ ਲੱਗਦਾ ਕਿ ਤਸਵੀਰ ਕਲੀਅਰ ਹੋਣ ਲੱਗ ਗਈ। ਹੁਣ ਜੇ ਆਪਾਂ ਕੱਲ੍ਹ ਦੇ ਦਿਨ ਦੀ ਘਟਨਾ ਦੀ ਗੱਲ ਕਰੀਏ ਤਾਂ ਬਾਦਲ ਪਿੰਡ 'ਚ ਜਿਹੜਾ ਧਰਨਾ ਲੱਗਿਆ ਸੀ ਤੇ ਉੱਥੇ ਇੱਕ ਕਿਸਾਨ ਜ਼ਹਿਰ ਖਾਣ ਤੋਂ ਬਾਅਦ ਆਪਣੇ ਨਾਲਦਿਆਂ ਨੂੰ ਕਹਿੰਦਾ ਕਿ ਮੈਨੂੰ ਪਾਣੀ ਪਿਆ ਦਿਓ। ਪੁੱਛਦੇ ਵੀ ਹੋਇਆ ਕੀ, ਤੇ ਉਹ ਕਹਿੰਦੇ ਕਿ ਵੀ ਮੈਂ ਉਹ ਟਿੱਕੀ ਨਿਗਲ ਲਈ ਆ। ਉਸ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਤੇ ਅਖੀਰ ਉਹ ਪ੍ਰਾਣ ਤਿਆਗ ਜਾਂਦਾ। ਉਸ ਬੰਦੇ ਦੇ ਮਨ ਦੇ ਵਿੱਚ ਇਹ ਸਾਰਾ ਕੁਝ ਆ ਗਿਆ ਹੋਣਾ ਕਿ ਜਿਹੜੀ ਤਸਵੀਰ ਹੁਣੇ ਤੁਸੀਂ ਪੇਸ਼ ਕੀਤੀ ਆ। ਐਵੇਂ ਨਹੀਂ ਕਿਸੇ ਦਾ ਮਨ ਕਰਦਾ ਵੀ ਹਾਂ ਹੁਣ ਜੇ ਮੈਂ ਘਰੋਂ ਇੱਥੇ ਧਰਨੇ 'ਚ ਆਇਆ ਤੇ ਧਰਨੇ ਤੋਂ ਬਾਅਦ ਮੈਂ ਜੀਵਨ ਲੀਲਾ ਇੱਥੇ ਹੀ ਖਤਮ ਕਰ ਦੇਵਾਂ। ਉਹਨੂੰ ਲੱਗਿਆ ਕਿ ਸਾਰਾ ਕੁਝ ਖਤਮ ਹੋ ਗਿਆ ਤੇ ਹੁਣ ਗਾਂ ਮੇਰੇ ਵੀ ਜੀਣ ਦਾ ਕੋਈ ਰਹਿ ਨਹੀਂ ਗਿਆ। ਇਸ ਕਰਕੇ ਹੀ ਉਹਨੇ ਇਹ ਫੈਸਲਾ ਲਿਆ ਹੋਊਗਾ, ਕਿਉਂਕਿ ਜਿਹੜੀ ਤਸਵੀਰ ਤੁਸੀਂ ਦਿਖਾ ਰਹੇ ਹੋ ਨਾ, ਇਹ ਤਸਵੀਰ ਹੌਲੀ ਹੌਲੀ ਹਰੇਕ ਨੂੰ ਨਜ਼ਰ ਆਉਣ ਲੱਗ ਪਈ ਤੇ ਉਹਦਾ ਜੋ ਆਫਟਰ ਇਫੈਕਟ ਜਾਂ ਜੋ ਉਹਦਾ ਐਂਡ, ਜਿੰਨਾ ਕੌੜਾ ਸੱਚ ਆਪਾਂ ਇੱਥੇ ਬੋਲਦੇ ਹਾਂ, ਉਹ ਕੱਲ ਦਿਸ ਵੀ ਪਿਆ ਜੀ। ਬਿਲਕੁਲ ਸੰਧਾਲੀਆ ਸਾਹਿਬ, ਮੈਂ ਸੋਚ ਰਿਹਾ ਸੀ ਕਿ ਜਦੋਂ
ਦਿੱਲੀ ਦੇ ਵਿੱਚ ਇੱਕ ਡਿਬੇਟ ਚੱਲਦੀ ਸੀ ਨਾ ਸਾਡੀ ਪਾਰਲੀਮੈਂਟ ਦੇ ਵਿੱਚ 2-4 ਦਿਨ ਪਹਿਲਾਂ ਇੱਕ ਗੱਲ ਹੋਈ, ਮੈਨੂੰ ਪਸੀਨਾ ਆ ਰਿਹਾ ਸੀ, ਮੁੜਕਾ ਆਉਣ ਲੱਗ ਪਿਆ ਉਹ ਸੋਚ ਕੇ ਕਿ ਭਾਈ ਕੌਣ ਨੀਤੀ ਬਣਾਉਂਦਾ ਤੇ ਕਿੱਥੇ ਜਾ ਕੇ ਉਹਦੇ ਇਫੈਕਟ ਹੁੰਦੇ ਆ, ਪ੍ਰਭਾਵ ਹੁੰਦੇ ਆ। ਸਵਾਲ ਇੱਕ ਦਿਨ ਪੁੱਛਿਆ ਗਿਆ ਸੀ ਕਿ ਕਿੰਨੇ ਮਜ਼ਦੂਰ ਨੇ ਕੇਂਦਰ ਸਰਕਾਰੇ, ਜਨਤਾ ਦਲ ਯੂਨਾਈਟਿਡ ਨਹੀਂ, ਬੀਜੂ ਜਨਤਾ ਦਲ ਨਵੀਨ ਪਟਨਾਇਕ ਦੀ ਪਾਰਟੀ ਦਾ MP ਪੁੱਛਦਾ ਕਿ ਕਿੰਨੇ ਮਜ਼ਦੂਰ ਲਾਕਡਾਊਨ ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਆਪਣੇ ਘਰਾਂ ਨੂੰ ਜਾਂਦਿਆਂ ਰਾਹ 'ਚ ਦਮ ਤੋੜ ਗਿਆ। ਸਰਕਾਰ ਨੇ ਕਿਹਾ ਸੀ ਸਾਡੇ ਕੋਲੇ ਅੰਕੜਾ ਨਹੀਂ, ਅਸੀਂ ਅੰਕੜਾ ਨਹੀਂ ਰੱਖ ਸਕੇ। ਚਲੋ ਕੋਈ ਗੱਲ ਨਹੀਂ। ਸਵਾਲ ਪੁੱਛਿਆ ਗਿਆ ਕਿ ਕੋਵਿਡ ਦੇ ਦੌਰਾਨ ਲੋਕਾਂ ਦੀ ਕੇਅਰ ਕਰਦੇ ਆ, ਲੋਕਾਂ ਦਾ ਇਲਾਜ ਕਰਦੇ ਆ, ਕਿੰਨੇ ਡਾਕਟਰ ਦਮ ਤੋੜ ਗਏ। ਸਰਕਾਰ ਕਹਿੰਦੀ ਸਾਡੇ ਕੋਲੇ ਅੰਕੜਾ ਨਹੀਂ। ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨੇ ਦੂਜੇ ਦਿਨ 328 ਡਾਕਟਰਾਂ ਦੀ ਲਿਸਟ ਕੱਢ ਕੇ ਰੱਖਤੀ ਕਿ 328 ਡਾਕਟਰ ਨੇ ਉਹ। ਮੈਂ ਸੋਚ ਰਿਹਾ ਸੀ ਕਿ ਜਿਹੜੀਆਂ ਸਰਕਾਰਾਂ ਦੇ ਕੋਲ ਪਿਛਲੇ 6 ਮਹੀਨੇ ਦਾ ਡਾਟਾ ਨਹੀਂ ਹੈਗਾ ਕਿ ਕਿੰਨੇ ਮਜ਼ਦੂਰ ਸੜਕਾਂ ਦੇ ਉੱਤੇ ਘਰੋਂ ਬੇਘਰ ਹੋਏ ਦਮ ਤੋੜ ਗਏ, ਕਿੰਨੇ ਮਜ਼ਦੂਰ ਰੇਲ ਗੱਡੀਆਂ ਦੇ ਹੇਠਾਂ ਆ ਕੇ ਟੋਟੇ ਹੋ ਗਏ ਕਿਉਂਕਿ ਸੜਕਾਂ ਤੇ ਤੁਸੀਂ ਜਾਣ ਨਹੀਂ ਸੀ ਦਿੰਦੇ। ਜੇ ਸਾਡੇ ਕੋਲੇ ਉਹਨਾਂ ਦਾ ਡਾਟਾ ਨਹੀਂ, ਜੇ ਰਜਿਸਟਰਡ ਜਿਹੜੇ ਡਾਕਟਰ ਨੇ ਸਾਡੇ ਕੋਲੇ ਉਹਨਾਂ ਦਾ ਡਾਟਾ ਨਹੀਂ ਕਿ ਮਾਰਚ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਵਿੱਚੋਂ ਕਿੰਨਿਆਂ ਦੀਆਂ ਮੌਤਾਂ ਹੋ ਗਈਆਂ। ਆ ਪੰਜਾਬ ਦੇ ਵਿੱਚ ਜਿਹੜੇ ਅੱਕਾਂ ਵਾਲੀ ਮਾਨਸੇ ਦੇ ਕਿਸਾਨ ਨਿਰਮਲ ਸਿੰਘ ਦੀ ਗੱਲ ਕੀਤੀ ਕਿ ਬਾਦਲ ਪਿੰਡ ਦੇ ਧਰਨੇ ਦੇ ਵਿੱਚ ਉਹ ਸਲਫਾਸ ਖਾ ਕੇ ਜਹਾਨੋਂ ਚਲਾ ਗਿਆ, ਇਹਨਾਂ ਦੇ ਅੰਕੜੇ ਕਿਹਦੇ ਕੋਲੇ ਹੋਣੇ ਆ? ਕਿਸੇ ਕੋ ਨਹੀਂ ਹੋਣੇ ਇਹਨਾਂ ਦੇ ਅੰਕੜੇ। ਉਸ ਬਾਦਲ ਪਿੰਡ ਦੇ ਧਰਨੇ 'ਚ ਆ ਕੇ ਦੇਖਣ ਹੁਮਸ ਕਿੰਨੀ ਹੈ, ਹਵਾੜ ਕਿੰਨੀ ਹੈ, ਕਨਾਤ ਲਾਈ ਹੈ ਜਦੋਂ ਸੂਰਜ ਉੱਪਰਲੇ ਪਾਸਿਓਂ ਟਿੱਕੀ ਬਿਲਕੁਲ ਚੜੀ ਹੁੰਦੀ ਹੈ, ਉਸ ਵੇਲੇ ਕਿਹੋ ਜਿਹਾ ਮਾਹੌਲ ਹੁੰਦਾ ਹੈ। ਇੱਕ ਸੱਜਣ ਨੇ ਟਿੱਪਣੀ ਕੀਤੀ ਸੋਸ਼ਲ ਮੀਡੀਆ ਤੇ, ਸੰਧਾਲੀਆ ਸਾਹਿਬ, ਬਹੁਤ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਹੈ। ਉਹ ਕਹਿੰਦੇ ਲੈ ਇਹ ਕਿਸਾਨ ਜਿਹੜੇ ਆ ਕਰਜ਼ੇ ਕਰਕੇ ਥੋੜੀ ਮਰਦੇ ਆ, ਇਹ ਤਾਂ ਬੇਤਹਾਸ਼ਾ ਵਿਆਹਾਂ ਤੇ ਖਰਚ ਕਰਦੇ ਆ, ਇਹ ਤਾਂ ਅਯਾਸ਼ੀਆਂ ਕਰਦੇ ਆ, ਇਹ ਤਾਂ ਫਲਾਨੀਆਂ ਕਰਦੇ ਆ, ਇਹ ਤਾਂ ਐਂ ਕਰਦੇ ਆ, ਕਿਸਾਨ ਤਾਂ ਮਰਦੇ ਆ। ਜੇ ਮਿਹਨਤਾਂ ਕਰਨ ਤੇ ਇਹਨਾਂ ਦੇ ਸਿਰ ਦੇ ਉੱਤੇ ਕਰਜ਼ਾ ਨਹੀਂ ਚੜਨਾ। ਮੈਂ ਇੰਨੀ ਕੁ ਗੱਲ ਦੱਸਦਿਆਂ, ਹੋ ਸਕਦਾ ਮੈਂ ਗਲਤ ਹੋਵਾਂ ਤਾਂ ਮਾਨਸਾ ਜ਼ਿਲ੍ਹੇ ਦੇ ਉਸ ਪਿੰਡ ਦੇ ਲੋਕ, ਜੇ ਕੋਈ ਸਾਨੂੰ ਉਹਦਾ ਸੱਜਣ ਮਿੱਤਰ ਸੁਣਦਾ ਤਾਂ ਟਿੱਪਣੀ ਕਰ ਦਿਓ। 3 ਭਰਾ ਸੀ ਸੰਧਾਲੀਆ ਸਾਹਿਬ, 6-7 ਏਕੜ ਹੀ ਕਹਿੰਦੇ ਜ਼ਮੀਨ ਆ, ਵਿਆਹ ਨਹੀਂ ਹੋਇਆ, 50-55 ਤੋਂ ਉੱਪਰ ਟੱਪਿਆ ਹੋਇਆ ਉਹ ਬੰਦਾ, ਇੱਕੋ ਹੀ ਵਿਆਹ ਹੋਇਆ ਭਰਾ। ਮਾਲਵੇ ਦੇ ਵਿੱਚ ਹਾਲਾਤ ਵਿੱਤੀ ਤੌਰ ਤੇ ਛੋਟੇ ਕਿਸਾਨ ਦੇ ਕਿੰਨੇ ਆ? 2 ਏਕੜ ਆਉਂਦੀ ਐਵਰੇਜ, 2-2.25 ਏਕੜ, ਕਰਜ਼ਾ 12-13 ਲੱਖ ਚੜਿਆ ਹੋਇਆ। ਜੇ ਉਹਦਾ ਕੱਪੜਾ ਲੱਤਾ, ਉਹਦਾ ਕਮੀਜ਼ ਪਜਾਮਾ ਸਿਰ ਤੇ ਬੰਨਿਆ ਹੋਇਆ ਪਰਨਾ ਜਾਂ ਆਪਾਂ ਪੱਗ ਦੇਖ ਲਈਏ, ਉੱਥੋਂ ਹੀ ਪਤਾ ਲੱਗ ਜਾਂਦੀ ਹੈ ਕਿ ਕਿਸਾਨ ਦੀ ਹਾਲਤ ਕੀ ਹੈ। ਜੇ 2-4-5% ਕਿਸਾਨਾਂ ਨੇ ਗਲਤੀਆਂ ਕੀਤੀਆਂ, ਆਪਾਂ ਸਾਰਿਆਂ ਦੇ ਸਿਰ ਜਿਹੜਾ ਤੋੜਾ ਝਾੜ ਦਿੰਨੇ ਆ। ਲਿਖਣ ਲੱਗਿਆਂ, ਬੋਲਣ ਲੱਗਿਆਂ ਥੋੜੀ ਬਹੁਤ ਸੋਚ ਵਿਚਾਰ ਜਿਹੜੀ ਹੈ ਉਹ ਸਾਨੂੰ ਕਰਨੀ ਜ਼ਰੂਰ ਚਾਹੀਦੀ ਹੈ। ਤੁਸੀਂ ਵੀ ਸੰਧਾਲੀਆ ਸਾਹਿਬ ਮੈਨੂੰ ਦੱਸਿਓ ਜ਼ਰੂਰ, ਕੀ ਪੰਜਾਬ ਦੇ ਪਿੰਡਾਂ 'ਚ ਇਦਾਂ ਦੇ ਕਿਸਾਨ ਨਹੀਂ ਹੈਗੇ ਜਿਨ੍ਹਾਂ ਤੋਂ ਸਾਰੀ ਉਮਰ ਸਕੂਟਰ ਨਹੀਂ ਨਵਾਂ ਲਿਆ ਹੁੰਦਾ? ਉਹਨਾਂ ਨੇ ਵੱਡੀਆਂ ਗੱਡੀਆਂ ਦੇ ਉੱਤੇ ਲਿਫਾਫੇਬਾਜ਼ੀ ਕੀ ਕਰਨੀ ਹੈ? ਇਹ WhatsApp ਇਹ ਗੱਲ ਬਿਲਕੁਲ ਸਹੀ ਹੈ। ਕਾਰਨ ਪਤਾ ਕੀ ਹੈ, ਜਿਹੜਾ ਸੋਸ਼ਲ ਮੀਡੀਆ ਵਾਲਾ ਚਸਕਾ ਨਾ, ਇਹਦੇ ਤੋਂ ਤੇ ਮੇਰਾ ਖਿਆਲ ਆਪਾਂ ਨੂੰ ਬਚਣ ਦੀ ਲੋੜ ਹੈ। ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈ ਉਹਦੇ ਤੇ ਕੱਲਾ ਬੰਦਾ ਕਿਸਾਨਾਂ ਦਾ ਸੰਘਰਸ਼ ਨਹੀਂ ਨਾ ਦੇਖਦਾ। ਉਹ ਤਾਂ ਹੋ ਸਕਦਾ ਕਿ ਉਦੋਂ ਬੰਦਾ 5-7 ਮਿੰਟ ਪਹਿਲਾਂ, ਹੋ ਸਕਦਾ ਮੇਰੀ ਸ਼ਬਦਾਵਲੀ ਅੱਜ ਬੁਰੀ ਲੱਗੇ, 5-7 ਮਿੰਟ ਪਹਿਲਾਂ ਹੋ ਸਕਦਾ ਕਿ ਕੋਈ ਕਿਸੇ ਨਾਲ ਚੈਟ ਕੀਤੀ ਹੋਵੇ ਤੇ ਉਸ ਤੋਂ ਬਾਅਦ ਬੰਦਾ ਕਿਸੇ ਇੱਧਰ ਉੱਧਰ ਘੁੰਮਣ ਫਿਰਨ ਦੇ ਪਲਾਨ ਬਣਾਉਣ ਤੋਂ ਬਾਅਦ 3-4 ਜਿਹੜੇ ਚੱਕਵੇਂ ਜੇ ਗਾਣੇ, ਜਿੱਦਾਂ ਦੇ ਕਿ ਸਿੰਗਰ ਸਾਹਿਬ ਕਹਿੰਦੇ ਆ ਕਿ ਚੱਲਦੇ ਆ, ਕਿਉਂਕਿ ਉਹਦੇ ਵਿੱਚ ਚੰਗੀ ਮਹਿੰਗੀ ਮੰਗਵੀਂ ਗੱਡੀ, 5-4 ਬੰਦੇ ਬੰਬੇ ਤੋਂ ਲਿਆ ਲਿਓ ਕੇ ਸੈੱਟ ਸੁੱਟ ਬਣਾ ਕੇ ਤੇ ਆਪਣੇ ਡਿਫੂਸ ਪੁਣੇ ਦੇ ਗਾਣੇ ਗਾ ਕੇ ਮੈਂ ਫਲਾਨਾ, ਮੈਂ ਟਿਮਕਾ ਤੇ ਜੱਟ ਨੂੰ ਐ ਤੇ ਜੱਟ ਨੂੰ ਜਿਉਂ, ਜਦੋਂ ਸਾਰਾ ਕੁਝ ਸੁਣਿਆ ਹੋਵੇ ਤਾਂ ਜਦੋਂ ਉਹ ਬੰਦੇ ਦੇ ਮਨ ਤੇ ਸਾਰਾ ਪ੍ਰਭਾਵ ਹੁੰਦਾ ਨਾ, ਤੇ ਆਪਣੀ ਕਿਤੇ ਖਬਰ ਜਾਂ ਆਪਣੀ ਕੋਈ ਕਿਸਾਨਾਂ ਦੀ ਗੱਲ ਕਿਤੇ ਸਾਹਮਣੇ ਆ ਗਈ ਹੋਊ ਤੇ ਫਿਰ ਉਹ ਖਿੱਚ ਕੇ ਹੀ ਲਿਖੇਗਾ ਕਿ ਦੇਖੋ ਜੀ ਮੈਂ ਤਾਂ ਇਸ ਵਕਤ ਇੰਜੋਏ ਕਰ ਰਿਹਾ ਤੇ ਜਿਹੜੇ ਬੰਦੇ ਵਿੱਚ ਚੀਕਾਂ ਮਾਰ ਰਹੇ ਇਹ ਤਾਂ ਆਪ ਦੋਸ਼ੀ ਨੇ। ਇਸ ਕਰਕੇ ਸੋਸ਼ਲ ਮੀਡੀਆ ਦੇਖ ਕੇ ਜਾਂ ਜਿਹੜੇ ਉਹ ਬੰਦੇ ਦੇ ਉੱਥੇ ਆਪਣੇ ਮਹਿੰਗੇ ਘਰ 'ਚ ਜਾਂ ਮਹਿੰਗੇ ਗੱਦੇ ਤੇ ਬੈਠ ਕੇ ਕੀਤੇ ਹੋਏ ਕਮੈਂਟ ਦੇ ਉੱਪਰ ਮੇਰੇ ਖਿਆਲ ਨਾਲ ਆਪਾਂ ਨੂੰ ਖਿਜਣ ਦੀ ਲੋੜ ਨਹੀਂ, ਕਿਉਂਕਿ ਇੱਦਾਂ ਦੇ ਬੰਦੇ ਬਹੁਤ ਨੇ ਜਿਨ੍ਹਾਂ ਨੂੰ ਇਹ ਸੋਝੀ ਹੀ ਨਹੀਂ ਲਿਆ ਸਕਦੇ ਤੁਸੀਂ ਕਿ ਵੀ ਅਸਲ ਦੇ ਵਿੱਚ ਸੱਚਾਈ ਹੋ ਕੀ ਰਹੀ ਹੈ। ਆਪਾਂ ਜੇ ਨੈਸ਼ਨਲ ਮੀਡੀਆ ਵਾਲੇ ਪਾਸੇ ਕੱਲ੍ਹ ਵੀ ਆਏ ਸੀ, ਅੱਜ ਮੈਂ ਨਹੀਂ ਚਾਹੁੰਦਾ ਉਸ ਪਾਸੇ ਜਾਵਾਂ। ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਕੋਸ਼ਿਸ਼ ਕਰਾਂਗੇ ਕਿ ਉਸ ਪਾਸੇ ਚੱਲੀਏ, ਕਿਉਂਕਿ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ, ਜਿਸ ਤਰੀਕੇ ਨਾਲ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਉਹ ਇੱਕ ਵੱਖਰੀ ਦੁਨੀਆ ਲੱਗਦੀ ਹੈ। ਤੇ ਜੇ ਉਹ ਗੱਲਾਂ ਸੁਣ ਲਈਏ ਤੇ ਧਰਮੀ ਗੱਲ ਆਪਾਂ ਨੂੰ ਇਹ ਜਾਪਣਾ ਕਿ ਯਾਰ ਪੰਜਾਬ ਦੇ ਲੋਕ ਤਾਂ ਕਮਲੇ ਆ, ਖਾਸ ਕਰਕੇ ਕਿਸਾਨ ਤਾਂ ਜਮਾਂ ਹੀ ਕਮਲੇ ਆ, ਜਿਹੜੇ ਏਡਾ ਵਧੀਆ ਬਿੱਲ ਆ ਉਹਦਾ ਵਿਰੋਧ ਕਰੀ ਜਾਂਦੇ ਆ। ਜੇ ਤੁਸੀਂ ਕੱਲ੍ਹ ਮੋਦੀ ਸਾਹਿਬ ਦਾ ਭਾਸ਼ਣ ਸੁਣਿਆ ਹੋਵੇ ਤਾਂ ਉਹ ਤਾਂ ਜਮਾਂ ਹੀ ਇੱਦਾਂ ਸੀ ਵੀ ਉਹ ਹੋ ਆਹ ਤਾਂ ਰਾਜਨੀਤੀ ਕਰ ਰਹੇ ਲੋਕ। ਹਰਸਿਮਰਤ ਬਾਦਲ ਹੋਰਾਂ ਦਾ ਅਸਤੀਫਾ ਅਕਾਲੀ ਦਲ ਕਹਿੰਦਾ ਕੁਰਬਾਨੀ ਆ, ਤੇ ਕੱਲ੍ਹ ਮੋਦੀ ਸਾਹਿਬ ਦੇ ਭਾਸ਼ਣ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਲੋਕ ਰਾਜਨੀਤੀ ਕਰ ਰਹੇ ਨੇ। ਅੱਛਾ, ਹੁਣ ਜੇ ਆਪਾਂ ਉਸ ਤਰੀਕੇ ਨਾਲ ਦੇਖੀਏ, ਆਪਾਂ ਅਕਾਲੀ ਦਲ ਜਾਂ BJP ਦੀ ਰਾਜਨੀਤੀ 'ਚ ਨਹੀਂ ਪੈਂਦੇ, ਪਰ ਮੋਦੀ ਸਾਹਿਬ ਦੇ ਕੋਲ ਤਾਂ ਇੱਕ ਅਹੁਦਾ ਨਾ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਹੈ ਤੇ ਜਿਨ੍ਹਾਂ ਦਾ ਕੰਮ ਹੈ ਕਿ ਦੇਸ਼ ਦੀ ਕੋਈ ਗਲੀ ਨੁੱਕਰ 'ਚ ਰਹਿੰਦਾ ਗਰੀਬ ਤੋਂ ਗਰੀਬ, ਮਾੜੇ ਤੋਂ ਮਾੜਾ ਵੀ ਆ,
ਉਹਦੇ ਕੀ ਆਰਥਿਕ ਹਾਲਾਤ ਨੇ ਜਾਂ ਕੀ ਉਹਦੀ ਜ਼ਿੰਦਗੀ ਆ, ਕੀ ਉਹਦਾ ਜੀਵਨ ਆ, ਉਹਦੇ ਤੇ ਮੇਰੇ ਲਈ ਫੈਸਲਿਆਂ ਦਾ ਫਰਕ ਪਏਗਾ। ਤੇ ਜੇ ਉਹ ਵੀ ਇਸ ਤਰ੍ਹਾਂ ਸੋਚਦੇ ਨੇ ਕਿ ਵੀ ਹਾਂ ਭਾਈ ਸਾਹਿਬ ਇਹ ਸਾਰਾ ਕੁਝ ਸਿਆਸਤੀ ਕੀਤੀ ਜਾ ਰਹੀ ਹੈ, ਤੇ ਫਿਰ ਬਚਣਾ ਕੀ ਹੈ? ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਦੇਸ਼ ਦਾ ਸਿਰੇ ਦਾ ਬੰਦਾ, ਦੇਸ਼ ਦਾ ਸਿਖਰਲਾ ਬੰਦਾ, ਦੇਸ਼ ਦਾ ਮੁਖੀਆ, ਦੇਸ਼ ਦਾ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਦਮੋਦਰ ਦਾਸ ਮੋਦੀ ਸਾਹਿਬ ਇਹ ਕਹਿਣਗੇ ਕਿ ਭਾਈ ਗੱਲੇ ਹੀ ਬਹੁਤ ਵਧੀਆ। ਸੰਧਾਲੀਆ ਸਾਹਿਬ, ਜੇ ਤੁਸੀਂ ਜ਼ਿਕਰ ਕੀਤਾ, ਮੈਂ ਹੈਰਾਨ ਹੁੰਦਾ ਸੀ ਥੋੜ੍ਹਾ ਜਿਹਾ ਕਿ ਕਿਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ। ਉਹਨਾਂ ਦੇ ਟਵੀਟ ਦੇ ਵਿੱਚ ਵੀ ਉਹਨਾਂ ਨੇ ਕਈ ਕੁਝ ਲਿਖਿਆ ਹੋਇਆ ਕਿ ਦੇਸ਼ ਦੇ ਕਿਸਾਨਾਂ ਨੂੰ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਦਾ ਮੌਕਾ ਦੇਗਾ ਇਹ ਕਾਨੂੰਨ। ਦੇਸ਼ ਦੇ ਕਿਸਾਨ ਨੂੰ ਖੁੱਲੀ ਮੰਡੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੇਚਣ ਦਾ ਮੌਕਾ ਦੇਗਾ ਇਹ ਕਾਨੂੰਨ ਜਾਂ ਇਹ 3 ਕਾਨੂੰਨ। ਪਹਿਲੀ ਗੱਲ ਹੈ ਕਿ ਇਹ ਧਾਰਨਾ ਜਿਹੜੀ ਹੈ ਬਹੁਤ ਸਾਰੇ ਲੋਕਾਂ ਨੇ, ਖਾਸ ਤੌਰ ਦੇ ਉੱਤੇ ਸੱਤਾਧਾਰੀ ਧਿਰ ਦੇ ਲੋਕਾਂ ਨੇ ਪੇਸ਼ ਕੀਤੀ। ਪਰ ਮੈਂ ਇੰਨੀ ਕੁ ਗੱਲ ਜ਼ਰੂਰ ਦੱਸ ਦਿਆਂ ਕਿ ਭਾਰਤ ਦੇ ਸਿਰਫ 6% ਲੋਕ ਨੇ ਜਿਨ੍ਹਾਂ ਨੂੰ ਵੱਜਵਾਂ ਮੁੱਲ ਮਿਲਦਾ। 94% ਕਿਸਾਨ ਤਾਂ ਪਹਿਲਾਂ ਹੀ ਖੁੱਲੀ ਮੰਡੀ ਦੇ ਵਿੱਚ ਆ। ਜਿਹੜੇ 94% ਕਿਸਾਨ ਪਹਿਲਾਂ ਹੀ ਖੁੱਲੀ ਮੰਡੀ ਦੇ ਵਿੱਚ ਆ, ਇਹਦਾ ਮਤਲਬ ਇੱਕ ਗੱਲ ਤਾਂ ਤੈਅ ਹੋ ਗਈ ਕਿ ਸਾਰੇ ਦੇਸ਼ ਦੇ ਕਿਸਾਨਾਂ ਲਈ ਕਾਨੂੰਨ ਨਹੀਂ ਹੈਗਾ, ਉਹ ਤਾਂ ਪਹਿਲਾਂ ਹੀ ਖੁੱਲੇ ਨੇ। ਇਹ ਸਿਰਫ ਤੇ ਸਿਰਫ ਪੰਜਾਬ, ਹਰਿਆਣਾ ਤੇ 5-7-10 ਹੋਰ ਜ਼ਿਲ੍ਹਿਆਂ ਦੇ ਲਈ ਕਾਨੂੰਨ ਆ। ਜੇ ਆਪਾਂ 6% ਕਿਸਾਨਾਂ ਦੇ ਉੱਤੇ ਜਿਹੜੀ ਚੀਜ਼ ਨੇ ਪ੍ਰਭਾਵ ਪਾਉਣਾ, ਉਹਨੂੰ ਆਪਾਂ ਸਾਰੀ ਦੁਨੀਆ ਦਾ ਕਾਨੂੰਨ ਜਾਂ ਸਾਰੇ ਦੇਸ਼ ਦੇ ਲੋਕਾਂ ਦਾ ਜਾਂ ਕਿਸਾਨਾਂ ਦਾ ਕਾਨੂੰਨ ਆਖਾਂਗੇ ਤਾਂ ਉਹ ਬੜੀ ਅਜੀਬ ਗੱਲ ਹੈ। ਦੂਸਰੀ ਗੱਲ, ਜੇ ਤਾਂ ਸੰਧਾਲੀਆ ਸਾਹਿਬ ਉਹ ਬਿਹਾਰ ਦੇ ਕਿਸਾਨ, ਯੂਪੀ ਦੇ ਕਿਸਾਨ, ਮੱਧ ਪ੍ਰਦੇਸ਼ ਦੇ ਕਿਸਾਨ, ਜਿਹੜਾ ਉੜੀਸਾ ਦੇ ਕਿਸਾਨ, ਕਰਨਾਟਕ, ਤਾਮਿਲਨਾਡੂ ਤੇ ਮਹਾਰਾਸ਼ਟਰ ਦੇ ਕਿਸਾਨ ਜਿਹੜੇ ਵੈਸੇ ਹੀ ਖੁੱਲੀ ਮੰਡੀ 'ਚ ਹੈ, ਜੇ ਤਾਂ ਉਹ ਪਹਿਲਾਂ ਹੀ ਖੁਸ਼ਹਾਲ ਹੋ ਗਏ ਆ, ਜੇ ਮੱਧ ਪ੍ਰਦੇਸ਼ ਤੇ ਮੰਦਸੌਰ ਦੇ ਵਿੱਚ ਕਦੇ ਕਿਸਾਨਾਂ ਨੇ ਖੁਦਕੁਸ਼ੀਆਂ ਨਹੀਂ ਕੀਤੀਆਂ, ਫਿਰ ਤਾਂ ਸਾਨੂੰ ਵੀ 4 ਤਾੜੀਆਂ ਮਾਰ ਦੇਣੀਆਂ ਚਾਹੀਦੀਆਂ, ਸਾਨੂੰ ਵੀ ਸਵਾਗਤ ਕਰ ਦੇਣਾ ਚਾਹੀਦਾ। ਪਰ ਜੇ ਉਧਰਲੇ ਪਾਸੇ ਪਹਿਲਾਂ ਹੀ ਖੁਸ਼ਹਾਲੀ ਨਹੀਂ ਹੋਈ, ਸਾਡੇ ਵਾਲੇ ਪਾਸੇ ਤੰਬੂ ਜ਼ਰੂਰ ਤਾਣ ਦੇਣਗੇ। ਇਹ ਬਿਲਕੁਲ ਇਹ ਜਿਹੜਾ ਮੁੱਦਾ ਹੈ, ਅਸਲ ਦੇ ਵਿੱਚ ਲੜਾਈ ਦੀ ਜੜ ਇਹ ਹੈ, ਕਿਉਂਕਿ ਜਿਹੜੇ ਵੀ ਬੰਦੇ ਇਸ ਵਕਤ ਸਿਆਸਤ ਕਰ ਰਹੇ ਨੇ, ਜਾਂ ਜਿਹੜੀ ਕਿ ਵੱਡੀ ਧਿਰ ਹੈ, ਵੱਡੀ ਧਿਰ ਦੀ ਇਸ ਵਕਤ ਕਹਿ ਲਓ ਕਿ ਵੀ 7ਵੀਂ 100 ਵਾਲੀ ਗੱਲ ਹੈ। ਇਸੇ ਕਰਕੇ ਤਾਂ ਉਹ ਕਹਿੰਦੇ ਵੀ ਭਾਈ ਸਾਹਿਬ ਕੋਈ ਅਸਤੀਫਾ ਦੇ ਜਾਵੇ, ਕੋਈ ਸੜਕਾਂ ਤੇ ਮਰੇ, ਕੋਈ ਲਿਟੇ, ਕੋਈ ਵਿਰੋਧ ਕਰੇ, ਜੋ ਮਰਜ਼ੀ ਕਰੇ, ਆਪਾਂ ਬਹੁਤ ਵੱਡੀ ਗੱਲ ਕਰ ਦਿੱਤੀ ਹੈ। ਤੇ ਇਹ ਸਾਰੇ ਕੁਝ ਦਾ ਉਹ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਨੇ ਕਿ ਦੇਖੋ ਜੀ ਆਹ ਇੱਕ ਐਸਾ ਕੰਮ ਕਰਤਾ ਜਿਹੜਾ ਹੁਣ ਤੱਕ ਦੇ ਇਤਿਹਾਸ 'ਚ ਹੋਇਆ ਹੀ ਨਹੀਂ। ਇਹ ਜਿਹੜੀ ਲਾਈਨ ਹੈ ਇਹਨੂੰ ਆਪਾਂ ਇਨਵਰਟਡ ਕੌਮਿਆਂ 'ਚ ਕਰ ਲਈਏ, ਕਿਉਂਕਿ ਭਾਜਪਾ ਸਰਕਾਰ ਜਦੋਂ ਦੀ ਬਣੀ ਆ, ਖਾਸ ਕਰਕੇ ਮੋਦੀ ਸਾਹਿਬ ਕੋਲੇ ਕੁਰਸੀ ਆਈ ਹੈ, ਤਾਂ ਉਦੋਂ ਤੋਂ ਜਿਹੜਾ ਵੀ ਕੰਮ ਕਰ ਰਹੇ ਨੇ ਉਹਦੇ ਬਾਰੇ ਇਹੀ ਕਿਹਾ ਜਾਂਦਾ ਕਿ ਇਹ ਇਤਿਹਾਸਕ ਕੰਮ ਉਹਨਾਂ ਨੇ ਕਰ ਦਿੱਤਾ, ਇਸ ਤੋਂ ਪਹਿਲਾਂ ਕਦੀ ਨਹੀਂ ਸੀ ਹੋਇਆ। ਤੇ ਹੁਣ ਜਿੱਦਾਂ ਆਪਾਂ ਇਸ ਚੀਜ਼ ਦੇ ਅੰਕੜਿਆਂ ਦੀ ਗੱਲ ਕਰਦੇ, ਜਿਹੜੀ ਗੱਲ ਤੁਸੀਂ ਇਹ ਛੇੜੀ ਸੀ, ਮੈਂ ਚਾਹੁੰਦਾ ਆਪਾਂ ਥੋੜ੍ਹੀ ਜਿਹੀ ਹੋਰ ਐਲੈਬੋਰੇਟ ਕਰੀਏ। ਹੁਣ ਇਹ ਸੋਚ ਕੇ ਦੇਖਿਆ ਜਾਵੇ ਕਿ ਵੀ 94%, ਇੱਕ ਤਾਂ ਹੁੰਦਾ ਨਾ 50-50% ਦਾ ਫਰਕ ਹੋਵੇ, ਫਿਰ ਤਾਂ ਚਲੋ ਬੰਦਾ ਸਮਝਦਾ ਵੀ ਯਾਰ 50% ਲੋਕ ਪਹਿਲਾਂ ਇਸ ਢਾਂਚੇ 'ਚ ਸੀ, 50% ਇਸ ਢਾਂਚੇ 'ਚ ਸੀ, ਇਸ ਢਾਂਚੇ ਦਾ ਨੁਕਸਾਨ ਹੈ, ਇਸ ਕਰਕੇ ਜਿਹੜੇ ਬਾਕੀ ਦੇ 50% ਆਪਾਂ ਉਹਨਾਂ ਨੂੰ ਵੀ ਉਸ ਪਾਸੇ ਲੈ ਕੇ ਆਉਂਦੇ ਹਾਂ ਤਾਂ ਜੋ ਉਹ ਵੀ ਫਾਇਦੇ 'ਚ ਚਲੇ ਜਾਣ। ਪਰ ਇੱਥੇ ਕੀ ਹੈ ਕਿ 6% ਜਿਹੜੇ ਨੇ ਉਹਨਾਂ ਦੇ ਨਾਲ ਜਿਹੜੀ ਚੀਜ਼ ਹੋ ਰਹੀ ਹੈ, ਜਾਂ ਉਹਨਾਂ ਨੂੰ MSP ਮਿਲ ਰਹੀ ਹੈ, ਜਾਂ ਮੰਡੀ ਦਾ ਢਾਂਚਾ ਵਧੀਆ, ਜਾਂ ਸਰਕਾਰੀ ਖਰੀਦ ਹੁੰਦੀ ਆ, ਉਹਨੂੰ ਇਹ ਵੀ ਲੱਗਦਾ ਕਿ ਵੀ ਸਰਕਾਰ ਨੇ ਇੱਕ ਕੀਮਤ ਤੈਅ ਕਰ ਦਿੱਤੀ ਹੈ, ਜਦੋਂ ਮੈਂ ਮੰਡੀ 'ਚ ਜਾਊਂਗਾ ਮੇਰੀ 2 ਦਿਨਾਂ 'ਚ ਉਹ ਜਿਣਸ ਵਿਕ ਜਾਊਗੀ, ਤੇ ਜਿਹੜਾ ਰੋਟੀ ਪਾਣੀ ਦਾ ਮੇਰਾ ਸਿਲਸਿਲਾ ਹੈ ਉਹ ਚੱਲਦਾ ਰਹੂਗਾ। ਜੇ ਉਹ 6% ਠੀਕ ਚੱਲ ਰਿਹਾ, ਤੇ ਫਿਰ 94% ਜਿਹੜਾ ਕਿ ਠੀਕ ਨਹੀਂ ਚੱਲ ਰਿਹਾ, ਉਹਦੇ ਵਾਲਾ ਕਾਨੂੰਨ ਉਹਨਾਂ 6% ਦੇ ਉੱਪਰ ਥੋਪਣ ਦੀ ਲੋੜ ਕੀ ਜਾਪੀ? ਇਹ ਇੱਕ ਵੱਡਾ ਸਵਾਲ ਹੈ। ਮੈਨੂੰ ਲੱਗਦਾ ਕਿ ਆਪਾਂ ਬਿਲਕੁਲ ਨਬਜ਼ ਜਿੱਥੋਂ ਹਿਲਦੀ ਆ ਨਾ, ਉੱਥੇ ਗੱਲ ਕਰ ਰਹੇ ਹਾਂ। ਦੇਖੋ, ਇਹ ਸਵਾਲ ਹੈਗਾ, ਪਰ ਸਵਾਲ ਆਪਣੇ ਸਾਹਮਣੇ ਆਉਣ ਨਹੀਂ ਨਾ ਦੇਣਾ। ਸਵਾਲ ਤਾਂ ਉਧਰਲੇ ਪਾਸੇ ਨੂੰ ਲੈ ਕੇ ਨਹੀਂ ਜਾਣ ਦੇਣਾ, ਕਿਉਂਕਿ ਜੇ ਸਵਾਲ ਆ ਗਿਆ ਤਾਂ ਉੱਤਰ ਦੇਣਾ ਪਊਗਾ, ਤੇ ਉੱਤਰ ਦੇਣਾ ਪਿਆ ਤੇ ਉੱਤਰ ਦੇ ਵਿੱਚ ਲਿਖਣ ਨੂੰ ਕੁਝ ਨਹੀਂ ਹੋਣਾ। ਜੇ ਲਿਖਣ ਨੂੰ ਕੁਝ ਨਹੀਂ ਹੋਣਾ ਤਾਂ ਫਿਰ ਸ਼ੀਟ ਖਾਲੀ ਰਹਿ ਜੂ। ਜੇ ਸ਼ੀਟ ਖਾਲੀ ਰਹਿ ਗਈ ਤੇ ਅਗਲਿਆਂ ਨੇ 100 ਦੇ ਵਿੱਚੋਂ ਆਂਡਾ ਗੋਲ ਦੇ ਦੇਣਾ, ਤੇ ਜਦੋਂ 100 ਦੇ ਵਿੱਚੋਂ ਆਂਡਾ ਗੋਲ ਦੇ ਦਿੱਤਾ ਤੇ ਉਹਦੇ ਤੋਂ ਬਾਅਦ ਫਿਰ ਜਦੋਂ ਰਿਜ਼ਲਟ ਐਲਾਨਿਆ ਜਾਣਾ ਤੇ ਕੰਮ ਖਰਾਬ ਹੋ ਜਾਣਾ। ਇਧਰਲੇ ਪਾਸੇ ਨੂੰ ਕੋਈ ਨਹੀਂ ਆ ਰਿਹਾ। ਕਮਾਲ ਦੀ ਗੱਲ ਦੇਖੋ ਕਿ ਏਡੇ ਲੰਬੇ ਵੱਡੇ ਭਾਸ਼ਣ ਦਿੱਤੇ ਜਾ ਰਹੇ ਆ ਕਿ ਨਹੀਂ ਇਹ ਸਾਰਾ ਕੁਝ ਠੀਕ ਆ। ਸੰਧਾਲੀਆ ਸਾਹਿਬ, ਅਸੀਂ ਨਹੀਂ ਚਾਹੁੰਦੇ, ਪੰਜਾਬ ਦਾ ਕਿਸਾਨ ਨਹੀਂ ਚਾਹੁੰਦਾ ਕਿ ਉਹਨੂੰ ਸਹੀ ਮੁੱਲ ਮਿਲੇ, ਪੰਜਾਬ ਦੇ ਕਿਸਾਨ ਨੂੰ ਨਹੀਂ ਲੱਗਦਾ ਕਿ ਭਾਈ ਉਹਦੀ ਫਸਲ ਵਧੀਆ ਮੁੱਲ ਦੇ ਉੱਤੇ ਮਿਲੇ। ਹੁਣ ਕਮਾਲ ਦੀ ਗੱਲ ਦੇਖੋ, ਇੱਕ ਸ਼ਬਦ ਬਾਰ-ਬਾਰ ਮੈਂ ਸਾਰੇ ਆਪਣੇ ਪ੍ਰਾਈਮ ਏਸ਼ੀਆ TV ਦੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਬਹੁਤ ਧਿਆਨ ਨਾਲ ਸੁਣਿਓ। ਅਸੀਂ ਕਿਸੇ ਧਿਰ ਦੇ ਵਿਰੋਧੀ ਨਹੀਂ। ਜੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੂੰ ਕੋਈ ਚੱਜ ਦਾ ਮੁਨਾਫਾ ਮਿਲਣਾ ਤਾਂ ਹੋਰ ਚਾਹੀਦਾ ਕੀ ਹੈ? ਅਸੀਂ ਮੌਜੂਦਾ ਮੰਡੀਕਰਨ ਸਿਸਟਮ ਤੋਂ ਕਿਤੇ ਖੁਸ਼ ਹਾਂ? ਕੋਈ ਵੀ ਨਹੀਂ ਖੁਸ਼, ਪਰ ਉਹਦੇ ਤੋਂ ਵੀ ਜੋ ਹਾਲਾਤ ਵੱਖਰੇ ਹੋ ਰਹੇ ਆ। ਸੰਧਾਲੀਆ ਸਾਹਿਬ, ਵਿਚੋਲਾ, ਇਹ ਵਿਚੋਲਾ ਸ਼ਬਦ ਵਾਰ-ਵਾਰ ਆ ਰਿਹਾ, ਹਿੰਦੀ ਦੇ ਵਿੱਚ ਵਿਚੋਲੀਆ। ਹੁਣ ਇਹ ਵਿਚੋਲਾ ਵਿਆਹ ਵਾਲਾ ਨਹੀਂ ਹੈ, ਇਹ ਵਿਚੋਲਾ ਉਹ ਕਦੇ ਆੜਤੀਏ ਨੂੰ ਕਹਿੰਦੇ ਆ, ਕਦੇ ਕਿਸੇ ਨੂੰ ਕਹਿੰਦੇ ਆ ਕਿ ਭਾਈ ਕਿਸਾਨ ਜਾਣੀ ਕਿ ਸਮਾਨ ਵੇਚਣ ਵਾਲਾ, ਕਣਕ ਝੋਨਾ ਵੇਚਣ ਵਾਲਾ, ਤੇ ਇਧਰਲੇ ਪਾਸੇ ਆ ਬੰਦਾ ਖਰੀਦਣ ਵਾਲਾ।
ਕਿ ਉਹਦੇ ਵਿਚਾਲਿਓਂ ਵਿਚੋਲਾ ਕੱਢ ਦੇਣਾ ਹੈ। ਜਦੋਂ ਵਿਚੋਲਾ ਕੱਢ ਦਿੱਤਾ, ਜਿੰਨੇ ਦੀ ਵਿਕੂ ਆਹ ਬੰਦਾ ਜਿੰਨੇ ਦਾ ਸਮਾਨ ਖਰੀਦੂ, ਕਿਸਾਨ ਨੂੰ ਉਨੇ ਪੈਸੇ ਮਿਲਣਗੇ। ਬਿਲਕੁਲ ਠੀਕ ਹੈ। ਹੁਣ ਵਿਚੋਲਾ ਲੱਭਣਾ ਕਿੱਥੋਂ ਹੈ? ਮੰਨ ਲਓ ਸੰਧਾਲੀਆ ਸਾਹਿਬ, ਤੁਸੀਂ ਅੰਮ੍ਰਿਤਸਰੋਂ ਕਣਕ ਦੀ ਟਰਾਲੀ ਭਰੀ। ਪਹਿਲੀ ਗੱਲ ਹੈ ਕਿ ਟਰਾਲੀ ਲੈ ਕੇ ਤੁਸੀਂ ਕਰਨਾਟਕ ਜਾਣੋ ਰਹੇ। ਦੂਸਰੀ ਗੱਲ ਹੈ ਕਿ ਜੇ ਚਲੇ ਵੀ ਜਾਓਗੇ ਤਾਂ ਕਰਨਾਟਕ ਕਿਹੜਾ ਮਾਸੀ ਬੈਠੀ ਹੈ ਕਿ ਜਿਹੜਾ ਮਾਸੀ ਨੇ ਦੱਸ ਦੇਣਾ, ਫੁੱਫੜ ਨੇ ਦੱਸ ਦੇਣਾ, ਮਾਸੜ ਨੇ ਦੱਸ ਦੇਣਾ ਕਿ ਫਲਾਨੀ ਮੰਡੀ ਦੇ ਵਿੱਚ ਇੰਨੇ ਨੂੰ ਵਿਕਦੀ ਆ, ਭਾਈ ਸਿੱਧਾ ਆ ਜਾ। ਨਾ ਸਾਡਾ ਉੱਥੇ ਆੜ੍ਹਤੀ ਨਾਲ ਕਨੈਕਸ਼ਨ। ਵਿਚੋਲਾ ਤਾਂ ਸਾਨੂੰ ਉੱਥੇ ਵੀ ਪਾਉਣਾ ਪਊਗਾ। ਉੱਥੇ ਵੀ ਧਾੜਾਂ ਦੀਆਂ ਧਾੜਾਂ ਵਿਚੋਲਿਆਂ ਦੀਆਂ ਖੜੀਆਂ ਹੋ ਜਾਣੀਆਂ ਕਿ ਭਾਈ ਜੇ ਮੰਡੀ ਨਹੀਂ ਹੋਊਗੀ ਅਸੀਂ ਕਿੱਥੇ ਜਾ ਕੇ ਟਰਾਲੀ ਲਾਉਣੀ ਹੈ? ਅਸੀਂ ਕਿਹੜੇ ਬੰਦੇ ਨੂੰ ਕਹਾਂਗੇ ਭਾਈ ਤੂੰ ਸਾਡੀ ਜਿਣਸ ਖਰੀਦ ਲਾ? ਸਗੋਂ ਇੱਕ ਵਿਚੋਲਾ ਜੇ ਖਤਮ ਹੋਊਗਾ, 100 ਵਿਚੋਲੇ ਪੈਦਾ ਹੋਣਗੇ, ਉਹਨਾਂ ਦੇ ਵਿੱਚ ਵੀ ਮੋਨੋਪੋਲੀ ਹੋਊਗੀ। ਹੁਣ ਤਾਂ ਅਸੀਂ ਆੜ੍ਹਤੀਏ ਦਾ ਮਿਹਨਤ ਤਰਲਾ ਕਰ ਜੀ ਤੁਸੀਂ ਸ਼ਬਦ ਵਰਤ ਰਹੇ ਹੋ ਕਿ ਵੀ ਵਿਚੋਲੇ ਪੈਦਾ ਹੋਣਗੇ। ਮੈਂ ਇੱਥੇ ਦੱਸ ਦਿਆਂ ਕਿ ਜਿਹੜੇ ਇਹਦੇ ਪੱਖ ਦੇ ਵਿੱਚ ਦਲੀਲਾਂ ਦੇਣ ਵਾਲੇ ਆ, ਉਹਨੂੰ ਕਹਿੰਦੇ ਆ ਗਾਹਕ, ਜਿਹਨੂੰ ਆਪਾਂ ਹਿੰਦੀ 'ਚ ਗ੍ਰਾਹਕ ਕਹਿ ਦਿੰਦੇ ਹਾਂ। ਉਹ ਕਹਿੰਦੇ ਵੀ ਹੁਣ ਦੇਖੋ ਕਿਸਾਨਾਂ ਨਾਲ ਕਿੰਨਾ ਧੱਕਾ ਹੋ ਰਿਹਾ। ਇੱਕ ਮੰਡੀ ਬਣਾ ਰੱਖੀ ਹੋਈ ਹੈ, ਉਸ ਮੰਡੀ ਦੇ ਵਿੱਚ ਉਹ ਜਿਣਸ ਲੈ ਕੇ ਜਾਂਦਾ ਹੈ। ਉੱਥੇ ਕਿਸੇ ਮੰਡੀ 'ਚ 20 ਆੜ੍ਹਤੀਏ, ਕਿਸੇ 'ਚ 200 ਆੜ੍ਹਤੀਆ ਹੋਊਗਾ, ਅਤੇ ਉਹ ਐਵਰੇਜ ਹੀ ਕੱਢ ਕੇ ਕਹਿੰਦੇ ਆ ਵੀ ਜੇ ਉੱਥੇ 50 ਕੁ ਗਾਹਕ ਵੀ ਨੇ ਉਹਦੀ ਢੇਰੀ ਦੇ ਜਾਂ ਉਹਦੇ ਆਸ-ਪਾਸ ਦੇ, ਤਾਂ ਉਹਨਾਂ 50 ਨੇ ਆਪਸ ਦੇ ਵਿੱਚ ਰਲ ਕੇ ਗਿੱਟ-ਮਿੱਟ ਕਰ ਲਈ ਆ। ਅਤੇ ਹੁਣ ਕੀ ਕਰ ਰਹੇ ਨੇ ਮੋਦੀ ਸਾਹਿਬ ਕਿ ਉਹਨਾਂ 50 ਦੇ ਵਿੱਚੋਂ ਧਮਾਕਾ ਕਰਕੇ ਬਾਹਰ ਆ ਰਹੇ ਨੇ। ਤੇ ਨਾਲ ਹੀ ਉਹ ਕਹਿੰਦੇ ਨੇ ਕਿ 500 ਗਾਹਕ ਹੋਏਗਾ ਉੱਥੇ, ਕਿਉਂਕਿ ਹਰੇਕ ਨੂੰ ਖੁੱਲੀ ਛੋਟ ਹੈ ਵੀ ਜੇ ਮੰਡੀ ਦੇ ਅੰਦਰ ਉਹਦੀ ਜਿਣਸ ਦਾ ਮੁੱਲ ਨਹੀਂ ਹੈਗਾ ਤੇ ਬਾਹਰ ਬੰਦੇ ਨੋਟ ਲੈ ਕੇ ਖੜੇ ਹੋਣਗੇ ਵੀ ਵੀਰ ਆਹ ਲੈ ਪੈਸੇ, ਆਹ ਚੀਜ਼ ਸਾਨੂੰ ਦੇ ਦੇ। ਮਤਲਬ ਇਹ ਇਦਾਂ ਸ਼ੋਅ ਕੀਤਾ ਜਾ ਰਿਹਾ। ਹੁਣ ਇੱਥੇ ਇੱਕ ਛੋਟੀ ਜਿਹੀ ਗੱਲ ਮੈਂ ਉਦਾਹਰਨ ਦੇ ਦਿਆਂ, ਜਿਹੜੇ ਵੀ ਮੇਰੇ ਖਿਆਲ ਨਾਲ ਉੱਥੇ ਮੀਡੀਆ ਵਾਲੇ ਬੰਦੇ ਜਾਂ ਜਿਹੜੇ ਵੀ ਬੰਦੇ ਦੇ ਹੱਕ 'ਚ ਗੱਲ ਕਰਦੇ ਨੇ, ਹੋ ਸਕਦਾ ਕਿ ਤੁਸੀਂ ਜਿਣਸ ਜਿਹੜੀ ਹੈ ਉਹ ਵੇਚਣ ਨਾ ਜਾਂਦੇ ਹੋ। ਹਰ ਬੰਦਾ ਕਿਸਾਨ ਨਹੀਂ ਹੋ ਸਕਦਾ, ਪਰ ਹਰ ਬੰਦਾ ਉਸ ਕਿਸਾਨ ਦੀ ਉਪਜ ਦਾ ਗਾਹਕ ਤੇ ਹੈਗਾ ਨਾ। ਚਲੋ ਕਣਕ ਝੋਨਾ ਤਾਂ ਰਹਿ ਗਿਆ ਵੀ ਦੂਰ ਦੀ ਗੱਲ ਹੈ, ਠੀਕ ਹੈ। ਜੱਟਾਂ ਦੀ ਬਾਸਮਤੀ ਜਿਹੜੀ ਆ ਉਹ ਇੱਥੋਂ 1800, 2000, 2200, 2500 ਨੂੰ ਖਰੀਦ ਕੇ ਤੇ ਉਹ ਜਿਹੜਾ ਮੁੱਲ ਹੈ ਬਾਅਦ ਦੇ ਵਿੱਚ ਜਦੋਂ ਪੈਕ ਕਰਕੇ ਤੇ ਮੋਹਰ ਲਾ ਕੇ ਕਿਹਾ ਜਾਂਦਾ ਕਿ ਫਲਾਨਾ ਬਾਸਮਤੀ ਰਾਈਸ ਹੈ, ਹੁਣ ਤੁਸੀਂ ਖਰੀਦ ਲਓ। ਜਿਹੜੀ ਚੀਜ਼ ਇੱਥੇ ਜੇ ਆਪਾਂ ਕਿਲੋ ਦਾ ਰੇਟ ਲਾਈਏ ਤੇ ਉਹ ਕਿੰਨੇ ਕੁ ਨੂੰ ਬਹਿੰਦੀ 20-25 ਰੁਪਈਏ, ਤੇ ਬਾਅਦ ਦੇ ਵਿੱਚ ਉਹ 200-250 ਰੁਪਈਏ ਕਿਲੋ ਹੋ ਜਾਂਦੀ ਹੈ। ਉਹ ਕਿੱਦਾਂ ਹੋ ਜਾਂਦੀ ਹੈ ਉਹ ਕਿਸੇ ਨੂੰ ਸਮਝ ਨਹੀਂ ਆਉਂਦਾ। ਪਰ ਮੈਂ ਸਿੰਪਲ ਰੋਜ਼ ਦੀ ਉਦਾਹਰਨ ਦੇਣ ਲੱਗਿਆ, ਉਹ ਸਬਜ਼ੀ। ਤੁਸੀਂ ਜਦੋਂ ਕਿਸਾਨ ਦੀ ਕੋਲੋਂ ਉਸ ਮੰਡੀ ਦੇ ਵਿੱਚ ਲਿਆਉਂਦੇ ਹੋ ਤੇ ਮੰਡੀ ਦੇ ਵਿੱਚੋਂ ਜਦੋਂ ਰੇਹੜੀ ਤੇ ਜਾਂਦੀ ਆ ਉਹਦੇ ਵਿੱਚ ਕਿੰਨਾ ਫਰਕ ਪੈ ਜਾਂਦਾ। ਤੇ ਉਸ ਮੰਡੀ ਦੇ ਵਿੱਚ ਤੇ ਬਹੁਤ ਸਾਰੇ ਵਪਾਰੀ ਹੁੰਦੇ ਆ। ਉਸ ਮੰਡੀ ਦੇ ਵਿੱਚ ਤਾਂ ਕੋਈ MSP ਦਾ ਰੌਲਾ ਵੀ ਨਹੀਂ ਹੁੰਦਾ। ਉਸ ਮੰਡੀ ਦੇ ਵਿੱਚ ਤਾਂ ਇਹ ਵੀ ਨਹੀਂ ਹੁੰਦਾ ਵੀ ਹਾਂ ਜੀ ਫਲਾਨੇ ਕਿਸਾਨ ਨੇ ਫਲਾਨੇ ਥਾਂ 'ਤੇ ਹੀ ਆਪਣੀ ਜਿਣਸ ਵੇਚਣੀ ਆ, ਚੀਜ਼ ਵੇਚਣੀ ਆ। ਜੇ ਕਿਸੇ ਇਹੀ ਲੋਕ ਜਿਨ੍ਹਾਂ ਦੇ ਘਰੇ ਕੋਈ ਕੰਮ ਧੰਦਾ ਹੋਵੇ ਜਾਂ ਕਿਤੇ ਜ਼ਿਆਦਾ ਸਬਜ਼ੀ ਲਿਆਉਣੀ ਹੋਵੇ, ਫਿਰ ਉਹਨਾਂ ਨੂੰ ਚੇਤਾ ਆਉਂਦਾ ਮੰਡੀ ਸੇ ਲੈ ਕਰ ਆਏਂਗੇ, ਉੱਥੋਂ ਆਪਾਂ ਨੂੰ ਸਸਤੀ ਮਿਲ ਜਾਏਗੀ। ਉਦੋਂ ਭੱਜ ਕੇ ਆਪਾਂ ਮੰਡੀ 'ਚ ਚਲੇ ਜਾਂਦੇ ਹਾਂ। ਉਦੋਂ ਕਿਉਂ ਨਹੀਂ ਫਿਰ ਆਪਾਂ ਇਹ ਕੈਲਕੂਲੇਸ਼ਨ ਕਰਦੇ ਵੀ ਹਾਂ ਯਾਰ ਕਿਸਾਨ ਆਏਗਾ ਮੇਰੇ ਕੋਲੇ ਸਵੇਰੇ ਧਨੀਆ ਲੈ ਕੇ, ਤੇ ਮੈਂ ਫਿਰ ਦਰਵਾਜ਼ਾ ਖੋਲ ਕੇ ਖਰੀਦ ਲਊਂਗਾ ਵੀ ਹਾਂ ਮੈਨੂੰ ਧਨੀਆ ਚਾਹੀਦਾ, ਦੇ ਦੇ ਯਾਰ। ਜਾਂ ਫਿਰ ਤੋਰੀਆਂ ਲੈ ਲਵਾਂਗੇ ਉਹਦੀਆਂ ਆਪਾਂ, ਜਾਂ ਫਿਰ ਹੋ ਸਕਦਾ ਉਹ ਕਣਕ ਹੀ ਲੈ ਆਵੇ ਤੇ ਮੈਂ ਦਰਵਾਜ਼ਾ ਖੋਲਾਂਗਾ, ਵਾਹ ਕਣਕ ਲੈ ਕਰ ਆਏ ਹੋ, ਲਾਓ ਦਿਓ। ਇੱਦਾਂ ਕਿਉਂ ਨਹੀਂ ਕਰਦੇ ਫਿਰ? ਬਿਲਕੁਲ ਸੰਧਾਲੀਆ ਸਾਹਿਬ, ਇਹ ਤਾਂ ਕੰਮ ਵੈਸੇ ਸਿੱਧਾ ਹੀ ਹੋ ਜਾਣਾ। ਤਾਂ ਤੁਸੀਂ ਫਾਰਮੂਲਾ ਇੰਨਾ ਸਿੱਧਾ ਦੱਸ ਦਿੱਤਾ ਕਿ ਇਹਦੇ ਨਾਲ ਤਾਂ ਕਹਾਣੀਆਂ ਹੀ ਸਾਰੀਆਂ ਮੁੱਕ ਜਾਣੀਆਂ। ਮੈਨੂੰ ਇੱਕ ਦ੍ਰਿਸ਼ ਨਜ਼ਰ ਆਉਂਦਾ, ਮੈਂ ਗਲਤ ਹੋਵਾਂ ਤਾਂ ਟੋਕ ਦਿਓ, ਵੱਡਿਓ ਹੱਕ ਬਣਦਾ, ਦਰਸ਼ਕਾਂ ਦਾ ਤਾਂ ਬਹੁਤਾ ਬਣਦਾ, ਤੁਹਾਡੇ ਤੋਂ ਵੀ ਜ਼ਿਆਦਾ। ਮੈਨੂੰ ਐਂ ਲੱਗਦਾ ਕਿ ਜਿਵੇਂ ਮੰਨ ਲਓ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੁਣ ਕਿਸਾਨ ਹੈ, ਕੋਈ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਫਸਲ ਲੈ ਆਉਂਦਾ, ਕੋਈ ਹੋਰ ਛੋਟੀਆਂ ਮੰਡੀਆਂ ਦੇ ਵਿੱਚ ਲੈ ਆਉਂਦਾ ਕਿ ਭਾਈ ਮੈਂ ਭਿੰਡੀ ਵੀ ਵੇਚ ਦਿੱਤੀ, ਫਲਾਨੀ ਚੀਜ਼ ਵੀ ਵੇਚਤੀ। ਜਦੋਂ ਬਾਅਦ ਵਿੱਚ ਵੱਡੀਆਂ ਕੰਪਨੀਆਂ ਆ ਗਈਆਂ, ਸਾਡਾ ਜੀ ਕਰਦਾ ਹੈ ਅਸੀਂ ਟੋਕਰੀ 'ਚੋਂ ਖਰੀਦ ਲੈਂਦੇ ਹਾਂ, ਨਹੀਂ ਵੀ 16 ਵਾਲੀ ਨਹੀਂ, ਮੈਨੂੰ 14 ਵਾਲੀ ਦੇ, ਮੈਨੂੰ 18 ਵਾਲੀ ਦੇ, 2 ਰੁਪਏ ਆੜਤ ਲੱਗ ਗਈ ਉੱਪਰ, ਕੋਈ ਗੱਲ ਨਹੀਂ। ਬਾਅਦ ਵਿੱਚ ਸਾਡੇ ਕੋਲੇ ਆਪਸ਼ਨ ਕੀ ਹੋਣੀ ਹੈ? ਜਦੋਂ ਵੱਡੇ ਲੋਕਾਂ ਦੇ ਕੋਲੇ 5-5 ਹਜ਼ਾਰ ਏਕੜ ਦਾ ਟੱਕ ਆ ਗਿਆ, ਉਹ 4 ਦੀਵਾਰੀਆਂ ਹੋਣਗੀਆਂ, ਟੈਂਟ ਵਾਲੇ ਦੁਆਲੇ ਲੱਗੇ ਹੋਣਗੇ, ਤੁਹਾਨੂੰ ਨਹੀਂ ਪਤਾ ਕਿ ਅੰਦਰ ਕੀ ਹੁੰਦਾ। ਜੇ ਕੋਈ ਬੰਦਾ ਮਿਹਨਤ ਮਜ਼ਦੂਰੀ ਅੰਦਰ ਕਰਨ ਜਾਂਦਾ ਤੇ ਉਹਨੂੰ ਪਤਾ ਹੈ। ਉੱਥੇ ਚੀਜ਼ ਹੋਊਗੀ, ਉੱਥੇ ਮਟਰ ਜਿਹੜੇ ਆ ਪੈਕ ਹੋਣਗੇ। ਇਹ ਮਟਰ ਜਿਹੜੇ ਆ ਆਰਗੈਨਿਕ ਨੇ, ਉਹ ਵਧੀਆ ਲਿਫਾਫੇ ਦੇ ਵਿੱਚ ਪੈਕ ਹੋਣਗੇ, ਧੋ ਕੇ ਪੈਕ ਕਰਨਗੇ ਉਹ ਤੁਹਾਡੇ ਖੇਤਾਂ ਦੇ ਵਿੱਚੋਂ ਆਏ। ਜਿਹੜੇ ਤੁਸੀਂ ਪਹਿਲਾਂ 5 ਰੁਪਏ 10 ਰੁਪਏ 16 ਰੁਪਏ ਲੈ ਲੈਂਦੇ ਸੀ, ਇਹ 48 ਰੁਪਏ ਆ। ਇਹ ਭਾਵੇਂ ਤੁਸੀਂ ਇੰਨੀ ਉਮਰ ਤੱਕ ਦੇ ਬੱਚੇ ਨੂੰ ਦੇ ਦਿਓ ਜਾਂ ਬਜ਼ੁਰਗ ਨੂੰ ਦੇ ਦਿਓ। ਇਹ ਮਟਰ ਦੀ ਜਿਹੜੀ ਫਲੀ ਹੈ ਇਹਦੇ ਉੱਤੇ ਕੋਈ ਵੀ ਚੀਜ਼ ਨਹੀਂ, ਤੇ ਤੁਪਕਾ ਪ੍ਰਣਾਲੀ ਦੇ ਨਾਲ ਇਹਦੀ ਸਿੰਚਾਈ ਕੀਤੀ ਗਈ ਹੈ। ਇਹ ਸਿਹਤ ਦੇ ਲਈ ਬਹੁਤ ਵਧੀਆ। ਵੱਡੇ ਵੱਡੇ ਬੋਰਡ ਲੱਗਣਗੇ ਤੇ ਅਸੀਂ ਫਿਰ ਕਹਿਣਾ ਸ਼ੁਰੂ ਕਰ ਦੇਣਾ, ਮੈਂ ਤਾਂ वो वाले मटर खाता हूँ, मैं तो वो वाले मटर खाती हूँ जिसके साथ ना वो ठीक है स्किन में चमक आती है। यानी साडे कोले ऑप्शन ही नहीं होनी कि असी
ਤਰਨਤਾਰਨ ਦੀ ਮੰਡੀ ਦੇ ਵਿੱਚੋਂ ਜਾ ਕੇ ਆਪਣੇ ਠੀਕ ਤਰੀਕੇ ਦਾ ਸਮਾਨ ਖਰੀਦ ਲਈਏ। ਸਾਡੇ ਕੋਲੇ ਵੱਡੇ ਮਾਲ ਹੋਣੇ ਆ, ਵੱਡੇ ਸਟੋਰ ਹੋਣੇ ਆ, ਉਹਨਾਂ ਸਟੋਰਾਂ ਦੇ ਵਿੱਚ ਮੋਹਰ ਲੱਗਿਆ ਸਮਾਨ ਆਉਣਾ ਹੈ ਤੇ ਅਸੀਂ ਉਸ ਜੰਜਾਲ ਦੇ ਵਿੱਚ ਫਸ ਜਾਣਾ ਹੈ। ਫਿਰ ਔਖਾ ਹੋ ਜਾਊਗਾ ਕੰਮ, ਅੱਗੇ ਤੇਰੇ ਭਾਗ ਲੱਛੀਏ। ਨਹੀਂ ਭਾਗ ਹੀ ਤੇ ਇਸ ਵਕਤ ਨਜ਼ਰ ਨਹੀਂ ਆ ਰਿਹਾ। ਮੈਂ ਚਾਹੁੰਦਾ ਬਾਟ ਸਾਹਿਬ, ਆਪਾਂ ਜਿੰਨੇ ਕਿਸਾਨਾਂ ਦੇ ਇਸ ਮੁੱਦੇ ਦੇ ਉੱਪਰ ਬਿਆਨ ਆਏ ਨੇ ਵੱਖ-ਵੱਖ ਲੀਡਰ ਸਾਹਿਬਾਨਾਂ ਦੇ, ਆਪਾਂ ਉਹ ਵਿਚਾਰ ਲਈਏ। ਕੱਲ ਆਪਾਂ ਗੁਰਦਾਸਪੁਰ ਹਲਕੇ ਤੋਂ MP ਇੱਕੋ ਹੀ ਮਿੰਟ ਜੀ ਕਰ ਲਓ ਇੱਕ ਲੀਡਰਾਂ ਦੇ ਬਿਆਨ ਸਨੀ ਦਿਓਲ ਹੋਰਾਂ ਨੂੰ ਮੈਂ ਰੋਕ ਲੈਣਾ ਮਾੜਾ ਜਿਹਾ। ਹਾਂ ਤੁਸੀਂ ਰੋਕ ਲਓ ਉਹਨਾਂ ਕੋਲ, ਨਲਕੇ ਨੂੰ ਹੱਥ ਲੇਟ ਪਾਇਓ। ਉਹ ਹੁਣ ਰੌਲਾ ਇੰਨਾ ਕਾ ਕਿ ਇਹ ਲੀਡਰਾਂ ਦੇ ਬਿਆਨ ਨਹੀਂ ਹੈ, ਇਹ ਉਹਨਾਂ ਲੀਡਰਾਂ ਦੇ ਬਿਆਨ ਆ ਜਿਨ੍ਹਾਂ ਨੇ ਪੰਜਾਬ ਨੂੰ ਇਸ ਸੰਕਟ ਚੋਂ ਕੱਢਣਾ ਹੈ, ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਹੈ। ਤੇ ਉਹਨਾਂ ਦੇ ਬਿਆਨ ਕਿੰਨੇ ਕੁ ਜ਼ਿੰਮੇਵਾਰੀ ਵਾਲੇ ਆ, ਉਹ ਕਿੰਨਾ ਕੁ ਸਾਨੂੰ ਅੱਗੇ ਲਿਜਾਣ ਦੇ ਲਈ ਸੋਚ ਰਹੇ ਆ ਜਾਂ ਫਿਰ ਰੋਟੀਆਂ ਸੇਕ ਰਹੇ ਆ। ਹੁਣ ਨਲਕੇ ਨੂੰ ਹੱਥ ਪਵਾਓ ਜੀ। ਜੀ ਨਲਕੇ ਨੂੰ ਹੱਥ ਤਾਂ ਪੈ ਗਿਆ। ਹੁਣ ਦੇਖੋ ਕਿ ਸਨੀ ਦਿਓਲ ਸਾਹਿਬ ਨੂੰ ਕੱਲ ਆਪਾਂ ਬੇਨਤੀ ਕੀਤੀ ਸੀ ਕਿ ਵੀ ਮਹਾਰਾਜ, ਹੁਣ ਮੈਂ ਨਹੀਂ ਆਂਦਾ ਵੀ ਸਾਡੀ ਬੇਨਤੀ ਤੇ ਸਨੀ ਦਿਓਲ ਸਾਹਿਬ ਬੋਲੇ, ਪਰ ਮੈਂ ਚਾਹੁੰਦਾ ਵੀ ਚਲੋ ਅਸੀਂ ਗੱਲ ਕੀਤੀ, ਉਸ ਤੋਂ ਬਾਅਦ ਸਨੀ ਦਿਓਲ ਸਾਹਿਬ ਦਾ ਬਿਆਨ ਵੀ ਆ ਗਿਆ। ਪਰ ਜਿੱਦਾਂ ਦਾ ਬਿਆਨ ਆਪਾਂ ਆਸ ਕਰਦੇ ਸੀ ਨਾ ਜੀ, ਉਹ ਬਿਲਕੁਲ ਨਹੀਂ ਆਇਆ। ਕਿਉਂਕਿ ਸਨੀ ਦਿਓਲ ਸਾਹਿਬ ਨੂੰ ਬੰਬੇ ਤੋਂ ਲਿਆਣ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਟਿਕਟ ਦਿੱਤੀ ਗਈ, ਫਿਰ ਉਸ ਤੋਂ ਬਾਅਦ ਨਲਕੇ ਭੇਟ ਕਰਵਾਏ ਗਏ। ਇੱਕ ਬੀਬੀ ਵੀ ਪਤਾ ਨਹੀਂ ਉਹ ਆਪ ਸੱਚੀ ਸੀ ਝੂਠੀ ਸੀ, ਭੱਜ ਕੇ ਜਾ ਕੇ ਉਹਨੇ ਜੋ ਸਨੀ ਦਿਓਲ ਸਾਹਿਬ ਨਾਲ ਗੱਡੀ ਤੇ ਚੜ੍ਹ ਕੇ ਕੀਤਾ, ਆਪਾਂ ਉਹ ਵੀ ਨਹੀਂ ਦੱਸਦੇ, ਚਲੋ ਲੋਕਾਂ ਨੂੰ ਯਾਦ ਆ ਹੀ ਗਿਆ ਹੋਣਾ। ਉੱਥੋਂ ਦੇ ਉਸ ਹਲਕੇ ਦੇ ਭੋਲੇ ਲੋਕਾਂ ਨੇ ਵੀ ਉਦੋਂ ਫੋਟੋਆਂ ਖਿਚਾਈਆਂ। ਹੁਣ ਤਾਂ ਕਈ ਲੋਕ ਸੋਸ਼ਲ ਮੀਡੀਆ ਤੇ ਵੀ ਲਿਖੀ ਜਾਂਦੇ ਨੇ ਵੀ ਜਿਨ੍ਹਾਂ ਲੋਕਾਂ ਨੇ ਉਹਨੂੰ ਵੋਟ ਪਾਈ ਭਾਈ ਉਹ ਕੀ ਦੇਖਣ। ਕਾਰਨ ਇਹ ਆ ਵੀ ਵੋਟ ਪਾਈ ਨਹੀਂ, ਵੋਟ ਪਵਾ ਲਈ ਜਾਂਦੀ ਹੈ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਇਹ ਮੁੱਦੇ ਆਪਾਂ ਹੁਣ ਵਿਚਾਰ ਰਹੇ ਹਾਂ। 2022 ਤੋਂ 4 ਦਿਨ ਪਹਿਲਾਂ ਆਪਾਂ ਨੂੰ ਇਹ ਗੱਲਾਂ ਯਾਦ ਨਹੀਂ ਰਹਿਣੀਆਂ। ਉਦੋਂ ਆਪਾਂ ਅਕਾਲੀ, ਕਾਂਗਰਸੀ, ਭਾਜਪਾ ਵਾਲੇ, ਆਪ ਵਾਲੇ, BJP ਵਾਲੇ, ABC ਪਾਰਟੀ ਵਾਲੇ ਕੁਛ ਨਾ ਕੁਛ ਬਣ ਜਾਣਾ। ਜੇ ਕੁਛ ਵੀ ਨਾ ਬਣੇ ਤੇ ਫਿਰ ਗਦਰ ਮਦਰ ਜੇ ਹੋ ਕੇ ਇੱਕ ਨੇਂਗ ਚੜਾ ਲੈਣੀ ਆ ਤੇ 4 ਕਛਿਲੜ ਉਤਲੀ ਜੇਬ 'ਚ ਪਾ ਲੈਣੇ ਤੇ ਫਿਰ ਆਪਾਂ ਵੋਟ ਪਾ ਦੇਣੀ ਆ। ਇਹ ਤਾਂ ਕੰਮ ਹੋ ਜਾਂਦਾ ਇੱਦਾਂ। ਪਰ ਸਨੀ ਦਿਓਲ ਸਾਹਿਬ ਦਾ ਬਿਆਨ ਇਸ ਚੀਜ਼ ਦੇ ਹੱਕ 'ਚ ਆਇਆ ਕਿ ਕਿਸਾਨਾਂ ਦੇ ਲਈ ਬਹੁਤ ਹੀ ਇਤਿਹਾਸਿਕ ਚੀਜ਼ ਲੈਂਦੀ ਹੈ ਤੇ ਮੋਦੀ ਸਾਹਿਬ ਦਾ ਬੜਾ ਧੰਨਵਾਦ, ਉਹਨਾਂ ਨੇ ਕਿਸਾਨ ਬਚਾਉਣ ਲਈ ਆ ਕੰਮ ਕੀਤਾ। ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਦਾ ਇਸ ਮਸਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਜੋ ਕੁਝ ਕਿਹਾ ਉਹ ਠੀਕ ਆਖਿਆ। ਉਹਦਾ ਇੱਕ ਕਾਰਨ ਹੈ, ਉਹ ਮੁੰਬਈ ਤੋਂ ਜਹਾਜ਼ ਦੇ ਵਿੱਚ ਬਹਿੰਦੇ ਆ, ਦਿੱਲੀ ਆਉਂਦੇ ਆ, ਉੱਥੋਂ ਮੋਦੀ ਸਾਹਿਬ ਨੂੰ ਮਿਲ ਕੇ, ਖੇਤੀ ਮੰਤਰੀ ਨੂੰ ਮਿਲ ਕੇ ਜਹਾਜ਼ ਦੇ ਵਿੱਚ ਬਹਿੰਦੇ ਆ, ਅੰਮ੍ਰਿਤਸਰ ਆ ਜਾਂਦੇ ਆ। ਥਕਾਵਟ ਹੋਈ ਹੁੰਦੀ ਆ, ਜਦੋਂ ਅੰਮ੍ਰਿਤਸਰੋਂ ਕਾਰ ਦੇ ਵਿੱਚ ਬਹਿੰਦੇ ਆ ਤੇ ਸੁੱਤਿਆਂ ਗੁਰਦਾਸਪੁਰ ਤੇ ਪਠਾਨਕੋਟ ਕਦੋਂ ਆ ਜਾਂਦਾ ਪਤਾ ਨਹੀਂ ਲੱਗਦਾ। ਉੱਥੇ ਜੀ ਕਰਦਾ ਕਿਸੇ ਨੂੰ ਮਿਲਦੇ ਆ, ਜੀ ਕਰਦਾ ਨਹੀਂ ਮਿਲਦੇ। ਜੇ ਕਦੇ ਮੁੰਬਈ ਤੋਂ ਉਹ ਵਾਇਆ ਰਾਜਸਥਾਨ, ਗੁਜਰਾਤ ਤੇ ਹਰਿਆਣਾ ਹੋ ਕੇ ਇਧਰਲੇ ਪਾਸੇ ਪੰਜਾਬ ਨੂੰ ਆਏ ਹੁੰਦੇ ਤੇ ਰਾਹ ਦੇ ਵਿੱਚ ਕਿਤੇ ਚਾਹ ਦਾ ਕੱਪ ਪੀਣ ਦੇ ਲਈ ਕਿਸੇ ਢਾਬੇ ਤੇ ਰੁਕਦੇ, ਉੱਥੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਖੇਤ ਦੇ ਵਿੱਚ ਖੜਾ ਕਿਸਾਨ ਜਦੋਂ ਮੁੜਕੋ ਮੁੜਕੀ ਹੋਇਆ ਹੁੰਦਾ, ਪਰਨੇ ਦੇ ਨਾਲ ਜਦੋਂ ਪਸੀਨਾ ਪੂੰਝਦਾ ਤੇ ਤੱਤੀ ਨਹੀਂ ਠੰਡੀ ਹਵਾ ਦੇ ਬੁੱਲੇ ਦੀ ਉਡੀਕ ਕਰਦਾ ਤੇ ਉਦੋਂ ਸੂਰਜ ਦੀ ਤਪਸ਼ ਦੇ ਨਾਲ ਜਦੋਜਹਿਦ ਕਰਨੀ ਸੌਖੀ ਨਹੀਂ ਹੁੰਦੀ। ਫਿਰ ਉਹਨੂੰ ਪਤਾ ਲੱਗਦਾ ਕਿ ਸ਼ਾਇਦ ਉੱਥੇ ਬੈਠੇ 2 ਕਿਸਾਨਾਂ ਦੀਆਂ ਗੱਲਾਂ ਉਹਦੇ ਕੰਨੀ ਪੈਂਦੀਆਂ ਕਿ ਭਈਆ ਇਸ ਵਾਰ तो जो मकई है उसका रेट मिला ही नहीं, भैया इस बार तो बेटी की शादी करनी थी मैंने आगे पा दी। इदां ਦੀਆਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਜਿਹੜੀਆਂ ਉਹਨਾਂ ਦੇ ਕੰਨੀ ਪੈਂਦੀਆਂ ਹੀ ਨਹੀਂ। ਮੈਂ ਕਹਿੰਦਾ ਕਿ ਸਨੀ ਦਿਓਲ ਸਾਹਿਬ ਨੂੰ ਅੱਜ ਪੁੱਛ ਲਈਏ ਕਿ ਉਹ ਪਾਕਿਸਤਾਨ ਦਾ ਬਾਰਡਰ ਹੈ, ਉਹ ਕੰਡਿਆਲੀ ਤਾਰ ਹੈ, ਸ਼ਾਇਦ ਹੀ ਉਹਨਾਂ ਨੂੰ ਪਤਾ ਹੋਵੇ ਕਿ ਕੰਡਿਆਲੀ ਤਾਰ ਤੋਂ ਅੱਗੇ ਵੀ ਗੁਰਦਾਸਪੁਰੀਆਂ ਦੀ ਪੈਲੀ ਹੈਗੀ ਹੈ ਜਿਹੜੀ ਅਸੀਂ ਗੇਟ ਦੇ ਰਾਹੀਂ ਜਾ ਕੇ ਇੱਕ ਸੀਮਤ ਸਮੇਂ ਦੇ ਲਈ ਵਾਹੁੰਦੇ ਆ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਇਦਾਂ ਦੀ ਗੱਲਬਾਤ ਕਰਦੇ। ਜੇ ਕਿਤੇ ਧਰਮਿੰਦਰ ਦੇ ਲੋਕ ਸਭਾ ਹਲਕੇ ਦੇ ਵਿੱਚ ਹੀ ਉਹ ਚਲੇ ਜਾਂਦੇ ਬੀਕਾਨੇਰ ਵਾਲੇ ਪਾਸੇ, ਉੱਥੋਂ ਹੀ ਕਿਸਾਨ ਦਾ ਪਤਾ ਲੱਗ ਜਾਣਾ ਸੀ। ਮੈਨੂੰ ਲੱਗਦਾ ਕਿ ਕਾਪੀ ਪੇਸਟ ਕਰਨ ਦੀ ਆਦਤ ਕੱਲੀ ਆਮ ਸਾਡੇ ਵਰਗੇ ਬੰਦਿਆਂ ਦੇ ਵਿੱਚ ਨਹੀਂ, ਕਈ ਲੀਡਰਾਂ ਦੇ ਵਿੱਚ ਵੀ ਹੈਗੀ ਹੈ। ਪਰ ਥੋੜੀ ਜਿਹੀ ਨਿਰਾਸ਼ਾ ਜ਼ਰੂਰ ਹੋਈ ਹੈ ਕਿ ਇਦਾਂ ਹੋਣਾ ਨਹੀਂ ਸੀ ਚਾਹੀਦਾ। ਕੱਲ ਆਪਾਂ ਜਦੋਂ ਇਹ ਗੱਲ ਕੀਤੀ ਸੀ ਨਾ ਜੀ, ਉਸ ਤੋਂ ਬਾਅਦ ਕੁਝ ਲੋਕਾਂ ਦੇ ਟਿੱਪਣੀਆਂ ਸੀ ਕਿ ਸਨੀ ਦਿਓਲ ਦੇ ਪਿੱਛੇ ਕਿਉਂ ਪੈ ਗਏ, ਨਵਜੋਤ ਸਿੱਧੂ ਕਿਹੜਾ ਬੋਲਿਆ। ਦੇਖੋ ਗੱਲ ਹੈ, ਸਨੀ ਦਿਓਲ ਹੋਰਾਂ ਦੀ ਅਸੀਂ ਤਾਂ ਗੱਲ ਕਰਦੇ ਸੀ ਕਿਉਂਕਿ ਉਹ ਭਾਜਪਾ ਦੇ ਵਿੱਚ ਨੇ, ਉਹਨਾਂ ਦੇ MP ਨੇ ਤੇ ਉਹਨਾਂ ਦੀ ਸਰਕਾਰ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ। ਇਸ ਕਰਕੇ ਉਹ ਕਹਿ ਸਕਦੇ ਸੀ, ਮੋਦੀ ਸਾਹਿਬ ਸਨੀ ਦਿਓਲ ਹੋਰਾਂ ਦੀ ਗੱਲ ਸੁਣਦੇ ਨੇ, ਇਸ ਕਰਕੇ ਅਸੀਂ ਗੱਲ ਕਹੀ ਸੀ ਕਿ ਜੇ ਇੱਕ ਹੁੰਦਾ ਨਾ ਵੀ ਫਲਾਣੇ ਬੰਦੇ ਨੇ ਯਾਰ ਆਹ ਕੰਮ ਕਰਤਾ, ਹੁਣ ਆਪਾਂ ਕਿਹਦੀ ਸਿਫਾਰਿਸ਼ ਪਵਾਈਏ। ਉਹ ਸਿਫਾਰਿਸ਼ ਵਾਲਾ ਬੰਦਾ ਸੀਗਾ ਕਿ ਜਿਹੜਾ ਬੰਦਾ ਸਿਫਾਰਿਸ਼ ਕਰ ਸਕਦਾ ਵੀ ਯਾਰ ਫਲਾਨਾ ਬੰਦਾ ਆਪਣਾ ਥੋੜ੍ਹਾ ਜਿਹਾ ਖਿਆਲ ਰੱਖਿਓ। ਇਸ ਕਰਕੇ ਅਸੀਂ ਗੱਲ ਕੀਤੀ ਸੀ। ਵੈਸੇ ਨਵਜੋਤ ਸਿੱਧੂ ਹੋਰਾਂ ਨੇ ਵੀ ਟਵੀਟ ਕਰ ਦਿੱਤਾ, ਉਹ ਕਹਿੰਦੇ ਕਿ ਇਹ ਸਾਰਾ ਕੁਝ ਜੋ ਵੀ ਕੀਤਾ ਗਿਆ ਇੱਕ ਤਰ੍ਹਾਂ ਨਾਲ ਪੰਜਾਬ ਦੀ ਆਤਮਾ ਤੇ ਹਮਲਾ, ਜਿੱਦਾਂ ਦੀਆਂ ਉਹ ਗੱਲਾਂ ਅੱਜ ਕੱਲ੍ਹ ਲਿਖਦੇ ਨੇ ਥੋੜ੍ਹੀਆਂ ਡੂੰਘੀਆਂ ਉਸ ਤਰੀਕੇ ਨਾਲ, ਪਰ ਉਹਦਾ ਦੇਸੀ ਜੋ ਕਰਕਸ ਜਿਹਾ ਨਿਕਲਦਾ ਉਹ ਇਹ ਹੈ ਕਿ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ
ਜਿਹੜੀ ਪੰਜਾਬ ਦੀ ਕਿਸਾਨੀ ਹੈ, ਖੇਤੀ ਹੈ, ਉਹ ਇੱਕ ਤਰ੍ਹਾਂ ਨਾਲ ਪੰਜਾਬ ਦੀ ਆਤਮਾ ਹੈ, ਤੇ ਜੇ ਉਹਦੇ ਤੇ ਹਮਲਾ ਹੋ ਗਿਆ ਤੇ ਫਿਰ ਆਪਾਂ ਇਹ ਮਤ ਸੋਚੀਏ ਕਿ ਇਹ ਪੰਜਾਬ ਜਿਉਂਦਾ ਜਾਗਦਾ ਰਹੂਗਾ। ਸ਼ੁਕਰ ਹੋਇਆ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਕਹਿਤਾ। ਮੈਂ ਕਿਹਾ ਸ਼ਾਇਦ ਕਿਤੇ ਹੰਸਰਾਜ ਹੰਸੁਰਾਂ ਦਾ ਜ਼ਿਕਰ ਨਾ ਕਰ ਦਿਓ, ਚੰਗਾ ਹੋਇਆ ਮੈਂ ਬਹਾਨੇ ਜਾਂ ਨਾ ਚੇਤਾ ਨਹੀਂ ਕਰਾਇਆ, ਮੈਂ ਉਹ ਗੱਲ ਕੀਤੀ ਆ। ਤੇ ਨਹੀਂ, ਹੰਸਰਾਜ ਹੰਸੁਰ ਦੇਖੋ, ਇੱਕ ਹੁਣ ਵਾਟ ਸਾਹਿਬ ਇੱਕੋ ਮਿੰਟ ਵੇਖੋ, ਹੰਸਰਾਜ ਹੰਸੁਰਾਂ ਨੂੰ ਮੈਂ ਉਲਾਂਭਾ ਨਹੀਂ ਦੇਣਾ ਚਾਹੁੰਦਾ। ਉਹਦੇ ਪਿੱਛੇ ਕਾਰਨ ਹੈ ਕਿਉਂਕਿ ਹੰਸੁਰਾਂ ਨੇ ਪੰਜਾਬ 'ਚ ਕਈ ਵਾਰਾਂ ਇਲੈਕਸ਼ਨ ਲੜੀ, ਜਦੋਂ ਪੰਜਾਬੀਆਂ ਨੂੰ ਵੋਟ ਹੀ ਨਹੀਂ ਪਾਈ ਤੇ ਯਾਰ ਅਗਲਾ ਬੰਦਾ ਫਿਰ ਪੰਜਾਬ ਦੀ ਗੱਲ ਕਿਉਂ ਕਰੇ। ਹੁਣ ਜਿੱਥੇ ਜਾ ਕੇ 5 ਲੱਖ ਤੋਂ ਵੱਧ ਵੋਟਾਂ ਲਈਆਂ ਨੇ ਤੇ ਜਿਨ੍ਹਾਂ ਨੇ ਟਿਕਟ ਦਿੱਤੀ ਹੈ, ਫਿਰ ਅਗਲਾ ਬੰਦਾ ਤਾਂ ਕਹਿੰਦਾ ਭਾਈ ਜਿਨ੍ਹਾਂ ਨੇ ਹੁਣ ਕੁਰਸੀ ਦਵਾਈ ਆ, ਮੈਂ ਗੱਲ ਉਹਨਾਂ ਦੀ ਕਰਾਂ ਕਿ ਜਿਨ੍ਹਾਂ ਨੇ ਵੋਟਾਂ ਹੀ ਨਹੀਂ ਪਾਈਆਂ, ਮੈਂ ਉਹਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਦਾ ਫਿਰ। ਇਸ ਕਰਕੇ ਹੰਸਰਾਜ ਹੰਸੁਰਾਂ ਨੂੰ ਆਪਾਂ ਛੱਡੀਏ, ਨਵਜੋਤ ਸਿੱਧੂ ਹੋਰਾਂ ਤੇ ਆਈਏ। ਚਲੋ ਇਦਾਂ ਕਰ ਲੈਣੇ, ਮੈਨੂੰ ਲੱਗਦਾ ਅਗਲੀ ਇੰਟਰਵਿਊ ਕਿਤੇ ਉਹਨਾਂ ਨਾਲ ਨਾ ਕਰਨੀ ਹੋਵੇ ਜਿਹੜਾ ਠੰਡੇ ਜਿਹਾ ਬੋਲੇ ਆ। ਚਲੋ ਕੋਈ ਗੱਲ ਨਹੀਂ, ਜੇ ਆਗੇ ਦੇਖੋ, ਜੇ ਅੱਗੇ ਵੀ ਆਏ ਸੀ ਹੰਸਰਾਜ ਹੰਸੁਰੀ, ਅੱਗੇ ਵੀ ਆਏ ਸੀ, ਜੇ ਆਗੇ ਤੇ ਫਿਰ ਮੈਂ ਪੁੱਛਣੋਂ ਭੈੜਾ ਤਾਂ ਪੈਣਾ ਨਹੀਂ, ਇਹਦੇ ਗੱਲ ਪੱਕੀ ਹੈ। ਨਹੀਂ, ਇਹ ਤਾਂ ਗੱਲ ਪੱਕੀ, ਇਸ ਗੱਲ ਦਾ ਤੁਹਾਡੇ ਤੇ ਮਾਣ ਹੈ। ਚਲੋ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਆਉਣੇ ਆ। ਦੇਖੋ, ਸਿੱਧੂ ਸਾਹਿਬ ਨੇ ਟਵੀਟ ਕੀਤਾ ਹੈ, ਠੋਕ ਵਜਾ ਕੇ ਕੀਤਾ ਹੈ। ਉਹਦੇ ਵਿੱਚ ਬਹੁਤ ਸਾਰੀਆਂ ਉਹ ਗੱਲਾਂ ਉਹਨਾਂ ਨੇ ਆਖੀਆਂ ਜਿਹੜੀਆਂ ਆਖਣੀਆਂ ਚਾਹੀਦੀਆਂ ਸੀ। ਸਾਨੂੰ ਇਸ ਗੱਲ ਦਾ ਨਵਜੋਤ ਸਿੰਘ ਸਿੱਧੂ ਤੇ ਮਾਣ ਹੈ, ਪਰ ਜੇ ਗੇਂਦਾਂ ਰਹਿੰਦੀਆਂ ਹੁਣ 6, ਦੌੜਾਂ ਬਣਾਉਣੀਆਂ ਹੁਣ 20, ਉਦੋਂ ਫਿਰ ਸਿੰਗਲ ਨਹੀਂ ਲਈਦਾ, ਉਦੋਂ ਫਿਰ ਇੱਕ ਦੌੜ ਨਹੀਂ ਲਈਦੀ, ਉਦੋਂ ਫਿਰ ਵਿਕਟ ਨਹੀਂ ਬਚਾਈਦੀ, ਉਦੋਂ ਫਿਰ ਛਿੱਕੇ ਤੇ ਚੌਕੇ ਵਾਲੇ ਪਾਸੇ ਨੂੰ ਚੱਲੀਦਾ। ਉਦੋਂ ਇਹ ਵੀ ਦੇਖ ਲਈਦਾ ਕਿ ਭਾਈ ਜੇ ਮੁਰਲੇ ਨੇ ਨੋ ਬਾਲ ਸਿੱਟੀ ਆ ਫਿਰ ਚੱਕ ਦਿਓ, ਫਿਰ ਲਾ ਦਿਓ ਫੰਕਾ। ਬੜੀਆਂ ਵਧੀਆ ਗੱਲਾਂ ਕਰਦੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਹੱਕ ਦੀਆਂ, ਪਰ ਐਤਕੀ ਸੱਚੀ ਮੁੱਚੀ ਲੱਗਦਾ ਕਿ ਲੇਟ ਹੋ ਗਏ। ਚੰਗਾ ਹੁੰਦਾ ਜੇ ਆਪ ਤੋਂ ਨਹੀਂ ਸੀ ਇਸ ਮੁੱਦੇ ਤੇ ਸਰਗਰਮੀ ਹੁੰਦੀ, ਬੱਲੇਬਾਜ਼ ਰਨਰ ਰੱਖ ਲੈਂਦਾ ਹੁੰਦਾ, ਰਨਰ ਰੱਖ ਲਈਦਾ, ਫਿਰ ਅਗਲੇ ਪਾਸੇ ਨੂੰ ਆਉਣਾ ਚਾਹੀਦਾ ਸੀ। ਪੰਜਾਬ ਦੇ ਲੋਕ ਉਮੀਦ ਕਰਦੇ ਸੀ ਠੀਕ ਹੈ ਅੱਜ ਕਾਨੂੰਨ ਪਾਸ ਹੋ ਗਿਆ, ਅੱਜ ਅਸੀਂ ਇਕੱਲੇ ਵਿਰੋਧ ਕਰਨ ਜੋਗੇ ਰਹਿ ਗਏ, ਪਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਬਾਕੀ ਲੀਡਰਾਂ ਦੇ ਵਾਂਗ ਉਹ ਵੀ ਐਤਕੀ ਸੰਧਾਲੀਆ ਸਭ ਪਿੱਛੇ ਤਾਂ ਰਹੇ ਆ, ਕੋਈ ਮੰਨੇ ਨਾ ਮੰਨੇ। ਨਹੀਂ, ਇਹ ਤਾਂ ਹੈ। ਚਲੋ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਰਗਰਮ ਹੁੰਦੇ ਆ, ਬਿਆਨ ਦੁਬਾਰਾ ਆਉਂਦੇ ਆ ਤਾਂ ਸ਼ਾਇਦ ਉਸ ਪਾਸੇ ਨੂੰ ਝੁਕਾਅ ਹੋ ਜਾਵੇ। ਫਿਲਹਾਲ ਤਾਂ ਹੈ ਕਿ ਲੋਕਾਂ ਦਾ ਉਲਾਂਭਾ ਤਾਂ ਹੈਗਾ ਸਿੱਧੂ ਸਾਹਿਬ ਦੇ ਸਿਰ ਤੇ ਕਿ ਮਹਾਰਾਜ ਤੁਸੀਂ ਬੋਲੇ ਨਹੀਂ। ਉਹ ਕੀ ਉਹ ਕਹਿੰਦੇ ਹੁੰਦੇ ਹਿੰਦੀ, ਮਹਾਰਾਜ ਥੋੜੀ ਤੁਸੀਂ ਜ਼ਿਆਦਾ ਜਾਣਦੇ ਹੋ, PhD ਤੁਸੀਂ ਕੀਤੀ ਹੈ ਕਿ ਬਹੁਤ ਦੇਰ ਕਰਦੀ ਹਜ਼ੂਰ ਆਤੇ ਆਤੇ, ਕੁਛ ਇਦਾਂ ਦੀ ਗੱਲ ਸੀਗੀ ਉਹ। ਨਹੀਂ ਹੁੰਦੀ ਆ ਉਹ, ਮੈਂ ਹੁਣ ਤਾਂ ਨਹੀਂ ਕਰਨੀ ਕਿਉਂਕਿ ਭਗਵੰਤ ਮਾਨ ਹੋਰੀ ਅੱਜ ਕੱਲ੍ਹ ਹਰ ਭਾਸ਼ਣ 'ਚ ਕਰਦੇ ਆ। ਅੱਛਾ, ਭਗਵੰਤ ਮਾਨ ਹੋਰਾਂ ਦੀ ਗੱਲ ਵੀ ਕਰ ਲਈਏ, ਮੈਂ ਉਹ ਵੀ ਲਿਖੀ ਬੈਠਾ, ਅੱਜ ਮੈਂ ਬਹੁਤ ਦਿਵਾਲੇ ਹੋਇਆ ਸੀ ਇਹ ਸਾਰੇ ਕੁਝ। ਤੇ ਭਗਵੰਤ ਮਾਨ ਹੋਰਾਂ ਦਾ ਪੁਆਇੰਟ ਇਹ ਹੈ ਕਿ ਵੀ ਇਸ ਵਕਤ ਲੋਕ ਸਭਾ 'ਚ ਬਿੱਲ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਇਸ ਬਿੱਲ ਨੂੰ ਰੋਕਿਆ ਜਾ ਸਕਦਾ, ਤੇ ਰਾਜ ਸਭਾ ਦੇ ਵਿੱਚ ਜਿਹੜੀਆਂ ਬਾਕੀ ਦੀਆਂ ਧਿਰਾਂ ਨੇ, ਕਹਿੰਦੇ ਲੋਕ ਸਭਾ ਦੇ ਵਿੱਚ ਤਾਂ ਭਾਜਪਾ ਜਿਹੜੀ ਹੈ ਉਹਦੇ ਕੋਲੇ ਬਹੁਮਤ ਹੈ, ਪਰ ਰਾਜ ਸਭਾ ਦੇ ਵਿੱਚ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ, ਧਿਰਾਂ ਨੇ, ਉਹਨਾਂ ਦੇ ਕੋਲੇ ਇੰਨੀ ਕੁ ਸਮਰੱਥਾ ਹੈਗੀ ਹੈ ਕਿ ਉਹ ਵਿਰੋਧ ਕਰ ਸਕਣ। ਤੇ ਇਸ ਕਰਕੇ ਉਹ ਉਦੋਂ ਭੱਜ ਕੇ ਬਾਹਰ ਨਾ ਜਾਣ, ਵਾਕਈ ਉੱਥੇ ਬੈਠ ਕੇ ਤੇ ਇਸ ਚੀਜ਼ ਦਾ ਵਿਰੋਧ ਦਰਜ ਕਰਵਾਉਣ, ਤਾਂ ਜੋ ਵੋਟ ਦਰਜ ਹੋਵੇ ਕਿ ਹਾਂਜੀ ਫਲਾਨੀ ਪਾਰਟੀ ਨੇ ਇਸ ਬਿੱਲ ਦਾ ਵਿਰੋਧ ਕੀਤਾ। ਹੁਣ ਜੇ ਟੈਕਨੀਕਲੀ ਜਿੰਨੀ ਕੁ ਮੈਨੂੰ ਸਮਝ ਆਇਆ ਉਹ ਤਾਂ ਇਹ ਹੈ ਕਿ ਜੇ ਰਾਜ ਸਭਾ ਵਾਲੇ ਬਿੱਲ ਨਾ ਵੀ ਪਾਸ ਕਰਨ ਤੇ ਵੱਧ ਤੋਂ ਵੱਧ ਇੱਕ ਵਾਰ ਮੋੜ ਸਕਦੇ ਆ, ਅਗਲੀ ਵਾਰ ਉਹ ਆਪਣੇ ਆਪ ਹੀ ਪਾਸ ਮੰਨ ਲਿਆ ਜਾਣਾ, ਉਹਨਾਂ ਕੋਲੇ ਤਾਂ ਇੰਨੀ ਕੀ ਪਾਵਰ ਹੈ। ਪਰ ਫਿਰ ਵੀ ਇਸ ਬਿਆਨ ਦਾ ਸਿਰਫ ਇੱਕ ਰਾਜਨੀਤਿਕ ਨਜ਼ਰੀਆ ਹੈ ਜਾਂ ਫਿਰ ਤੁਹਾਨੂੰ ਲੱਗਦਾ ਕਿ ਇੱਕ ਸੰਕੇਤਕ ਵਿਰੋਧ ਦੇ ਲਈ ਕਿਹਾ ਹੋਊਗਾ ਮਾਨ ਸਾਹਿਬ ਨੇ? ਤੁਹਾਡੀ ਇਸ ਸੰਵਿਧਾਨਕ ਜਾਣਕਾਰੀ ਤੋਂ ਖੁਸ਼ ਹੋ ਕੇ ਤੁਹਾਨੂੰ 10 ਰੁਪਏ ਇਹ ਜਾਣਕਾਰੀ ਨਵਾਂ ਨੋਟ ਨਾ ਦਿਓ, ਨਵਾਂ ਨੋਟ ਨਾ ਦਿਓ। ਜਿਹੜਾ ਤੁਸੀਂ ਹੁਣ ਕੈਨੇਡਾ 'ਚ $10 ਦੀ ਗੱਲ ਨਹੀਂ ਕਰਦੇ, ਉਹ ਵੀ ਰੁਪਈਏ ਹੀ, ਸਾਡੇ ਕਰਮਾਂ 'ਚ ਰੁਪਈਏ ਹੀ। ਨਹੀਂ ਚਲੋ ਦੇਖੋ, ਮੈਨੂੰ ਤਾਂ ਇਹ ਸੀ ਵੀ ਭਾ ਦੇ ਚੀਜ਼ ਉਹ ਜਿਹੜੀ ਕੰਮ ਆਵੇ, ਕਹਿੰਦੇ ਹੁੰਦੇ ਨਾ ਮਿੱਤਰ ਉਹ ਜਿਹੜਾ ਕੰਮ ਆਵੇ। ਮੈਂ ਤਾਂ ਜਿਹੜੀ ਚੀਜ਼ ਕੰਮ ਆਉਣ ਵਾਲੀ ਹੈ ਉਹਦੀ ਗੱਲ ਕਰਦਾ। 10 ਰੁਪਏ ਤਾਂ ਕਿਸੇ ਮਨੀ ਚੇਂਜਰ ਨੇ ਤੋੜਨੇ ਵੀ ਨਹੀਂਗੇ। ਚਲੋ ਹੁਣ ਗੱਲ ਅੱਗੇ ਕਰਦੇ ਹਾਂ ਕਿ ਭਗਵੰਤ ਮਾਨ ਹੋਰਾਂ ਨੇ ਬਿਲਕੁਲ ਠੀਕ ਆਖਿਆ, ਮਸਲਾ ਇਹ ਤੁਹਾਡਾ ਬਿਲਕੁਲ ਜਾਇਜ਼ ਹੈ ਕਿ ਰਾਜ ਸਭਾ ਦੇ ਕੋਲੇ ਉਨੀਆਂ ਪਾਵਰਾਂ ਨਹੀਂ ਸਿਆਣੇ ਲੋਕਾਂ ਦੇ ਸਦਨ ਦੇ ਕੋਲ ਕਿ ਜੇ ਉਹ ਰੋਕ ਵੀ ਦੇਣ ਤਾਂ ਅਗਲੇ ਦੂਜੀ ਵਾਰੀ ਲੈ ਆਉਣਗੇ, ਨਹੀਂ ਤਾਂ ਢੰਗ ਤਰੀਕੇ ਹੋਰ ਬਥੇਰੇ ਆ ਕਿ ਤੁਹਾਡੇ ਤੋਂ ਬਿਨਾਂ ਵੀ ਕੰਮ ਕਹਿੰਦੇ ਚੱਲ ਜੂ। ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਜੇ ਇਕੱਠੇ ਹੋ ਜਾਣ ਤਾਂ ਵਧੀਆ, ਘੱਟੋ ਘੱਟ 250 ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ, ਚਲੋ ਕਈ ਇਸ ਵੇਲੇ ਦੁਨੀਆ ਤੇ ਨਹੀਂ, ਉਹਨਾਂ ਦੇ ਵਿੱਚੋਂ ਜੇ 100, 125, 150 ਇੰਨੇ ਕੁ ਬੰਦੇ, 100 ਬੰਦਾ ਹੀ ਜੇ ਵਿਰੋਧ ਕਰ ਦੇਵੇ ਕਿ ਅਸੀਂ 100 ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਠੋਕ ਕੇ ਵਿਰੋਧ ਕਰਦੇ ਆਂ, ਪਹਿਲਾਂ ਅੰਦਰ ਵਿਰੋਧ ਕਰੋ, ਉਹਦੇ ਤੋਂ ਬਾਅਦ ਬਾਹਰ ਆ ਕੇ ਵਿਰੋਧ ਕਰੋ, ਤੇ ਸੰਸਦ ਦੇ ਮੂਹਰੇ ਭਾਵੇਂ ਤੁਸੀਂ ਇਕੱਠੇ ਹੋ ਕੇ ਕਤਾਰ ਬੰਨ ਲਓ 6-6 ਫੁੱਟ ਦੀ ਦੂਰੀ ਤੇ, ਭਾਰਤ ਦੇ ਲੋਕਾਂ ਨੂੰ ਪਤਾ ਲੱਗੇ ਕਿ 250 ਦੇ ਵਿੱਚੋਂ 100, 125 ਰਾਜ ਸਭਾ ਦਾ ਮੈਂਬਰ ਨਹੀਂ ਚਾਹੁੰਦਾ ਕਿ ਭਾਈ ਇਹ ਬਿੱਲ ਪਾਸ ਹੋਵੇ। ਰੋਕ ਨਹੀਂ ਸਕਦੇ, ਪਰ ਹਾਂ ਚੰਗਾ ਹੋਵੇ, ਅਜੇ ਟਾਈਮ ਹੈਗਾ, ਆ ਵੀਕਐਂਡ ਹੈਗਾ ਉਹਨਾਂ ਦੇ ਕੋਲੇ, ਇੱਕ ਜ਼ੂਮ ਵਾਲੀ ਮੀਟਿੰਗ ਲੈ ਲਓ, ਬਾਕੀ ਪਾਰਟੀਆਂ ਦੇ ਨਾਲ ਸੰਪਰਕ ਕਰ ਲਓ। ਜੇ ਆਪਾਂ
ਉਹ ਬਿਹਾਰ ਦੇ ਵਿੱਚ ਜਾ ਕੇ ਇੱਕ ਵਾਰੀ ਮੁੱਖ ਮੰਤਰੀ ਦੇ ਅਹੁਦੇ ਦਾ ਜਿਹੜਾ ਸਹੁੰ ਚੁੱਕ ਸਮਾਗਮ ਸੀ ਉੱਥੇ ਬਾਕੀ ਪਾਰਟੀਆਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਜੇ ਅਸੀਂ ਕਈ ਹੋਰ ਸੂਬਿਆਂ ਦੇ ਵਿੱਚ ਜਾ ਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੀਆਂ ਬਾਤਾਂ ਪਾ ਸਕਦੇ ਹਾਂ। ਤੇ ਇਸ ਵੇਲੇ ਭਗਵੰਤ ਮਾਨ ਜੀ, ਕੇਜਰੀਵਾਲ ਸਾਹਿਬ ਜੇ ਗੱਲ ਸੁਣਦੇ ਆ ਤਾਂ ਜ਼ਰੂਰ ਯਤਨ ਕਰੋ ਕਿ ਬਾਕੀ ਪਾਰਟੀਆਂ ਨੂੰ ਨਾਲ ਤੋਰੋ, ਨਹੀਂ ਤਾਂ ਤੁਹਾਡੀ ਗੱਲ ਤੁਹਾਡੇ ਤੱਕ ਰਹਿ ਜਾਣੀ ਹੈ, ਬਾਕੀਆਂ ਦੀ ਗੱਲ ਬਾਕੀ ਤੱਕ ਰਹਿ ਜਾਣੀ ਹੈ। ਇਸ ਲਈ ਕੋਈ ਆ ਹੀ ਨਹੀਂ ਰਿਹਾ। ਕਈ ਵਾਰੀ ਵਿਆਹ ਹੁੰਦਾ, ਸਾਰੇ ਰਿਸ਼ਤੇਦਾਰ ਕਹਿੰਦੇ ਹੁੰਦੇ ਆ ਤਾਏ ਨੂੰ ਮਨਾਓ ਬਈ, ਚਾਚੇ ਨੂੰ ਮਨਾਓ, ਵੀ ਲਿਆਓ ਜ਼ਰੂਰ। ਲਿਆਵੇ ਕਿਹੜਾ ਮਸਲਾ ਤਾਂ ਇਸ ਲਈ ਇਹ ਹੈ। ਗੱਲ ਤਾਂ ਤੁਹਾਡੀ ਠੀਕ ਹੈ ਕਿ ਇੱਕ ਮੌਕਾ ਹੈਗਾ ਛੋਟਾ ਜਿਹਾ, ਹਾਲਾਂਕਿ ਬਹੁਤਾ ਸਾਰਥਕ ਨਹੀਂ, ਪਰ ਘੱਟੋ ਘੱਟ ਵਿਰੋਧਤਾ ਦਰਜ ਹੋਵੇ। ਬਿਲਕੁਲ ਸਹੀ। ਚਲੋ ਇਹ ਗੱਲਾਂ ਆਪਾਂ ਤਾਂ ਕਰ ਰਹੇ ਹਾਂ ਬਾਟ ਸਾਹਿਬ, ਕਿਉਂਕਿ ਅੱਜ ਆਪਾਂ ਇਹ ਗੱਲ ਆਪਣੇ ਜੇ ਪ੍ਰੋਗਰਾਮ ਦੇ ਥੰਬਨੇਲ ਦੀ ਗੱਲ ਕਰੀਏ ਤਾਂ ਉਹ YouTube ਤੇ ਇਹੀ ਹੈ ਕਿ ਵੀ ਲੀਡਰ ਹੁਣ ਨਾ ਲਹੂ ਲੱਭਦੇ ਪਏ ਆ ਵੀ ਯਾਰ ਚੀਚੀ ਨੂੰ ਲਾ ਲਈਏ ਕਿਤੇ ਨਾ ਕਿਤੇ, ਤੇ ਜਦੋਂ ਕੱਲ ਨੂੰ ਕਿਤੇ ਗਿਣਤੀ ਹੋਏ ਤੇ ਉਦੋਂ ਆਪਾਂ ਵੀ ਕਹੀਏ ਆਹ ਦੇਖੋ ਯਾਰ ਸਾਡੇ ਵੀ ਇੱਥੇ ਸੱਟ ਲੱਗੀ ਸੀ, ਉਹਨਾਂ ਦਾਤਰ ਮਾਰਿਆ, ਮੈਂ ਚੀਚੀ ਅੱਗੇ ਕਰ ਦਿੱਤੀ, ਉਹ ਬਸ ਉੱਥੋਂ ਲਹੂ ਨਿਕਲ ਆਇਆ, ਮੈਂ ਤਾਂ ਕੁਦਰਤੀ ਬਚ ਗਿਆ। ਅੱਛਾ, ਇਹ ਬਿਆਨ ਤਾਂ ਚਲੋ ਸਾਰੇ ਹੁਣ ਦੇਣ ਲੱਗ ਪਏ। ਇਹਦੇ 'ਚ ਹੁਣ ਆਪਾਂ ਭਾਜਪਾ ਦੀ ਵੀ ਗੱਲ ਕਰੀਏ। ਪੰਜਾਬ ਦੇ ਭਾਜਪਾ ਦੇ ਲੀਡਰ ਸਾਹਿਬਾਨ ਹੁਣ ਅਚਾਨਕ ਤੋਂ ਬੋਲੇ ਨੇ। ਮੈਨੂੰ ਲੱਗਦਾ ਵੀ ਰਾਤ ਦੇ ਫੋਨ ਦਿੱਲੀੋਂ ਆ ਗਏ ਹੋਣੇ ਸਾਰੇ ਲੀਡਰਾਂ ਨੂੰ ਵੀ ਕੀ ਕਰਦੇ ਜੇ ਬਈ, ਇੱਦਾਂ ਕਿੱਦਾਂ ਚੁੱਪ ਮੂੰਹ 'ਚ ਘੁੰਗਣੀਆਂ ਪਾ ਕੇ ਤੇ ਗੱਡੀ ਚੱਲਣੀ ਨਹੀਂ, ਕੁਛ ਕਰੋ, ਕੁਛ ਬੋਲੋ। ਇਸ ਕਰਕੇ ਉਹਨਾਂ ਨੇ ਆਪਣੇ ਬਿਆਨ ਦਰਜ ਕਰਾਉਣੇ ਸ਼ੁਰੂ ਕਰ ਦਿੱਤੇ ਆ। ਕੋਈ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਦੁਆਲੇ ਹੋ ਗਿਆ ਕਿ ਇਹ ਦੇਖੋ ਜੀ ਬੰਦਾ ਪਹਿਲਾਂ ਨਹੀਂ ਬੋਲਿਆ। ਕਿਸੇ ਨੇ ਬਾਦਲ ਪਰਿਵਾਰ ਦੇ ਦੁਆਲੇ ਝੋਲਾ ਚੱਕ ਲਿਆ, ਉਹ ਕਹਿੰਦੇ ਦੇਖੋ ਜੀ ਇਹ ਤਾਂ ਡਰਾਮੇ ਕਰੀ ਜਾਂਦੇ, ਕਿਹੜੇ ਅਸਤੀਫਾ ਕੋਈ ਨਹੀਂ ਇਹਨਾਂ ਦਿੱਤਾ, ਇਹ ਤਾਂ ਆਪਣੀ ਸ਼ਾਖ ਬਚਾਉਂਦੇ ਫਿਰਦੇ ਆ। ਕੋਈ ਬੰਦਾ ਕਹਿੰਦਾ ਜੀ ਕਿ ਦੇਖੋ ਇਹ ਜਿਹੜਾ ਬਿਆਨ ਹੈ ਜਾਂ ਜੋ ਵੀ ਦਿੱਤਾ ਗਿਆ ਇਹ ਪਤਾ ਨਹੀਂ ਕਿੱਦਾਂ ਇਹਨਾਂ ਨੇ ਦੇ ਦਿੱਤਾ, ਕੱਲ੍ਹ ਤੱਕ ਤਾਂ ਆਪਣੇ ਨਾਲ ਬਿਲਕੁਲ ਸਹਿਮਤ ਸੀ। ਹੁਣ ਭਾਜਪਾ ਦੇ 2-3 ਲੀਡਰਾਂ ਦੇ ਨਾਂ, ਇਹ ਨਾਂ ਜਦੋਂ ਮੈਂ ਨਾਂ ਆਖੂ ਤੇ ਲੈ ਦਿਆਂ ਕਿ ਬਿਆਨਾਂ ਤੋਂ ਤੁਸੀਂ ਸਮਝ ਹੀ ਗਏ ਵੀ ਕਿੰਨੇ ਕੀ ਬਿਆਨ ਦਿੱਤਾ। ਨਹੀਂ, ਮੈਂ ਸਮਝ ਗਿਆ ਜੀ, ਮੈਂ ਆਉਣ ਲੱਗਾ ਬਸ ਉਧਰੋਂ ਤਿਆਰ ਬਰ ਤਿਆਰ ਬੈਠਾ। ਪਹਿਲੀ ਗੱਲ ਹੈ ਕਿ ਬਿਆਨ ਬੀਜੇਪੀ ਦੇ ਆ, ਔਖੇ ਅਕਾਲੀ ਦਲ ਬਾਦਲ ਨੂੰ ਕਰਨਗੇ, ਕਿਉਂਕਿ ਅਕਾਲੀ ਦਲ ਬਾਦਲ ਨੇ ਵਜ਼ੀਰੀ ਛੱਡੀ ਹੈ, ਗੱਠਜੋੜ ਨਹੀਂ ਛੱਡਿਆ। ਜੇ ਗੱਠਜੋੜ ਦੇ ਵਿੱਚ ਕਾਇਮ ਹੈ ਤੇ ਇਹਦਾ ਮਤਲਬ ਹੈ ਕਿ ਜਿਹੜੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਬਣਾਏ ਸੀ ਪੰਜਾਬ ਦੇ ਲਈ ਉਹ ਵੀ ਕਾਇਮ ਹੋਣਗੇ। ਮਨੋਰੰਜਨ ਕਾਲੀਆ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨੇ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨੇ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸਨ ਤਾਂ ਉਹਨਾਂ ਦੇ ਨਾਲ ਉਹ ਵਜ਼ਾਰਤ 'ਚ ਸਨ। ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਤਾਲਮੇਲ ਕਮੇਟੀ ਬਣਦੀ ਆ ਤੇ ਉਹਦੇ ਉਹ ਮੈਂਬਰ ਹੁੰਦੇ ਆ, ਸਲਾਹ ਮਸ਼ਵਰਾ ਕਰਦੇ ਆ। ਮਨੋਰੰਜਨ ਕਾਲੀਆ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਸਮਝ ਹੀ ਨਹੀਂ ਆਉਂਦੀ, ਇੰਨਾ ਮੂਡ ਲੈ ਗਏ। ਕੱਲ ਤੱਕ ਤਾਂ ਕਹਿੰਦੇ ਸਿਫਤਾਂ ਕਰਦੇ ਫਿਰਦੇ ਸੀ ਕਿ ਇਹ ਬਿੱਲ ਹੈ ਹੀ ਬਹੁਤ ਵਧੀਆ, ਇਹ ਆਰਡੀਨੈਂਸ ਚੰਗਾ ਹੀ ਬੜੇ ਆ। ਬਾਦਲ ਸਾਹਿਬ ਉਹ ਕਹਿੰਦੇ ਖੁਦ ਲਾਈਨ ਦੇ ਉੱਤੇ ਆ ਕੇ, ਸੋਸ਼ਲ ਮੀਡੀਆ ਦੇ ਉੱਤੇ ਆ ਕੇ 10 ਮਿੰਟ ਕਹਿ ਕੇ ਗਏ ਆ ਕਿ ਇਹ ਚੀਜ਼ਾਂ ਬਹੁਤ ਵਧੀਆ, ਤੇ ਹੁਣ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ, ਫਿਰ ਕਿੱਦਾਂ ਗਏ। ਦੂਸਰੀ ਗੱਲ, ਮਨੋਰੰਜਨ ਕਾਲੀਆ ਹੋਰੀ ਕਹਿੰਦੇ ਕਿ ਕਦੇ ਵੀ ਇਹਨਾਂ ਨੇ ਇਹਨਾਂ ਆਰਡੀਨੈਂਸਾਂ ਨੂੰ ਤਬਦੀਲ ਕਰਨ ਦੀ ਜਾਂ ਕਿਸੇ ਹੋਰ ਚੀਜ਼ ਦੀ ਗੱਲ ਹੀ ਨਹੀਂ ਕੀਤੀ, ਸਿਰਫ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਕੀਤੀ ਹੈ ਤੇ ਅਸੀਂ ਕਹਿਤਾ ਸੀ ਕਿ ਭਾਈ ਉਹ ਸਮਰਥਨ ਮੁੱਲ ਕਾਇਮ ਰਹੂਗਾ, ਹੋਰ ਕਦੇ ਕੋਈ ਗੱਲ ਨਹੀਂ ਕੀਤੀ। ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਜਦੋਂ ਆਪਾਂ ਇਹ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਅਕਾਲੀ ਦਲ ਦਾ ਗੱਠਜੋੜ ਹੈ। ਜੇ ਉਸ ਪਾਰਟੀ ਦਾ ਸਾਬਕਾ ਸੂਬਾ ਪ੍ਰਧਾਨ ਇਹ ਕਹਿੰਦਾ ਤਾਂ ਫਿਰ ਕਿਤੇ ਨਾ ਕਿਤੇ ਗੱਲ ਤਾਂ ਤੁਰੂਗੀ ਨਾ, ਕਿਤੇ ਨਾ ਕਿਤੇ ਉਸ ਮਸਲੇ ਦਾ ਸਪਸ਼ਟੀਕਰਨ ਤਾਂ ਦੇਣਾ ਪਊਗਾ ਨਾ। ਅਸ਼ਵਨੀ ਸ਼ਰਮਾ ਮੌਜੂਦਾ ਪ੍ਰਧਾਨ ਨੇ ਪਠਾਨਕੋਟ ਵਾਲੇ, ਉਹ ਕਹਿੰਦੇ ਸਿਆਸੀ ਬਿਆਨ ਦੇਈ ਜਾਂਦੇ ਆ, ਗੱਲਬਾਤ ਤਾਂ ਕੋਈ ਨਹੀਂ, ਸਿਆਸੀ ਬਿਆਨ ਆ, ਭਲਕ ਉਹਨਾਂ ਨੇ ਸਾਡੇ ਨਾਲ ਆ ਜਾਣਾ, ਗੱਠਜੋੜ ਸਾਡਾ ਕਾਇਮ ਆ, ਇਦਾਂ ਦੀ ਗੱਲ ਹੀ ਕੋਈ ਨਹੀਂ। ਹੁਣ ਅਗਲੇ ਇੰਨੇ ਰਿਲੈਕਸ ਨੇ, ਅਗਲੇ ਕਹੀ ਜਾਂਦੇ ਆ ਕਿ ਭਾਈ ਅਸੀਂ ਸਹੀ ਆ, ਕੱਲ ਤੱਕ ਸਾਡੇ ਨਾਲ ਸੀ, ਤੇ ਅਕਾਲੀ ਦਲ ਬਾਦਲ ਲਈ ਸਥਿਤੀ ਕਸੂਤੀ ਬਣ ਜੂ। ਨਹੀਂ, ਸਥਿਤੀ ਤਾਂ ਕਸੂਤੀ ਬਣ ਗਈ, ਕਿਉਂਕਿ ਇਕੱਲੀ ਭਾਜਪਾ ਨਹੀਂ ਕਹਿ ਰਹੀ, ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਦੇਖੋ ਜੀ ਅਸਤੀਫਾ ਤਾਂ ਦੇ ਦਿੱਤਾ ਪਰ ਗੱਠਜੋੜ ਤਾਂ ਅਜੇ ਵੀ ਕਾਇਮ ਹੈ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰੀਏ ਤੇ ਖੁਦ ਬਾਕੀ ਜਿਹੜੇ ਮੰਤਰੀ ਨੇ, ਉਹਨਾਂ ਦੇ MLA ਨੇ, ਉਹ ਤਾਂ ਬਿਆਨ ਦੇ ਹੀ ਰਹੇ ਆ। ਖੁਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ ਹੈ, ਉਹ ਕਹਿੰਦੇ ਕਿ ਦੇਖੋ ਗੱਲ ਇਹ ਹੈ ਕਿ ਜਿਹੜਾ ਅਸਤੀਫਾ ਹੈ ਉਹ ਬੜਾ ਦੇਰ ਨਾਲ ਦਿੱਤਾ ਗਿਆ, ਬੜੀ ਲੇਟ ਦਿੱਤਾ ਗਿਆ ਤੇ ਮਜਬੂਰੀ 'ਚ ਦਿੱਤਾ ਗਿਆ। ਇਹ ਜਿਹੜਾ ਅਸਤੀਫਾ ਹੈ ਜੇ ਪਹਿਲਾਂ ਦਿੱਤਾ ਗਿਆ ਹੁੰਦਾ ਤੇ ਕੋਈ ਫਾਇਦਾ ਹੋ ਜਾਣਾ ਸੀ। ਪਲੱਸ ਉਹ ਇਹ ਵੀ ਕਹਿੰਦੇ ਨੇ ਕਿ ਵੀ ਅਜੇ ਵੀ ਗੱਠਜੋੜ ਤਾਂ ਉਸੇ ਤਰ੍ਹਾਂ ਹੀ ਕਾਇਮ ਹੈਗਾ। ਹੁਣ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਸਿਆਸੀ ਇਸ ਵਕਤ ਸਾਰੇ ਨਿਸ਼ਾਨੇ ਸ਼੍ਰੋਮਣੀ ਅਕਾਲੀ ਦਲ ਤੇ ਸਾਧੇ ਜਾ ਰਹੇ, ਆਉਣ ਵਾਲੇ ਦਿਨਾਂ 'ਚ ਸ਼ਾਇਦ ਉਹ ਗੱਠਜੋੜ ਤੋੜਨ ਵਾਲਾ ਕੌੜਾ ਘੁੱਟ ਵੀ ਕਰ ਲੈਣਾ। ਇਹਦੇ ਸੰਕੇਤ ਬਲਵਿੰਦਰ ਸਿੰਘ ਭੂੰਦੜ ਹੋਰਾਂ ਦੇ ਉਸ ਬਿਆਨ ਤੋਂ ਮਿਲਦੇ ਆ, ਜਿਹਦੇ 'ਚ ਉਹ ਇਹ ਕਹਿੰਦੇ ਨੇ ਕਿ ਵੀ ਅਸੀਂ ਬਚੇ ਨਹੀਂ ਹੋਏ ਕਿਸੇ ਦੇ, ਜਾਂ ਸਾਨੂੰ ਇਹ ਨਹੀਂ ਹੈਗਾ ਵੀ ਇਹ ਬੜੀ ਮਜਬੂਰੀ ਹੈ ਵੀ ਅਸੀਂ ਹਰ ਕੰਮ ਜਿਹੜਾ ਹੈ ਉਹ ਅਗਲਿਆਂ ਕੋਲੋਂ ਪੁੱਛ ਦੱਸ ਕੇ ਹੀ ਕਰਨਾ। ਅਕਾਲੀ ਦਲ ਆਪਣੇ ਫੈਸਲੇ ਲੈਣ ਲਈ ਆਜ਼ਾਦ ਆ। ਇੱਕ ਤਰ੍ਹਾਂ ਦਾ ਉਹਨਾਂ ਦਾ ਸੰਕੇਤ ਹੈ ਕਿ ਵੀ ਜੇ ਅਸੀਂ ਕੁਰਸੀ ਛੱਡ ਸਕਦੇ ਹਾਂ ਤੇ ਠੀਕ ਆ, ਫਿਰ ਵੇਖੀ ਜਾਊ। ਭਾਜਪਾ ਨੂੰ ਵੀ ਇਹ ਲੱਗਦਾ ਵੀ ਅਸੀਂ ਇਕੱਲਿਆਂ ਪੰਜਾਬ 'ਚ ਸਾਰਾ ਕੁਛ ਕਰ ਲੈਣਾ ਤੇ ਆ ਜਾਓ ਫਿਰ ਭਾਈਦਿਆਂ ਨੂੰ ਵਾਣ ਇੱਕੋ ਜਿਹੇ ਕਰ ਲਈਏ। ਇਸ ਬਿਆਨ ਤੋਂ ਸੰਕੇਤ ਮਿਲਦਾ ਇਹ? ਨਹੀਂ, ਬਿਲਕੁਲ ਸੰਕੇਤ ਮਿਲਦਾ। ਸੰਧਾਲੀਆ ਸਾਹਿਬ, ਦੇਰ ਸਵੇਰ ਤੋੜ ਵਿਛੋੜਾ ਕਰਨਾ ਪੈਣਾ, ਉਹ ਅਕਾਲੀ ਦਲ ਦਾ ਸਰਨਾ ਨਹੀਂ, ਕਿਉਂਕਿ ਇੱਕ ਪਾਸੇ ਤਾਂ ਅਕਾਲੀ ਦਲ ਇਹ ਗੱਲ ਮੰਨਦਾ ਨਾ ਕਿ ਬੀਜੇਪੀ ਵਾਲਿਆਂ ਨੇ ਸਾਡੀ ਸੁਣੀ ਨਹੀਂ,
ਅਸੀਂ ਮੰਤਰੀ ਮੰਡਲ 'ਚ ਵਿਰੋਧ ਦਰਜ ਕਰਾਇਆ, ਅਸੀਂ ਪਾਰਲੀਮੈਂਟ ਦੇ ਵਿੱਚ ਵਿਰੋਧ ਦਰਜ ਕਰਾਇਆ, ਅਸੀਂ ਵਜ਼ਾਰਤ ਛੱਡੀ, ਉਹਨਾਂ ਸਾਡੀ ਸੁਣੀ ਨਹੀਂ। ਇਹ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਕਹਿੰਦੇ ਆ ਤੇ ਬੀਬੀ ਹਰਸਿਮਰਤ ਕੌਰ ਬਾਦਲ ਸਾਬਕਾ ਕੈਬਨਿਟ ਮੰਤਰੀ ਵੀ ਕਹਿੰਦੇ ਆ। ਅੱਜ ਪਹਿਲੀ ਵਾਰ ਉਹਨਾਂ ਨੂੰ ਸਾਬਕਾ ਕੈਬਨਿਟ ਮੰਤਰੀ ਕਿਹਾ ਗਿਆ, ਚੇਤਾ ਹੀ ਭੁੱਲ ਜਾਂਦਾ ਕਿਉਂਕਿ ਅਸਤੀਫਾ ਅਜੇ ਕੱਲ ਹੀ ਮਨਜ਼ੂਰ ਹੋਇਆ। ਨਹੀਂ ਕੱਲ ਕਿਉਂ ਹੋਇਆ ਬਾਦ ਸਾਹਿਬ, ਰਾਤੋਂ ਰਾਤ ਹੀ ਕਰਾਤਾ। ਉਹਦਾ ਵੀ ਬੜਾ ਗੁੱਡਾ ਬੰਨੀ ਬੈਠੇ ਨੇ ਇੱਥੇ। ਉਹ ਕਹਿੰਦੇ ਵੀ ਇਹ ਤਾਂ ਇਦਾਂ ਸੀ ਵੀ ਜਿਵੇਂ ਭਾਜਪਾ ਵਾਲੇ ਕਹਿੰਦੇ ਸੀ ਵੀ ਇੱਕ ਵਾਰਾਂ ਫਟਾਫਟ ਅਸਤੀਫਾ ਲਿਖ ਦੇਣ ਤੇ ਰਾਸ਼ਟਰਪਤੀ ਸਾਹਿਬ ਨੂੰ ਰਾਤ ਨੂੰ ਉਠਾਲ ਲਿਆ। ਭਗਵੰਤ ਮਾਨ ਹੁਣੀ ਬੜਾ ਤਬਾ ਲਾਉਂਦੇ ਨੇ ਤੇ ਉਹ ਕਹਿੰਦੇ ਵੀ ਉਹ ਤਾਂ ਰਾਤ ਨੂੰ ਉਠਾਲ ਲਿਆ ਭਾਈ ਸਾਹਿਬ, ਵੀ ਇਹ ਨਾ ਹੋਏ ਬਾਅਦ ਚ ਕਹਿਣ ਵੀ ਨਹੀਂ ਮੋੜ ਦਿਓ ਅਸਤੀਫਾ, ਫਟਾਫਟ ਮੋਹਰ ਲਾ ਕੇ ਬਸ ਖਤਮ ਕਰ ਦਿਓ ਕਹਾਣੀ। ਹੁਣ ਦੇਖੋ ਕਾਰਨ ਆ ਵੀ ਲੀਡਰਾਂ ਦਾ ਤਾਂ ਆਹੀ ਕੰਮ ਹੋ ਗਿਆ ਨਾ ਵੀ ਇੱਕ ਦੂਸਰੇ ਦੇ ਉੱਪਰ ਤਵੇ ਲਾਈ ਜਾਓ ਤੇ ਆਪਣੇ ਵਾਲੇ ਬੰਦੇ ਉਹਨਾਂ ਤਵਿਆਂ ਨੂੰ ਗਾਂਹ ਬਾਕੀਆਂ ਨੂੰ ਸੁਣਾ ਦਿੰਦੇ ਆ। ਤੇ ਫਿਰ ਉਦੋਂ ਬਾਅਦ ਹੋ ਸਕਦਾ ਵੀ ਇਸ ਵਕਤ ਆਪਾਂ ਨੂੰ ਜਿਹੜੇ ਬੰਦੇ ਦੇਖ ਰਹੇ ਸੁਣ ਰਹੇ, ਕੋਈ ਗੱਡੀ ਚਲਾਉਂਦਾ ਹੋਵੇ, ਕੋਈ ਹੋਰ ਕੰਮ ਕਰਦਾ ਹੋਵੇ, ਤੇ ਉਹ ਵੀ ਸੋਚਦਾ ਵੀ ਇਹ ਗੱਲ ਤਾਂ ਠੀਕ ਹੈ। ਆ ਕਿਤੇ ਨਾ ਕਿਤੇ ਆਪਾਂ ਵੀ ਜਦੋਂ ਸਵਾਦ 'ਚ ਪੈ ਜਾਂਦੇ ਨੇ ਉਦੋਂ ਫਿਰ ਅਸਲ ਮਸਲਾ ਜਿਹੜਾ ਉਹ ਕਿਤੇ ਹੋਰ ਪਾਸੇ ਹੋ ਜਾਂਦਾ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਗੱਲ ਤਾਂ ਮੁੱਕਦੀ ਇੱਥੇ ਹੈ ਕਿ ਅਸੀਂ ਇਕੱਲੇ ਲੀਡਰ ਦਾ ਬਿਆਨ ਜਿਹੜਾ ਇਸ ਕਰਕੇ ਲੋਕ ਕਚਹਿਰੀ ਦੇ ਵਿੱਚ ਪੇਸ਼ ਕਰ ਰਹੇ ਹਾਂ, ਪ੍ਰਾਈਮ ਫੋਕਸ ਦੇ ਵਿੱਚ ਪੇਸ਼ ਕਰ ਰਹੇ ਤਾਂ ਜੋ ਪਤਾ ਲੱਗੇ ਕਿ ਪੰਜਾਬ ਡੁੱਬ ਚੱਲਿਆ, ਰੁੜ ਚੱਲਿਆ, ਹੜ ਚੱਲਿਆ, ਨਿੱਗਰ ਚੱਲਿਆ, ਨਿਰਾਸ਼ ਹੋ ਚੱਲਿਆ। ਪਰ ਸਾਡੇ ਲੀਡਰ ਕਰਦੇ ਕੀ ਹੈ? ਭਗਵੰਤ ਮਾਨ ਸਾਹਿਬ ਕਹਿੰਦੇ ਰਾਜ ਸਭਾ ਦੇ ਵਿੱਚ ਇਕੱਠੇ ਹੋਣਾ ਚਾਹੀਦਾ, ਠੀਕ ਹੈ। ਸਿੱਧੂ ਸਾਹਿਬ ਨੇ ਲੇਟ ਟਵੀਟ ਕੀਤਾ, ਸਨੀ ਦਿਓਲ ਸਾਹਿਬ ਹੱਕ 'ਚ ਨੇ, ਬੀਜੇਪੀ ਦੇ ਬਾਕੀ ਅਸ਼ਵਨੀ ਸ਼ਰਮਾ ਜਾਂ ਮਨੋਰੰਜਨ ਕਾਲੀਆ ਉਹ ਹੱਕ 'ਚ ਨੇ। ਅਕਾਲੀ ਦਲ ਦੀ ਗੱਲ ਕਰੀਏ ਤਾਂ ਹੁਣ ਦੇਖ ਲਓ, ਜਾਣੀ ਕਿ ਜਿੰਨੇ ਲੀਡਰਾਂ ਦਾ ਆਪਾਂ ਹੁਣ ਤੱਕ ਜ਼ਿਕਰ ਕੀਤਾ, ਇੱਕ ਵੀ ਲੀਡਰ ਨੇ ਇਦਾਂ ਦੀ ਨੀਤੀ ਨਹੀਂ ਦੱਸੀ ਕਿ ਆਪਾਂ ਪੰਜਾਬ ਬਚਾ ਲਾਂਗੇ। ਜਾਂ ਤਾਂ ਵਿਰੋਧ ਦਰਜ ਕਰਾਉਂਦੇ ਆ, ਜਾਣੀ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਆਪਣਾ ਸਾਫਾ ਝਾੜ ਕੇ ਉਹਦੇ ਤੋਂ ਕੰਡ ਲਾਉਣੀ ਚਾਹੁੰਦੇ ਆ ਕਿ ਭਾਈ ਆ ਦੇਖੋ ਅਸੀਂ ਸਾਫ਼ ਸੁਥਰੇ ਆ, ਸਾਨੂੰ ਨਹੀਂ ਪਤਾ ਕਿ ਭਾਈ ਉਧਰਲੇ ਪਾਸੇ ਕੌਣ ਤੁਰਿਆ ਫਿਰਦਾ ਸੀ। ਪਰ ਪੰਜਾਬ ਨੂੰ ਬਚਾਉਣ ਦਾ ਟਾਰਗੇਟ ਨਹੀਂ ਹੈ, ਪੰਜਾਬ ਨੂੰ ਬਚਾਉਣ ਦੇ ਲਈ ਨੀਤੀ ਕਿਸੇ ਦੇ ਕੋਲ ਹੀ ਨਹੀਂ। ਹੁਣ ਅਕਾਲੀ ਦਲ ਦੀ ਗੱਲ ਹੈ, ਪ੍ਰੋਬਲਮ ਕੀ ਹੈ, ਸਮੱਸਿਆ ਕੀ ਹੈ? ਰੌਲਾ ਤੇ ਇਸ ਗੱਲ ਦਾ ਸੀ ਨਾ ਕਿ ਕਾਨੂੰਨ ਨਹੀਂ ਬਣਨੇ ਚਾਹੀਦੇ ਤੇ ਕਾਨੂੰਨ ਜਿਹੜੇ ਆ ਪੰਜਾਬ ਨੂੰ ਤਬਾਹ ਕਰ ਦੇਣਗੇ, ਖੇਤੀ ਤਬਾਹ ਕਰ ਦੇਣਗੇ, ਇਹੀ ਗੱਲ ਸੀ। ਪਰ ਅੱਜ ਯੂਥ ਅਕਾਲੀ ਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਕਿ ਤੁਸੀਂ ਵਜ਼ਾਰਤ ਛੱਡੀ। ਸਨਮਾਨ ਕੀਤਾ, ਠੀਕ ਹੈ, ਤੁਹਾਡਾ ਹੱਕ ਬਣਦਾ, ਅਗਲਿਆਂ ਨੇ ਕੁਰਬਾਨੀ ਕੀਤੀ ਹੈ ਤੇ ਤੁਸੀਂ ਸਨਮਾਨ ਕਰ ਦਿੱਤਾ। ਪਰ ਰੌਲਾ ਇਹ ਆ ਨਾ ਕਿ ਵਜ਼ੀਰੀ ਛੱਡ ਦਿੱਤੀ, ਠੀਕ ਹੈ, ਪਰ ਟਾਰਗੇਟ ਤਾਂ ਅਚੀਵ ਨਾ ਹੋਇਆ। ਸਰਕਾਰ ਦੇ ਵਿੱਚ ਆਪਾਂ ਸੀ, ਜੇ ਟਾਰਗੇਟ ਅਚੀਵ ਹੋਣ ਤੋਂ ਬਿਨਾਂ ਇਹਨੂੰ ਬਹੁਤ ਵੱਡੀ ਪ੍ਰਾਪਤੀ ਦੱਸ ਕੇ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਊਗਾ ਤਾਂ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ ਇਹ ਕਹਿਣ ਦਾ ਮੌਕਾ ਮਿਲਣਾ ਕਿ ਦੇਖਿਆ ਭਾਈ 2022 ਦੇ ਲਈ ਲੋਕਾਂ ਨੂੰ ਆਪਣੇ ਨਾਲ ਜੋੜਦੇ ਆ, ਇਸ ਗੱਲ ਨੂੰ ਭਣਾਉਂਦੇ ਆ। ਪੰਜਾਬ ਨੂੰ ਬਚਾਉਣ ਦੇ ਲਈ ਕਾਨੂੰਨ ਰੱਦ ਕਰਾਉਣ ਦਾ ਟਾਰਗੇਟ ਕਿਸੇ ਦੇ ਕੋਲੇ ਹੈ ਹੀ ਨਹੀਂ। ਜਿਹੜਾ ਕੋਈ ਕਹਿੰਦਾ ਮੈਂ ਦਿੱਲੀ ਘੇਰ ਲੈਣੀ ਆ, ਕੋਈ ਕਹਿੰਦਾ ਮੈਂ ਆਹ ਕਰ ਲੈਣਾ ਹੈ, ਕੋਈ ਕਹਿੰਦਾ ਮੈਂ ਉਹ ਕਰ ਲੈਣਾ ਹੈ, ਕੋਈ ਕਹਿੰਦਾ ਮੈਂ ਅਸਤੀਫਾ ਦੇਤਾ, ਕੋਈ ਕਹਿੰਦਾ ਮੈਂ ਸਭ ਤੋਂ ਵੱਧ ਬੋਲਿਆ, ਕੋਈ ਕਹਿੰਦਾ ਮੈਂ ਵੋਟ ਪਾ ਕੇ ਆਇਆ। ਪਰ ਉਹਦੇ ਵਿੱਚੋਂ ਪੰਜਾਬ ਦੇ ਦਰਦ ਨੂੰ ਖਤਮ ਕਰਨ ਦੀ ਕੋਈ ਪਾਲਿਸੀ ਤਾਂ ਹੈ ਹੀ ਨਹੀਂ। ਆ ਜਿਸ ਤਰੀਕੇ ਸਨਮਾਨ ਹੋਣ ਲੱਗ ਪਏ ਆ, ਉਹਦੇ ਤੋਂ ਮੈਨੂੰ ਲੱਗਦਾ ਕਿ ਗੱਲ ਦੂਜੇ ਪਾਸੇ ਖਿੱਲਰ ਜਾਣੀ ਹੈ, ਜਿੱਧਰਲੇ ਪਾਸੇ ਆਪਾਂ ਕੱਲ ਸ਼ੱਕ ਜ਼ਾਹਿਰ ਕੀਤੀ ਸੀ। ਨਹੀਂ ਦੇਖੋ ਕਾਰਨ ਹੈ ਵਾਟ ਸਾਹਿਬ, ਤੁਸੀਂ ਵੀ ਤਾਂ ਹੁਣ ਕਦੋਂ ਦੇ ਇਸ ਲਾਈਨ 'ਚੋਂ, ਤੁਹਾਨੂੰ ਵੀ ਤਾਂ ਪਤਾ ਹੀ ਹੈ ਨਾ। ਹੁਣ ਜੇ ਮੰਨ ਲਓ ਵੀ ਮੇਰਾ ਕਾਰੋਬਾਰ ਜਿਹੜਾ ਹੈ ਉਹ ਇਸ ਚੀਜ਼ ਦਾ ਹੈ ਕਿ ਵੀ ਮੈਂ ਟੈਂਟ, ਤੰਬੂ, ਕਨਾਤਾਂ, ਸਪੀਕਰ, ਡੀਜੇ ਜਿਹੜਾ ਹੈ ਉਹ ਲੋਕਾਂ ਦੇ ਘਰੇ ਲਾਉਣਾ ਜਦੋਂ ਕੋਈ ਵਿਆਹ ਸ਼ਾਦੀ ਹੋਵੇ। ਤੇ ਹੁਣ ਤੁਸੀਂ ਮੈਨੂੰ ਇਸ ਗੱਲੋਂ ਵੀ ਰੋਕੀ ਜਾਂਦੇ ਹੋ ਵੀ ਜਦੋਂ ਮੈਂ ਤੁਹਾਡੀ ਦੁਕਾਨ ਦੇ ਅੱਗੋਂ ਦੀ ਲੰਘਾਂ ਤੇ ਉਦੋਂ ਤੁਸੀਂ ਬਾਹਰ ਸਪੀਕਰ ਵੰਝ ਖੜੇ ਕਰਕੇ ਚਾਨਣੀਆਂ ਜਾਂ ਦਰੀਆਂ ਜਿਹੜੀਆਂ ਉਹ ਸੜਕ ਦੇ ਉੱਪਰ ਨਾ ਸੁੱਕਣੇ ਪਾਓ, ਇੱਦਾਂ ਤਾਂ ਨਹੀਂ ਨਾ ਹੁੰਦਾ। ਹੁਣ ਇਸ ਕਰਕੇ ਜਿਹੜੀ ਚੀਜ਼, ਜੇ ਰਾਜਨੇਤਾਵਾਂ ਦੀ ਆਪਾਂ ਗੱਲ ਕਰੀਏ, ਉਹਨਾਂ ਦਾ ਕੰਮ ਸਿਆਸਤ ਕਰਨਾ ਹੈ। ਤੇ ਹੁਣ ਸਿਆਸਤ ਦੇ ਲਈ ਜੇ ਅਗਲਿਆਂ ਨੇ ਕੁਰਸੀ ਛੱਡੀ ਹੈ, ਹੁਣ ਕਾਰਨ ਇੱਕ ਇਹ ਵੀ ਹੈ, ਮੈਨੂੰ ਇਹ ਆ ਵੀ ਕਈ ਵਾਰ ਉਹ ਕਹਿ ਦਿੰਦੇ ਆ ਵੀ ਹਾਂਜੀ ਭਾਈ ਸਾਹਿਬ ਸਾਡੀ ਤੁਸੀਂ ਗੱਲ ਨਹੀਂ ਕਰਦੇ, ਸੀ ਮੰਨਦੇ ਹਾਂ ਵੀ ਇੱਥੇ ਕੁਰਸੀ ਦਾ ਬੰਦਾ ਕੋਈ ਨਿੱਕੀ ਮੋਟੀ ਪੰਚੀ ਦੀ ਮਿਲੀ ਹੋਵੇ ਉਹ ਵੀ ਨਹੀਂ ਛੱਡਦਾ, ਤੇ ਜੇ ਬੰਦੇ ਨੂੰ ਕੇਂਦਰੀ ਮੰਤਰੀ ਦੀ ਕੁਰਸੀ ਮਿਲੀ ਅਗਲੇ ਨੇ ਛੱਡਤੀ, ਹੁਣ ਉਸ ਚੀਜ਼ ਨੂੰ ਭਣਾਉਣਗੇ ਤੇ ਸਹੀ। ਪਰ ਹਾਂ ਇਹ ਗੱਲ ਪੱਕੀ ਹੈ ਕਿ ਉਸ ਚੀਜ਼ ਨੂੰ ਐਂਗਲ ਕਿਹੜਾ ਦਿੱਤਾ ਜਾਣਾ ਉਹ ਬਹੁਤ ਮੈਟਰ ਕਰਦਾ, ਤਾਂ ਜੋ ਜਿਸ ਉਮੀਦ ਦੇ ਨਾਲ ਜਾਂ ਜਿਸ ਵਿਰੋਧ ਦੇ ਨਾਲ ਉਹ ਕੁਰਸੀ ਛੱਡੀ ਗਈ ਉਹ ਮੈਸੇਜ ਐਜ਼ ਇਟ ਇਜ਼ ਪੰਜਾਬ ਦੇ ਲੋਕਾਂ ਤੱਕ ਪਹੁੰਚੇ। ਇਹ ਨਾ ਹੋਵੇ ਕਿ ਉਹ ਸਿਆਸਤ ਦੇ ਵਿੱਚ ਲੋਕ ਉਹਦਾ ਹੋਰ ਹੀ ਮਤਲਬ ਕੱਢੀ ਜਾਣ। ਇਹੀ ਗੱਲ ਕਰ ਰਹੇ ਹੋ? ਬਿਲਕੁਲ ਇਹੀ ਹੈ ਜੀ, ਕਿਉਂਕਿ ਕੁਰਸੀ ਛੱਡ ਦਿੱਤੀ, ਠੀਕ ਹੈ, ਉਹ ਪੰਜਾਬ ਦੇ ਹਿੱਤਾਂ ਦੇ ਲਈ ਇਹ ਸਾਰਿਆਂ ਨੂੰ ਕਰਨਾ ਚਾਹੀਦਾ। ਜਿਹੜੇ ਬੰਦੇ ਦੇ ਹਿੱਸੇ ਜੋ ਵੀ ਇਸ ਵੇਲੇ ਹੈਗਾ ਆਪਣਾ ਫਰਜ਼ ਨਿਭਾਏ। ਪਰ ਇਸ ਲਈ ਲੋੜ ਮਾਨਾਂ ਸਨਮਾਨਾਂ ਦੀ ਨਹੀਂ ਹੈ, ਇਸ ਲਈ ਲੋੜ ਟਵੀਟ ਦੀ ਨਹੀਂ ਹੈ, ਇਸ ਲਈ ਲੋੜ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਸਰਗਰਮੀ ਦੀ ਨਹੀਂ ਹੈ। ਇਸ ਲਈ ਲੋੜ ਤਾਂ ਪੰਜਾਬ ਨੂੰ ਉਧਰਲੇ ਪਾਸੇ ਬਚਾਉਣ ਦੀ ਹੈ। ਸਿੱਧੂ ਸਾਹਿਬ ਨੇ ਟਵੀਟ ਕਰਤਾ, ਸਨੀ ਦਿਓਲ ਨੇ ਟਵੀਟ ਕਰਤਾ, ਅਕਾਲੀ ਦਲ ਨੇ ਸਨਮਾਨ ਕਰਤਾ, ਭਗਵੰਤ ਮਾਨ ਸਾਹਿਬ ਨੇ ਸਲਾਹਾਂ ਦੇ ਦਿੱਤੀਆਂ, ਪੰਜਾਬ ਬਚ ਗਿਆ। ਨਹੀਂ ਦੋ ਬੰਦੇ ਹੋ ਰਹਿ ਗਿਆ, ਦੀਵੇ 'ਚ ਤੇਲ ਪਾ ਆ ਜਾਓ। ਇੱਕ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਜਾਖੜ ਸਾਹਿਬ, ਉਹ ਕਹਿੰਦੇ ਡਰਾਮਾ ਹੈ। ਹੁਣ ਚਲੋ ਉਹ ਤਾਂ ਉਹਨਾਂ ਨੇ ਬਿਆਨ ਦੇਣਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਅਕਾਲੀ ਦਲ ਨੇ ਉਹਨਾਂ ਦੇ ਪਿੰਡ ਤੱਕ ਜਾ ਕੇ ਕਿਹਾ ਸੀ ਪਿਆ ਦੇਖੋ ਜੀ ਸੁਨੀਲ ਜਾਖੜ ਦਾ ਪਿੰਡ 'ਚ ਕੋਈ ਨਹੀਂ ਜਾਣਦਾ, ਉਹ ਗੁੱਸਾ ਰੰਜ ਤਾਂ ਹੈਗਾ ਹੀ ਆ। ਪਰ ਨਾਲ
ਬਾਦਲ ਪਰਿਵਾਰ ਦੇ ਬਿਲਕੁਲ ਜਿਹਨੂੰ ਆਪਾਂ ਕਹਿ ਲਓ ਵੀ ਅੱਜ ਕੱਲ੍ਹ ਤਾਂ ਉਹ ਪਤਾ ਨਹੀਂ ਸ਼ਰੀਕਾ ਹੈ ਜਾਂ ਕਹਿ ਲਓ ਕਿ ਵੀ ਸਾਂਝ ਹੈ ਜਾਂ ਭਰਾ ਨੇ, ਮਨਪ੍ਰੀਤ ਬਾਦਲ ਹੋਰਾਂ ਦੀ ਗੱਲ ਕਰ ਰਿਹਾ, ਉਹਨਾਂ ਨੇ ਆਰਥਿਕ ਪੱਖ ਤੋਂ ਇੱਕ ਬਿਆਨ ਦਿੱਤਾ। ਉਹ ਕਹਿੰਦੇ ਵੀ ਇਹ ਜੋ ਕੁਝ ਕੀਤਾ ਗਿਆ ਨਾ, ਪੰਜਾਬ ਨੂੰ ਹਰ ਸਾਲ 4000 ਕਰੋੜ ਰੁਪਏ ਦਾ ਘਾਟਾ ਪੈਣਾ। ਮੈਂ ਕਿਹਾ ਉਹ ਬਿਆਨ ਵੀ ਆਪਣਾ ਰਹਿ ਨਾ ਜਾਵੇ, ਆਪਾਂ ਜ਼ਿਕਰ ਕਰ ਦਈਏ, ਕਿਉਂਕਿ ਜੇ 4000 ਕਰੋੜ ਦਾ ਘਾਟਾ ਉਹ ਕਹਿੰਦੇ ਨੇ ਮੰਡੀ ਬੋਰਡ ਦਾ, ਤੇ ਇਹਦਾ ਮਤਲਬ ਵੀ ਕੱਲੀਆਂ ਜਿਣਸਾਂ ਦਾ ਰੌਲਾ ਹੀ ਨਹੀਂ ਪੈਣਾ। ਜਿਹੜੀ ਸੜਕ ਹੁਣ ਆਪਾਂ ਕਹਿੰਦੇ ਆ ਵੀ ਆਹ ਬਈ ਸਰਕਾਰ ਨੇ ਬਣਾਤੀ, ਲੈ ਵੀ ਹੁਣ ਪੱਕੀ ਸੜਕ ਹੋ ਗਈ, ਜਾਂ ਫਿਰ ਉਹਦੇ ਤੇ ਪ੍ਰੀ ਮਿਕਸ ਪਾ ਦਿੱਤਾ। ਜੇ 4000 ਕਰੋੜ ਆਉਣੋਂ ਇਸੇ ਤਰ੍ਹਾਂ ਰੁਕ ਗਿਆ ਜਾਂ ਮੰਡੀ ਬੋਰਡ ਨੂੰ ਆਉਣੋਂ ਹਟ ਕੇ ਪੈਸੇ, ਤੇ ਹੋ ਸਕਦਾ ਵੀ ਕੱਲ ਨੂੰ ਜਿਹੜੀਆਂ ਉਹ ਸੜਕਾਂ ਸਮੂਥ ਆਪਾਂ ਨੂੰ ਲੱਗਦੀਆਂ ਨੇ, ਦੁਬਾਰਾ ਜਿਹੜੇ ਆਪਣੇ ਪਹਿਲੇ ਬਾਬੇ ਕਹਿੰਦੇ ਹੁੰਦੇ ਸੀ ਵੀ ਆਹ ਯਾਰ ਕੱਚੇ ਪਏ ਤੇ ਨਾ ਝੋਕੇ ਜੇ ਵੱਜ ਕੇ ਚੁੱਕ ਪੈ ਗਈ, ਇਹ ਫਿਰ ਨਾ ਪੈਣ ਲੱਗ ਪਏ ਕਿਤੇ। ਨਹੀਂ, ਗੱਲ ਤੁਹਾਡੀ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ। ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਕਿ ਕਲਪਨਾ ਕਰਿਓ, ਕਈ ਵਾਰੀ ਫਿਲਮਾਂ ਦੇ ਵਿੱਚ ਘੋੜਿਆਂ ਦੀ ਦੌੜ ਹੁੰਦੀ ਹੈ, ਅਸੀਂ ਟਿਕਟ ਲੈ ਕੇ ਫਿਲਮ ਦੇਖਣ ਜਾਂਦੇ ਆ, ਘੋੜਿਆਂ ਦੀ ਦੌੜ ਜੇ 2 ਜਣੇ ਜਾਂ 3 ਜਣੇ ਜਾਂ 4 ਜਣੇ ਘੋੜੇ ਦੇ ਦੌੜਾਉਂਦੇ ਆ ਨਾ, ਕਦੇ ਇੱਕ ਘੋੜਾ ਅੱਗੇ ਹੋ ਜੂ, ਕਦੇ ਦੂਜਾ ਅੱਗੇ ਹੋ ਜੂ, ਉਹਨਾਂ ਚੋਂ ਇੱਕ ਨੇ ਜਿੱਤਣਾ ਹੈ। ਟਿਕਟ ਵਾਲਿਆਂ ਦੀ ਟਿਕਟ ਦੇ ਪੈਸੇ ਲੱਗ ਗਏ, ਦਰਸ਼ਕ ਹਾਰ ਜਾਣੇ ਹੁੰਦੇ ਆ। ਉਹਦੇ ਵਿੱਚ ਦੇਖੋ ਤਕੜਦੁਮ, ਕਦੀ ਇੱਕ ਘੋੜਾ 2 ਇੰਚ ਅੱਗੇ, ਉਹ ਦੂਜੇ ਘੋੜੇ ਦਾ ਸਵਾਰ ਦੇਖੂ, ਉਹ ਫੇਰ ਖਿੱਚੂ ਉਹਦੀ ਰੱਸੀ ਜੀ ਫੜ ਕੇ, ਕਦੇ ਉਹ 2 ਇੰਚ ਅੱਗੇ। ਹੁਣ ਜੇ ਇੱਥੇ ਆਪਾਂ ਅਕਾਲੀਆਂ ਦੀ ਗੱਲ ਕਰ ਲਈ, ਬੀਜੇਪੀ ਦੀ ਗੱਲ ਕਰ ਲਈ, ਸਿੱਧੂ ਸਾਹਿਬ ਦੀ ਗੱਲ ਕਰ ਲਈ, ਤਾਂ ਇੱਥੇ ਕਾਂਗਰਸੀਆਂ ਦੀ ਗੱਲ ਕਰਨੀ ਵੀ ਜ਼ਰੂਰੀ ਹੈ। ਕੈਪਟਨ ਸਾਹਿਬ ਹੋਰਾਂ ਨੇ ਵੀ ਕਰ ਦਿੱਤਾ ਐਲਾਨ। ਉਹ ਕਹਿੰਦੇ ਜੀ ਦੇਖੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ MLAs ਲੈ ਕੇ ਦਿੱਲੀ ਜਾਣਾ ਹੈ, ਉੱਥੇ ਜਾ ਕੇ ਗੱਲਾਂ ਬਾਤਾਂ ਕਰਾਂਗੇ, ਉੱਥੇ ਜਾ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕਰਾਂਗੇ। ਬਿਲਕੁਲ ਠੀਕ ਹੈ, ਪਰ ਕਾਨੂੰਨ ਤਾਂ ਬਣ ਗਿਆ ਭਾਈ, ਕਾਨੂੰਨ ਤਾਂ ਹੁਣ ਰੁਕਣਾ ਨਹੀਂ। ਤੁਸੀਂ ਵੀ ਦਿੱਲੀ ਚਲੇ ਜਾਓ। ਭਗਵੰਤ ਮਾਨ ਸਾਹਿਬ ਨੇ ਵੀ ਸਲਾਹਾਂ ਦੇਤੀਆਂ, ਅਕਾਲੀ ਦਲ ਨੇ ਵੀ ਸਨਮਾਨ ਕਰ ਦਿੱਤੇ, ਸਨੀ ਦਿਓਲ ਤੇ ਸਿੱਧੂ ਸਾਹਿਬ ਨੇ ਟਵੀਟ ਕਰ ਦਿੱਤੇ, ਪਰ ਇਹਦੇ ਵਿੱਚ ਉਹ ਘੋੜੇ ਦੌੜ ਰਹੇ ਹੈ। ਹਰ ਪਾਰਟੀ ਚਾਹੁੰਦੀ ਹੈ ਕਿ ਸਾਡਾ ਘੋੜਾ ਦਗੜਦਮ ਕਰਕੇ ਅੱਗੇ ਜਾਵੇ, ਪਰ ਲੋਕਾਂ ਦੇ ਟਿਕਟ ਦੇ ਪੈਸੇ ਲੱਗ ਗਏ, ਲੋਕਾਂ ਦੇ 3 ਘੰਟੇ ਚਲੇ ਗਏ। ਲੋਕਾਂ ਨੇ ਜਦੋਂ ਬਾਹਰ ਨਿਕਲਣਾ 9 ਵਜੇ ਫਿਲਮ ਦੇਖਣੀ ਸ਼ੁਰੂ ਕੀਤੀ, ਜਦੋਂ 12 ਵਜੇ ਬਾਹਰ ਨਿਕਲਣਾ ਪੁੜਪੜੀ 'ਚ ਸਿੱਧੀ ਸੂਰਜ ਦੀ ਧੁੱਪ ਪੈਣੀ ਆ। WhatsApp ਆ ਚੀਚੀ ਦੇਖਿਓ ਇੱਥੇ ਆ ਇਦਾਂ ਤੁਹਾਨੂੰ ਨਜ਼ਰ ਆਉਂਦੀ ਹੈ ਜੀ? ਆ ਮਾੜਾ ਜਿਹਾ ਹੈ ਲਹੂ ਤੇ ਯਾਰ ਲਾ ਦੋ, ਲਹੂ ਲਾ ਦੋ ਯਾਰ, ਥੋੜਾ ਜਿਹਾ ਕਿਤੇ ਘਟ ਨਾ ਜਾਵੇ। ਭਰਾ ਤੇ ਇੰਨਾ ਕੁ ਤਾਂ ਮਾਣ ਹੈਗਾ। ਨਹੀਂ ਮੈਂ ਤਾਂ ਭਰਾ ਨੂੰ ਆਉਂਦਾ ਲਾਉਣਾ। ਮੈਂ ਤਾਂ ਕਹਿਣਾ ਵੀ ਇਹ ਇੰਨੀ ਦੌੜ ਚੱਲ ਪਈ ਨਾ ਵੀ ਉੱਥੇ ਕਿਤੇ ਬਲੱਡ ਹੀ ਘਟ ਜੇ, ਬਾਅਦ ਚ ਕਹਿਣਾ ਯਾਰ ਬਲੱਡ ਬੈਂਕ ਤੋਂ ਲਿਆਓ ਯਾਰ, ਚੀਚੀ ਨੂੰ ਲਵਾ ਲਿਓ। ਇਹ ਨਾ ਹੋ ਜਦੋਂ ਪੰਜਾਬ ਨੂੰ ਮੁੜਨਾ ਇੱਥੇ ਸਿਆਸਤ ਘੋਟ ਕੇ ਤੇ ਉੱਥੇ ਜਾ ਕੇ ਪੰਜਾਬ ਵਾਲੇ ਕਹਿਣ ਉਹ ਲੈ ਉਹ ਫਲਾਣੇ ਦੀ ਚੀਚੀ ਤੇ ਲਹੂ ਨਹੀਂ ਲੱਗਾ ਹੈ ਇਦਾਂ। ਹਾਂ ਨਹੀਂ, ਉੱਥੇ ਵੀ ਦਿਖਾਉਣਾ ਵੀ ਪੈਣਾ ਨਾ, ਕਿਉਂਕਿ ਸਾਰੀ ਚੀਚੀ ਲਵੇੜਨੀ ਪੈਣੀ ਆ। ਇਹ ਨਾ ਹੋਵੇ ਕਿ ਭਾਈ ਘੱਟ ਹੋਵੇ ਤਾਂ ਅਗਲੇ ਕਹਿੰਦੇ ਇਹਦੇ ਲੱਗਾ ਹੀ ਨਹੀਂ। ਕੋਈ ਗੱਲ ਨਹੀਂ, ਵੈਸੇ ਏਡੀ ਕੋਈ ਗੱਲ ਨਹੀਂ, ਫੋਟੋਸ਼ਾਪ ਕਰਕੇ ਦਿਖਾ ਦੇਣਗੇ, ਵੀ ਕੁਝ ਦਿਖਾਉਂਦੇ ਰਹਿੰਦੇ ਆ। ਅੱਛਾ, ਇਹ ਗੱਲਾਂ ਆਪਾਂ WhatsApp ਕਰਤਾ ਰਹੇ ਹਾਂ। ਇੱਕ ਯਾਰ ਮੁੱਦਾ ਹੋਰ ਸੀਗਾ, ਮੈਂ ਚਾਹੁੰਦਾ ਪਰ ਸਮਾਂ ਹੁਣ ਥੋੜਾ ਜਿਹਾ ਘਟ ਗਿਆ, ਜੇ ਕਹੋ ਤਾਂ ਆਪਾਂ ਫਿਰ ਕੱਲ ਨੂੰ ਵਿਚਾਰ ਲਵਾਂਗੇ। ਆਪਾਂ ਜੀ ਇਸੇ ਤੇ ਗੱਲ ਕਰ ਲਈ, ਕੱਲ ਹੀ ਵਿਚਾਰਾਂਗੇ ਜੀ। ਕੱਲ ਇੱਕ ਗੱਲ ਤੁਸੀਂ ਰੁਕ ਗਏ, ਤੁਸੀਂ ਸਿਮਰਜੀਤ ਸਿੰਘ ਬੈਂਸ ਹੋਰਾਂ ਨਾਲ ਮੈਂ ਪੱਖਪਾਤ ਕੀਤਾ। ਮੈਂ ਉੱਧਰ ਆਉਣ ਲੱਗਾ ਸੀ। ਸਿਮਰਜੀਤ ਬੈਂਸ ਹੋਰਾਂ ਨੂੰ ਆਪਾਂ ਕਿੱਦਾਂ ਭੁੱਲ ਸਕਦੇ ਹਾਂ? ਸਿਮਰਜੀਤ ਬੈਂਸ ਹੋਰਾਂ ਨੂੰ ਵੀ ਲੱਗਿਆ ਕਿ ਉਹਨਾਂ ਨੇ 3 ਟਾਇਰ 2 ਪੈਰ ਜਿਹੜਾ ਕਿ ਇੱਥੇ ਪਿਛਲੇ ਦਿਨਾਂ ਦੇ ਵਿੱਚ ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਵਾਲਾ ਘਪਲਾ ਸੀਗਾ, ਉਹਨੂੰ ਲੈ ਕੇ ਕੰਮ ਚੱਕਿਆ ਸੀ। ਜਲੰਧਰ 'ਚ ਵੀ ਉਹਨਾਂ ਨੇ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਕਹਿੰਦੇ ਪੂਰੇ ਪੰਜਾਬ 'ਚ ਆਪਾਂ ਜਾਣਾ ਕਿ ਕਿਵੇਂ ਜਿਹੜੇ ਗਰੀਬ ਲੋਕਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਕਿ ਪੜ੍ਹਨ ਦਾ ਮੌਕਾ ਕੇਂਦਰ ਸਰਕਾਰ ਦਿੰਦੀ ਸੀ, ਉਹਨਾਂ ਦੇ ਉਸ ਪੈਸੇ ਦੇ ਉੱਪਰ ਕਿਵੇਂ ਡਾਕਾ ਮਾਰਿਆ ਗਿਆ ਤੇ ਕਿਵੇਂ ਆਪਣੇ ਘਰ ਭਰੇ ਗਏ। ਤੇ ਇਹ ਸਾਰੇ ਕੁਛ ਨੂੰ ਲੈ ਕੇ ਜਿਹੜਾ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ, ਉਹਦੇ ਤੋਂ ਹੁਣ ਮੋੜਾ ਕੱਟ ਕੇ ਤੇ ਉਹਨਾਂ ਨੇ ਵੇਖਿਆ ਵੀ ਨਹੀਂ ਇਸ ਵਕਤ ਚੀਚੀ ਵਾਲਾ ਕੰਮ ਦਿੱਲੀ 'ਚ ਹੈ ਤੇ ਫਿਰ ਦਿੱਲੀ ਚਲੀਏ। ਬਿਲਕੁਲ ਜੀ, ਮੋਟਰਸਾਈਕਲਾਂ ਤੇ ਜਾਣਗੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕਰਕੇ ਉਹਨਾਂ ਨੇ ਉੱਥੇ ਜਾਣਾ। ਕਹਿੰਦੇ ਘਰਾਓ ਵੀ ਕਰਾਂਗੇ, ਧਰਨਾ ਦੇਣਾ ਪਿਆ ਧਰਨਾ ਵੀ ਦੇਾਂਗੇ। ਪੰਜਾਬ ਦੇ ਕਿਸਾਨਾਂ ਦੇ ਹੱਕ ਤੇ ਡਾਕਾ ਹੈ। ਬਿਲਕੁਲ ਗੱਲ ਠੀਕ ਹੈ, ਕਿਸਾਨਾਂ ਦੇ ਹੱਕ ਤੇ ਡਾਕਾ ਹੈ। ਬੈਂਸ ਸਾਹਿਬ ਬਾਕੀ ਤੁਰੇ ਸੀ, ਤੁਹਾਨੂੰ ਵੀ ਤੁਰਨਾ ਚਾਹੀਦਾ, ਤੁਸੀਂ ਤੁਰ ਪਏ, ਤੁਹਾਡਾ ਧੰਨਵਾਦ। ਇਸ ਗੱਲ ਦੇ ਵਿੱਚ ਵੀ ਸੱਚਾਈ ਹੈ ਕਿ ਜੇ ਸਰਕਾਰੀ ਮੰਡੀਆਂ ਦੇ ਵਿੱਚ ਬਹੁਤੀ ਫਸਲ ਨਾ ਗਈ, ਮਨਪ੍ਰੀਤ ਬਾਦਲ ਹੋਰੀ ਝੂਠ ਨਹੀਂ ਬੋਲਦੇ। 4000 ਕਰੋੜ ਰੁਪਏ ਦਾ ਘਾਟਾ ਪੈਣਾ। ਜਿਹੜੀਆਂ ਸੜਕਾਂ ਬਣਦੀਆਂ ਸੀ ਜਾਂ ਕਿਸੇ ਦਾ ਕੋਈ ਅੰਗ ਪੈਰ ਨਕਾਰਾ ਹੋ ਜਾਂਦਾ ਸੀ ਖੇਤੀ ਕਰਦੇ ਆ ਤਾਂ ਮੰਡੀ ਬੋਰਡ 4 ਪੈਸੇ ਉਹਨਾਂ ਨੂੰ ਵੀ ਦੇ ਦਿੰਦਾ ਸੀ, ਮਾਰਕੀਟ ਕਮੇਟੀਆਂ ਰੁਪਈਏ ਦਿੰਦੀਆਂ ਸੀ। ਹੁਣ ਉਹ ਵੀ ਸਾਨੂੰ ਘਾਟਾ ਪੈਣਾ। ਦੋਵੇਂ ਗੱਲਾਂ ਠੀਕ ਨੇ, ਪਰ ਸੰਧਾਲੀਆ ਸਾਹਿਬ ਗੱਲ ਤਾਂ ਇਹ ਹੈ ਨਾ, ਅੱਜ ਸਿਮਰਜੀਤ ਬੈਂਸ ਵੀ ਦਿੱਲੀ ਚਲੇ ਜਾਣਗੇ, ਕਪਤਾਨ ਸਾਹਿਬ ਵੀ ਦਿੱਲੀ ਚਲੇ ਜਾਣਗੇ, ਬੀਬੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਕੇ ਨਤਮਸਤਕ ਹੋ ਕੇ ਅਰਦਾਸ ਕਰਕੇ ਕੋਈ ਨਵਾਂ ਐਲਾਨ ਕਰ ਸਕਦੇ ਆ। ਢੀਂਡਸਾ ਸਾਹਿਬ ਵੀ ਕਹਿੰਦੇ ਆ ਕਿ ਭਾਈ ਅਸੀਂ ਕੁਝ ਨਾ ਕੁਝ ਇਸ ਮੁੱਦੇ ਦੇ ਉੱਤੇ ਕਰਾਂਗੇ। ਪਰ ਸਵਾਲ ਸਭ ਤੋਂ ਵੱਡਾ ਪ੍ਰੋਗਰਾਮ ਦੇ ਅੰਤ ਦੇ ਵਿੱਚ ਆਪਾਂ ਦਰਸ਼ਕਾਂ ਦੀ ਕਚਹਿਰੀ 'ਚ ਛੱਡ ਕੇ ਜਾਣਾ ਹੈ ਕਿ ਜਦੋਂ ਸਾਰਾ ਪਿੰਡ ਚੜ੍ਹ ਕੇ ਆ ਜਾ ਨਾ ਕਿਸੇ ਘਰ ਦੇ ਉੱਤੇ, ਤੇ ਉਦੋਂ ਫਿਰ ਘਰ ਵਾਲੇ ਜੇ ਅਜੇ ਵੀ ਰੁੱਸੇ ਰਹਿਣ ਕਿ ਮੈਂ ਇਸ ਖੂੰਜੇ ਬੈਠਾ, ਉਹ ਉਸ ਖੂੰਜੇ ਬੈਠਾ,
ਜੇ ਅੱਜ ਵੀ ਪੰਜਾਬ ਦੇ ਲੀਡਰ ਇਸ ਮੁੱਦੇ ਤੇ ਇਕੱਠੇ ਹੋ ਕੇ ਦਿੱਲੀ ਨਹੀਂ ਜਾਂਦੇ, ਜਿਹਦੇ 2 MP ਆ 2 ਲੈ ਕੇ ਤੁਰਿਆ, ਜਿਹਦੇ 4 MLA ਆ 4 ਲੈ ਕੇ ਤੁਰਿਆ, ਕਿਸੇ ਨੇ ਟਰੈਕਟਰ ਸਟਾਰਟ ਕਰ ਲਿਆ, ਕਿਸੇ ਨੇ ਮੋਟਰਸਾਈਕਲ ਸਟਾਰਟ ਕਰ ਲਿਆ, ਇਹਦਾ ਮਤਲਬ ਸਿਰਫ ਤੇ ਸਿਰਫ ਇਹ ਹੈ ਕਿ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਦੀ ਪ੍ਰਕਿਰਿਆ 'ਚ ਅੱਗੇ ਨਿਕਲਣਾ ਚਾਹੁੰਦੇ ਆ। ਪਰ ਉਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਨਾਲ ਪੰਜਾਬ ਦਾ ਕੱਖ ਨਹੀਂ ਜੇ ਹੋਣਾ। ਜਿੱਥੋਂ ਸੰਧਾਲੀਆ ਸਾਹਿਬ ਗੱਲ ਸ਼ੁਰੂ ਕੀਤੀ ਸੀ, ਹੁਣ ਆਉਣ ਵਾਲੇ 5-7 ਸਾਲਾਂ ਤੱਕ ਸਾਡੇ ਤੋਂ ਮੋਟਰ ਤੇ ਦੀਵਾ ਨਹੀਂ ਜਗਣਾ, ਸਾਡੇ ਕੋਲੋਂ ਨਹੀਂ ਮੋਟਰ ਦੇ ਉੱਤੇ ਜਾ ਕੇ ਚੜਾਉਣ ਦਾ ਮੌਕਾ ਮਿਲਣਾ ਕਿ ਭਾਈ ਆਹ ਦਲੀਆ ਬਣਿਆ ਤੇ ਚੜਾ ਦਿਓ, ਸਾਡੇ ਕੋਲੋਂ ਸਾਗ ਤੋੜਨ ਦਾ ਹੱਕ ਖੋਲਿਆ ਜਾਊਗਾ, ਔਖੇ ਹੋਵਾਂਗੇ। ਬਾਠ ਸਾਹਿਬ, ਕਸੂਰ ਤੇ ਸਾਰਾ ਤੁਹਾਡਾ ਯਾਰ, ਜਿਹੜੇ ਲੀਡਰ ਇਕੱਠੇ ਨਹੀਂ ਹੋਏ, ਕਿਉਂਕਿ ਤੁਸੀਂ ਕੈਨੇਡਾ ਚਲ ਗਏ। ਤੁਹਾਨੂੰ ਯਾਦ ਹੋਣਾ ਕੈਨੇਡਾ ਜਾਣ ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰਦੇ ਸੀ ਵੀ ਜੇ ਇਧਰੋਂ ਉਧਰੋਂ ਕੋਈ ਗੱਲ ਬਣ ਜਵੇ ਤੇ ਆਪਾਂ ਇੱਕ ਸੰਧਾਂ ਵਾਲੀਆ ਬਾਠ ਟਰਾਂਸਪੋਰਟ ਖੋਲ ਲਈਏ ਤੇ ਮਿੰਨੀ ਬੱਸ ਪਾਵਾਂਗੇ। ਚੇਤਾ ਕਿ ਭੁੱਲ ਗਏ ਜੀ? ਬਿਲਕੁਲ ਨਾ ਬਿਲਕੁਲ ਚੇਤਾ, ਆਪਾਂ ਬਾਰੋ-ਬਾਰੀ ਸਾਰਿਆਂ ਨੂੰ ਵਿੱਚ ਬਿਠਾਉਣਾ ਸੀ। ਹਾਂ, ਉਹ ਮਿੰਨੀ ਬੱਸ ਜੇ ਕਿਤੇ ਅੱਜ ਆਪਣੇ ਕੋਲੇ ਹੁੰਦੀ ਤੇ ਉਹ ਜਣੇ ਆਪਾਂ ਹੀ ਲੈ ਜਾਂਦੇ ਦਿੱਲੀ ਬਿਠਾ ਕੇ, ਕਿਉਂਕਿ ਕਾਰਨ ਇਹ ਆ ਨਾ ਵੀ ਇਕੱਠੇ ਬਹਿਣ ਤੋਂ ਵੀ ਪ੍ਰੋਬਲਮ ਹੁੰਦੀ। ਅਗਲਾ ਕਹਿੰਦਾ ਯਾਰ ਮੈਂ ਨਾ ਐਕਚੁਅਲੀ ਥੋੜਾ ਸੋਸ਼ਲ ਡਿਸਟੈਂਸਿੰਗ ਦਾ ਕਰਕੇ, ਦੇਖੋ ਫਲਾਨੇ ਕੋਲੇ ਗੱਡੀ ਥੋੜੀ ਨਿੱਕੀ ਹੈ, ਮੇਰੇ ਕੋਲ ਥੋੜੀ ਗੱਡੀ ਵੱਡੀ ਹੈ, ਨਾਲੇ ਫਿਰ ਜਦੋਂ ਮੈਂ ਉੱਥੇ ਜਾਣਾ ਹੁੰਦਾ ਨਾ ਤੇ ਫਲਾਨਾ ਬੰਦਾ ਭੱਜ ਕੇ ਫਿਰ ਮੀਡੀਆ ਦੇ ਅੱਗੇ ਹੋ ਜਾਂਦਾ। ਫੋਟੋਆਂ ਉਹਦੀਆਂ ਪਿਛਲੀਆਂ 2 ਲੱਗ ਗਈਆਂ ਸੀ, ਮੇਰੀ ਉਹਨਾਂ ਨੇ ਲਾਈ ਨਹੀਂ। ਇਹ ਸਾਰੇ ਰੌਲੇ ਰੱਪੇ ਨੇ, ਇਸ ਕਰਕੇ ਉਹ ਬੰਦੇ ਇੱਕ ਥਾਂ ਤੇ ਨਹੀਂ ਇਕੱਠੇ ਹੁੰਦੇ। ਜੇ ਆਪਣੇ ਵਾਲੀ ਬੱਸ ਹੁੰਦੀ ਤੇ ਸ਼ਾਇਦ ਉੱਥੇ ਲਿਜਾ ਕੇ ਉਹ ਜਾਣੇ ਭਾਵੇਂ ਹਰ ਇਕੱਲੇ ਦੇ ਪੈਰੀਂ ਹੱਥ ਹੀ ਲਾਉਣਾ ਪੈਂਦਾ ਵੀ ਯਾਰ ਇੱਕ ਕਰਾਂ ਇਕੱਠੇ ਫੋਟੋ ਖਿਚਾ ਲਓ। ਘੱਟੋ ਘੱਟ ਜਿਹੜਾ ਨੈਸ਼ਨਲ ਮੀਡੀਆ ਉਹਨੂੰ ਤੇ ਪਤਾ ਲੱਗੇ ਵੀ ਅੱਛਾ ਯਾਰ ਇੰਨੀ ਤਰ੍ਹਾਂ ਦੀਆਂ ਪਾਰਟੀਆਂ ਹੈਗੀਆਂ ਪੰਜਾਬ 'ਚ, ਜਿਨ੍ਹਾਂ ਸਾਰਿਆਂ ਨੂੰ ਵੱਖਰੀ ਵੱਖਰੀ ਪਾਰਟੀ ਹੋਣ ਦੇ ਬਾਵਜੂਦ ਵੀ ਇੱਕੋ ਚੀਜ਼ ਦਾ ਫਿਕਰ ਹੈ ਤੇ ਉਹ ਆ ਕਿਸਾਨ। ਮੈਸੇਜ ਤੇ ਜਾਂਦਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੈਂ ਕਹਿੰਦਾ ਕਿ ਆਪਾਂ ਕੁਰਬਾਨੀ ਦੋਨਾਂ ਭਰਾਵਾਂ ਨੇ ਰਹਿ ਕਰਕੇ ਵੀ ਕਰ ਦੇਣੀ ਸੀ। ਜੇ ਉਹਨਾਂ ਨੂੰ ਇਹ ਹੁੰਦਾ ਨਾ ਕਿ ਮੈਂ ਮੂਹਰਲੀ ਸੀਟ ਤੇ ਬਹਿਣਾ, ਪਿਛਲੀ ਤੇ ਆਪਾਂ ਡਰਾਈਵਰ ਸੀਟ ਤੋਂ ਬਿਨਾਂ ਬਾਕੀ ਸੀਟਾਂ ਕਢਾ ਕੇ ਦਰੀ ਵਿਛਾ ਦੇਣੀ ਸੀ ਵਿੱਚ। ਵੈਸੇ ਵੀ ਤਾਂ ਪੰਜਾਬ ਦੇ ਲਈ ਅਫਸੋਸ ਵਰਗੀ ਗੱਲ ਹੀ ਹੈ, ਵੈਸੇ ਤਾਂ ਪੰਜਾਬ ਦੇ ਲਈ ਮਕਾਨ ਵਰਗੀ ਗੱਲ ਹੀ ਹੈ, ਵੈਸੇ ਵੀ ਤਾਂ ਪੰਜਾਬ ਦੇ ਲਈ ਦੁਹੱਥੜੀਆਂ ਮਾਰਨ ਵਾਲੀ ਗੱਲ ਹੀ ਹੈ। ਤੇ ਜਿਹੜੀ ਇਹਨਾਂ ਨੂੰ ਹੁੰਦੀ ਸੀ ਕਿ ਮੇਰੀ ਫੋਟੋ ਖਿਚਾ ਦੇਣੀ, ਫਲਾਨੇ ਦੀ ਫੋਟੋ ਮੂਹਰੇ ਚਾਹੀਦੀ ਹੈ, ਆਪਾਂ ਮਾਸਕ ਪਵਾ ਦੇਣੀ ਸੀ। ਵੈਸੇ ਵੀ ਕੋਵਿਡ ਹੈਗਾ, ਕਿਸੇ ਨੂੰ ਇਸ ਗੱਲ ਦਾ ਸ਼ੰਕਾ ਰਹਿੰਦਾ ਹੀ ਨਾ ਕਿ ਭਾਈ ਮੇਰੀ ਫੋਟੋ ਅੱਗੇ ਆਉਣੀ ਚਾਹੀਦੀ ਹੈ ਤੇ ਮੇਰੀ ਪਿੱਛੇ ਆਉਣੀ ਚਾਹੀਦੀ ਹੈ। ਆਪਾਂ ਲੈ ਜਾਣੇ ਸੀ ਬਿਠਾ ਕੇ, ਜਿਹੜਾ ਨਾ ਬੈਠਦਾ ਉਹਦਾ ਫਿਰ ਆਪਾਂ ਲੋਕਾਂ 'ਚ ਰੌਲਾ ਪਾਉਣਾ ਸੀ। ਚਲੋ ਇਹ ਤਾਂ ਹੁਣ ਵੇਲਾ ਲੰਘ ਗਿਆ ਬਾਠ ਸਾਹਿਬ, ਪ੍ਰੋਗਰਾਮ ਦਾ ਸਮਾਂ ਵੀ ਮੁੱਕ ਗਿਆ। ਅੱਜ ਗੱਲਾਂ ਕੁਝ ਹੋਰ ਵਿਚਾਰਨ ਵਾਲੀਆਂ ਸੀ, ਹੁਣ ਆਪਾਂ ਚਲੋ ਕੱਲ੍ਹ ਨੂੰ ਵਿਚਾਰ ਲਾਂਗੇ। ਅੱਜ ਜਿੰਨੀ ਗੱਲਬਾਤ ਆਪਾਂ ਕੀਤੀ ਉਹਦੇ ਤੋਂ ਮੈਨੂੰ ਤਾਂ ਇਹੀ ਲੱਗਦਾ ਕਿ ਸ਼ਾਇਦ ਸਾਡੀ ਇਹ ਬੇਨਤੀ ਪਹੁੰਚੀ ਹੋਵੇ ਕਿ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਮੁੱਦਾ ਇੱਕ ਹੈ। ਜੇ ਪਹਿਲਾਂ ਯਾਨੀ ਕਿ ਇਹ ਬਿੱਲ ਪਾਸ ਹੋਣ ਤੋਂ ਪਹਿਲਾਂ ਵਿਰੋਧ ਨਹੀਂ ਚੰਗੀ ਤਰ੍ਹਾਂ ਕਰ ਸਕੇ ਤਾਂ ਹੁਣ ਉਹ ਜਾਣੇ ਆਪਾਂ ਉਸ ਤੋਂ ਬਾਅਦ ਹੀ ਕਰ ਦਈਏ ਕਿ ਸਰਕਾਰ ਸ਼ਾਇਦ ਸੋਚ ਲਵੇ ਕਿ ਇਹ ਬਿੱਲ ਨੂੰ ਜੇ ਲਾਗੂ ਕਰਨਾ ਤਾਂ ਬਾਕੀ 94% ਤੇ ਆਪਾਂ ਕਰ ਲੈਂਦੇ ਹਾਂ। ਜਿੱਥੇ 6% ਦਾ ਅੱਗੇ ਕੰਮ ਵਧੀਆ ਚੱਲਦਾ ਉਹਨਾਂ ਦੇ ਲਈ ਜਿਹੜਾ ਉਸੇ ਤਰ੍ਹਾਂ ਦਾ ਜਿਹੜੀ ਪ੍ਰਣਾਲੀ ਹੈ ਆਪਾਂ ਉਹਨੂੰ ਲਾਗੂ ਰੱਖ ਲੈਣੇ। ਸਿਰਫ ਇਸ ਇੱਕ ਲਾਈਨ ਦੇ ਉੱਪਰ ਅਸੀਂ ਅੱਜ ਇਹ ਰੌਲਾ ਪਾ ਰਹੇ ਹਾਂ, ਹੋਰ ਕੁਝ ਨਹੀਂ। ਚਲਿਏ ਬਾਠ ਸਾਹਿਬ। ਬਿਲਕੁਲ ਜਾਣਾ ਪੈਣਾ ਸੰਧਾਲੀਆ ਸਾਹਿਬ। ਜੇ ਕਿਸੇ ਸਿਆਸੀ ਪਾਰਟੀ ਦੇ ਵਰਕਰ ਨੂੰ ਇਹ ਲੱਗਦਾ ਹੈ, ਕਿਸੇ ਲੀਡਰ ਨੂੰ ਪਤਾ ਹੈ ਕਿ ਭਾਈ ਸਾਡੇ ਕੋਲੇ ਪੰਜਾਬ ਬਚਾਉਣ ਦੀ ਨੀਤੀ ਹੈਗੀ ਹੈ, ਅਸੀਂ ਉਹ 'ਤੇ ਚੱਲ ਰਹੇ ਹਾਂ, ਅਸੀਂ ਖਬਰਾਂ ਚਾਉਣ ਲਈ ਕੰਮ ਨਹੀਂ ਕਰ ਰਹੇ, ਤੁਸੀਂ ਟਿੱਪਣੀਆਂ ਲਿਖ ਦਿਓ, ਅਸੀਂ ਦੋਨੇ ਹੀ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਾਂਗੇ। ਅਸੀਂ ਇਹੀ ਚਾਹੁੰਦੇ ਹਾਂ ਕਿ ਭਾਈ ਸਾਰੇ ਲਈ ਤੇ ਆ ਜਾਣ, ਇਕੱਠੇ ਹੋ ਜਾਣ। ਬਹੁਤ ਧੰਨਵਾਦ ਬਾਠ ਸਾਹਿਬ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।